ਤੁਹਾਨੂੰ ਉੱਥੋਂ ਫੋਨ ਦੀਆਂ ਤਾਰਾਂ ਵੀ ਖੜਕੀਆਂ ਵੀ ਆ ਜਾਓ ਆ ਜਾਓ ਆ ਜਾਓ, ਪਰ ਤੁਸੀਂ ਨਾ ਕਰਤੀ ਕਾਰਨ। ਲੋਕ ਤੁਹਾਨੂੰ ਚਾਹਣ ਵਾਲੇ ਬੜੇ ਨੇ ਤੇ ਤੁਹਾਡੇ ਵਿਰੋਧੀ ਵੀ ਬਹੁਤ ਹੋਣਗੇ। ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਕਿ ਹਰ ਬੰਦੇ ਨੂੰ ਆਉਣ ਦਿਓ, ਬਾਦਲਾਂ ਨੂੰ ਉੱਥੇ ਸੱਦਾ ਦਿੱਤਾ ਜਾਵੇ ਕਿ ਤੁਸੀਂ ਵੀ ਇੱਥੇ ਆਓ ਤੇ ਜਿਹੜੀ ਤੁਸੀਂ ਬੰਦੀ ਸਿੱਖਾਂ ਦੀ ਆਵਾਜ਼ ਬੁਲੰਦ ਕਰ ਰਹੇ ਹੋ, ਰਿਹਾ ਹੋਣੇ ਚਾਹੀਦੇ ਆ। ਉਸ ਤੋਂ ਪਹਿਲਾਂ ਤੁਸੀਂ ਗੁਰਬਾਣੀ ਰਿਹਾ ਕਰਕੇ ਆਓ, ਜਿਹਨੂੰ ਤੁਸੀਂ ਵੀ ਨਜ਼ਰਬੰਦ ਕੀਤਾ ਹੋਇਆ। ਤੁਹਾਡੀ ਮਰਜ਼ੀ ਤੋਂ ਬਗੈਰ ਉਹ ਲੋਕਾਂ ਦੇ ਘਰਾਂ 'ਚ ਦੇਖੀ ਨਹੀਂ ਜਾ ਸਕਦੀ। ਇਹ ਜਿਹੜਾ ਹੁਣ ਮੋਰਚਾ ਲੱਗਾ, ਇਹਦਾ ਦਬਾਅ ਕੇਂਦਰ ਦੇ ਉੱਤੇ, ਸੂਬੇ ਦੇ ਉੱਤੇ ਕਿੰਨਾ ਕੁ ਬਣ ਰਿਹਾ ਤੁਹਾਡੇ ਖਿਆਲ ਦੇ ਮੁਤਾਬਕ? ਮੋਦੀ ਸਾਹਿਬ ਦੇਸ਼ ਪ੍ਰਤੀ ਜੋ ਉਹਨਾਂ ਦੀ ਮਰਜ਼ੀ ਨੀਤੀ ਸਹੀ ਹੋਵੇ, ਪੰਜਾਬ ਦੇ ਪ੍ਰਤੀ ਉਹ ਮਨ 'ਚ ਕਿਤੇ ਨਾ ਕਿਤੇ ਗੁੱਸਾ ਰੱਖ ਕੇ ਬੈਠੇ ਆ। ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਤੇ ਬਹੁਤ ਵੱਡਾ ਧੱਕਾ ਹੋ ਰਿਹਾ, ਜਿਹਨੂੰ ਅਸੀਂ ਪੰਜਾਬੀ ਸਮਝ ਹੀ ਨਹੀਂ ਪਾ ਰਹੇ। ਬੰਦੀ ਸਿੰਘ ਅੰਦਰ ਕਿਉਂ ਗਏ? ਇਹਦੀ ਜੜ ਕੀ ਆ? ਇਹਨੂੰ ਕਦੀ ਕਿਸੇ ਨੇ ਘੋਖੜ ਦੀ ਜਾਂ ਉਹਦੇ ਉੱਤੇ ਕਿਸੇ ਨੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ? ਦੇਸ਼ ਦੇ ਵਿੱਚ ਦੋ ਕਾਨੂੰਨ ਕਿਉਂ ਨੇ? ਮਤਲਬ ਮੇਰੀ ਬੜੀ ਤਮੰਨਾ ਸੀਗੀ ਕਿ ਮੈਂ ਇਹਦੇ ਉੱਤੇ ਬੋਲਾਂ। ਕਈ ਲੋਕ ਸ਼ਾਇਦ ਕਹਿੰਦੇ ਨੇ ਕਿ ਪਤਾ ਨਹੀਂ ਇਹ ਹਮਾਇਤੀ ਨਹੀਂ ਹੋਊਗਾ। ਮੈਂ ਹਰ ਉਸ ਬੰਦੇ ਦਾ ਹਮਾਇਤੀ ਹਾਂ ਜਿਹਦੇ ਨਾਲ ਕੋਈ ਧੱਕਾ ਹੁੰਦਾ। ਇੰਨਾ ਲੰਮਾ ਸਮਾਂ ਤੋਂ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ। ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੈ, ਆਜ਼ਾਦੀ ਦਾ ਵੀ ਘਾਣ ਹੈ। ਦੇਸ਼ ਦਾ ਸਿਸਟਮ, ਦੇਸ਼ ਦੀਆਂ ਏਜੰਸੀਜ਼, ਦੇਸ਼ ਦੀਆਂ ਸਿਕਿਉਰਿਟੀ ਏਜੰਸੀਜ਼ ਇੰਨੀਆਂ ਜ਼ਿਆਦਾ ਕਮਜ਼ੋਰ ਨੇ ਕਿ ਜੇ ਤੁਸੀਂ ਉਹਨਾਂ ਨੂੰ ਰਿਹਾ ਕਰ ਦਿਓਗੇ ਤੇ ਉਹ ਜੇ ਦੁਬਾਰਾ ਬਾਹਰ ਆ ਜਾਣਗੇ ਤੇ ਉਹ ਦੁਬਾਰਾ ਗਲਤ ਕੰਮ ਕਰਨਗੇ ਤੇ ਤੁਹਾਡੇ ਕੋਲ ਉਹ ਫੜੇ ਨਹੀਂ ਜਾਣਗੇ। ਮੈਂ ਇੱਕ ਦਿਨ ਸਟੇਟਮੈਂਟ ਪੜ੍ਹੀ ਅਮਿਤ ਸ਼ਾਹ ਉਹਨਾਂ ਦੀ, ਫਰੰਟ ਪੇਜ ਤੇ ਸਾਰੀਆਂ ਅਖਬਾਰਾਂ 'ਚ ਲੱਗੀ ਸੀਗੀ ਕਿ ਰਾਮ ਮੰਦਿਰ ਜਨਵਰੀ 2024 ਦੇ ਵਿੱਚ ਤਿਆਰ ਹੋ ਜਾਊਗਾ ਜੀ। ਤੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਕਿ ਯਾਰ 2023 'ਚ ਕਿਉਂ ਨਹੀਂ? ਤੁਹਾਨੂੰ ਕੀ ਲੱਗਦਾ ਸਰਕਾਰ ਦਾ ਹੁਣ ਤੱਕ ਦਾ ਕਾਰਜਕਾਲ ਕਿਹੋ ਜਿਹਾ? ਦੇਖੋ ਟਾਣਾ ਸਾਹਿਬ, ਨੀਤੀ ਉਹਨਾਂ ਕੋਲ ਕੋਈ ਹੋਵੇ ਨਾ ਹੋਵੇ, ਪਰ ਮੈਨੂੰ ਫਿਲਹਾਲ ਤੱਕ ਕੋਈ ਨੀਅਤ ਦੇ ਉੱਤੇ ਸ਼ੰਕਾ ਜਿਹੜੀ ਨਜ਼ਰ ਨਹੀਂ ਆਉਂਦੀ ਕਿ ਮੈਂ ਇਹਨਾਂ ਨੂੰ ਬੋਲਣਾ ਸ਼ੁਰੂ ਕਰਦਾ, ਮੈਂ ਇਹਨਾਂ ਨੂੰ ਭੰਡਣਾ ਸ਼ੁਰੂ ਕਰਦਾ। ਤੇ ਕਰਿਆਨੇ ਵਾਲੀਆਂ ਦੁਕਾਨਾਂ ਦੇ ਉੱਤੇ ਨਸ਼ਾ ਵਿਕ ਰਿਹਾ। ਮੈਂ ਤੁਹਾਨੂੰ ਪੁੱਛਦਾ, ਸ਼ਹਿਰ 'ਚ ਹੀ ਤੁਸੀਂ ਰਹਿੰਦੇ ਹੋ, 15-20 ਦੁਕਾਨਾਂ ਤੁਹਾਡੇ ਦਫ਼ਤਰ ਤੱਕ ਆਉਂਦੀਆਂ ਕਰਿਆਨੇ ਦੀਆਂ ਹੋਣਗੀਆਂ। ਕਿੰਨੀਆਂ ਕੁ ਦੁਕਾਨਾਂ ਤੇ ਨਸ਼ਾ ਵਿਕ ਰਿਹਾ? ਬਿਲਕੁਲ। ਮਤਲਬ ਇੰਨਾ ਜ਼ਿਆਦਾ ਨਹੀਂ। ਮੈਂ ਤੁਹਾਨੂੰ ਇੰਨੇ ਅਸੀਂ ਬੁਰੇ ਲੱਗਣ ਲੱਗ ਪਏ ਯਾਰ ਪੰਜਾਬੀ ਸਾਡਾ, ਤੇ ਮਤਲਬ ਸਾਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੌਰ ਦੇ ਉੱਤੇ ਇਹ ਬਦਨਾਮ ਕੀਤਾ ਜਾ ਰਿਹਾ। ਮੈਂ ਗਵਰਨਰ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਥੋੜ੍ਹੀ ਜਿਹੀ ਕਿਹੜ ਛੱਡ ਕੇ ਨਾ, ਮਤਲਬ ਥੋੜ੍ਹਾ ਜਿਹਾ ਪਿਆਰ ਪੰਜਾਬੀਆਂ ਦੇ ਪ੍ਰਤੀ ਵਧਾਓ। ਇਹਨੂੰ ਇਕੱਲਾ ਬਦਨਾਮ ਕਰਨ ਨਾਲ ਨਾ ਜਾਓ, ਫਿਰ ਇਹਦੇ ਹੱਲ ਵੀ ਦੱਸ ਕੇ ਜਾਓ ਵੀ ਹੈ ਕੀ ਨੇ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਪੰਜਾਬੀ ਹੀ ਘੱਟ ਗਿਣਤੀ ਹੋ ਜਾਣਗੇ। ਬਿਲਕੁਲ ਸਹੀ ਗੱਲ ਹੈ। ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਹੀ ਨਹੀਂ ਕਰ ਰਹੇ ਤੇ ਫਿਰ ਲੜ ਲਿਓ ਜਿਹਦੇ ਨਾਲ ਲੜਨਾ, ਜਦੋਂ ਉਹੀ ਲੋਕ ਤੁਹਾਡੇ ਸਿਰਾਂ ਦੇ ਉੱਤੇ ਬਹਿ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਪ੍ਰਾਈਮ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਗਾਹੇ ਬਗਾਹੇ ਪੰਜਾਬ ਦੇ ਚਲੰਤ ਮਾਮਲਿਆਂ ਦੇ ਉੱਤੇ ਜਾਂ ਜਿਹੜੇ ਵੀ ਹੋਰ ਵਿਸ਼ੇ ਹੁੰਦੇ ਦੇਸ਼ ਦੁਨੀਆ ਨਾਲ ਮੁਤੱਲਕ, ਉਹਦੇ ਉੱਤੇ ਚਰਚਾ ਕਰਦੇ ਆ। ਜਦੋਂ ਵੀ ਸਾਡੇ ਇਸ ਸਟੂਡੀਓ ਦੇ ਵਿੱਚ ਮਨਦੀਪ ਸਿੰਘ ਮੰਨਾ, ਜਿਹੜੇ ਕਿ ਬੇਬਾਕ ਬੁਲਾਰੇ ਨੇ, ਆਉਂਦੇ ਨੇ ਤਾਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਵੀ ਸਾਂਝੀਆਂ ਕਰਦੇ, ਸਾਂਝ ਪਾਉਂਦੇ ਆ, ਜਿਹੜੀਆਂ ਕਿ ਸਾਡੇ ਚੇਤੇ ਦੇ ਵਿੱਚ ਉਦੋਂ ਗੂੰਜ ਨਹੀਂ ਰਹੀਆਂ ਹੁੰਦੀਆਂ ਪਰ ਬਾਅਦ ਦੇ ਵਿੱਚ ਗੂੰਜਦੀਆਂ। ਅੱਜ ਫਿਰ ਇਸ ਸਟੂਡੀਓ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਸਿੰਘ ਮੰਨਾ ਹੋਰੀ ਪਹੁੰਚੇ ਨੇ। ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਦੇ ਬਾਰੇ ਗੱਲਾਂ ਕਰਾਂਗੇ, ਪੰਜਾਬ ਦੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਦੀ ਗੱਲ ਕਰਾਂਗੇ। ਜੋ ਇਸ ਵੇਲੇ ਬਹਿਬਲ ਕਲਾਂ ਇਨਸਾਫ ਮੋਰਚਾ ਲੱਗਾ ਹੋਇਆ, ਉਹਦੇ ਮੁਤਲਕ ਕੀ ਇਹਨਾਂ ਦੀ ਰਾਏ ਆ। ਜੋ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਮੋਰਚਾ ਲੱਗਾ, ਉਹਦੇ ਬਾਬਤ ਕੀ ਰਾਏ ਆ। ਇਹਨਾਂ ਨੇ ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੋਰਚੇ ਦੇ ਵਿੱਚ ਜਾਣਾ ਸੀ, ਇਹਨਾਂ ਨੇ ਹਾਜ਼ਰੀ ਲਵਾਉਣੀ ਸੀ, ਪਰ ਉਹ ਕਿਹੜੇ ਕਾਰਨ ਜਿਹਦੇ ਕਰਕੇ ਹਾਜ਼ਰੀ ਨਹੀਂ ਲਵਾਈ। ਜੋ ਕੁਝ ਉੱਥੇ ਚੱਲ ਰਿਹਾ ਉਹ ਕਿੰਨਾ ਕੁ ਵਾਜਬ ਆ, ਕਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ, ਤੇ ਪੰਜਾਬ ਦੇ ਰਾਜਨੀਤਿਕ ਵਰਤਾਰੇ ਦੇ ਵਿੱਚ ਅੱਜ ਕੱਲ੍ਹ ਕੀ ਤੈਰਦਾ ਫਿਰਦਾ। ਇਹਨਾਂ ਸਾਰੀਆਂ ਗੱਲਾਂ ਦੇ ਬਾਬਤ ਚਰਚਾ ਕਰਾਂਗੇ। ਮੰਨਾ ਬਾਈ ਜੀ, ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਟਹਿਣਾ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਤੇ ਪ੍ਰਾਈਮ ਏਸ਼ੀਆ ਚੈਨਲ ਦਾ ਜਿਹੜੇ ਹੈ ਬਗਾਏ ਮੈਨੂੰ ਕਿਤੇ ਮੌਕਾ ਦਿੰਦੇ ਰਹਿੰਦੇ ਨੇ ਲੋਕਾਂ 'ਚ ਆਪਣੀ ਗੱਲ ਰੱਖਣ ਦਾ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। ਚੜ੍ਹਦੀ ਕਲਾ ਦੇ ਵਿੱਚੋਂ ਜ਼ਿੰਦਾਬਾਦ। ਬਿਲਕੁਲ ਚੜ੍ਹਦੀ ਕਲਾ ਦੇ ਵਿੱਚ। ਤੁਹਾਡੀਆਂ ਭਵਿੱਖਬਾਣੀਆਂ ਬੜੀਆਂ ਸਹੀ ਸਾਬਤ ਹੁੰਦੀਆਂ। ਮੈਨੂੰ ਕਦੇ ਐਂ ਲੱਗਦਾ ਵੀ ਕਿਤੇ ਮਨਦੀਪ ਸਿੰਘ ਮੰਨਾ ਫੱਟਾ ਨਾ ਲਾ ਲੈਣ ਵੀ ਆਹ ਲਓ ਹੁਣ ਆਹ ਹੋ ਜਾਣਾ ਹੈ। ਤੇ ਉਹ ਤਾਂ ਇੱਕ ਧਿਰੇਂਦਰ ਸ਼ਾਸਤਰੀ ਵਾਲੀ ਗੱਲ ਤਾਂ ਨਹੀਂ ਆਪਾਂ ਕਰ ਦੇਗੇ, ਪਰ ਗੱਲ ਹੈ ਵੀ ਤੁਹਾਡੀਆਂ ਗੱਲਾਂ ਵੀ ਨਵਜੋਤ ਸਿੰਘ ਸਿੱਧੂ ਦੇ ਬਾਰੇ, ਆਮ ਆਦਮੀ ਪਾਰਟੀ ਦੇ ਬਾਰੇ, ਇਹਦੇ ਨਾਲ ਆਹ ਹੋ ਜਾਣਾ ਇਹਦੇ ਬਾਰੇ, ਉਹਦੇ ਨਾਲ ਉਹ ਹੋ ਜਾਣਾ ਉਹਦੇ ਬਾਰੇ, ਇਹ ਕਿਵੇਂ ਫੁਰਦੇ ਬਾਈ ਜੀ? ਦੇਖੋ ਟਹਿਣਾ ਸਾਹਿਬ, ਮੈਂ 97 ਦਾ ਜਿਹੜਾ ਉਹ ਪੋਲਿਟਿਕਸ ਦੇ ਵਿੱਚ ਆ, ਤੇ ਉਹ ਬਹੁਤ ਸਾਰੇ ਲੋਕਾਂ ਨਾਲ ਕੰਮ ਕੀਤਾ ਔਰ ਇਸ ਪੰਜਾਬ ਨੂੰ ਵਾਚਿਆ, ਪੰਜਾਬੀਅਤ ਨੂੰ ਵਾਚਿਆ, ਔਰ ਇਹਨਾਂ ਲੋਕਾਂ ਦੀ ਜਿਹੜੇ
ਪੋਲੀਟੀਸ਼ੀਅਨ ਨੇ ਜਿਹੜੇ ਹੁਣ ਤੋਂ ਉਦੋਂ ਤੋਂ ਲੈ ਕੇ ਸਾਨੂੰ ਮਤਲਬ ਪਾਗਲ ਬਣਾਉਂਦੇ ਨੇ, ਸ਼ਦਾਈ ਬਣਾਉਂਦੇ ਨੇ, ਇਹਨਾਂ ਦੀ ਮਨੋਦਸ਼ਾ ਮੈਨੂੰ ਪਤਾ ਇੰਨੀ ਸਾਂਝ ਵੀ ਰਹੀ ਵੀ ਇਹਨਾਂ ਦੇ ਮਨ 'ਚ ਕੀ ਹੈ ਔਰ ਦੱਸਦੇ ਕੀ ਨੇ, ਥੋੜ੍ਹਾ ਬਹੁਤਾ ਪਤਾ ਹੀ ਹੁੰਦਾ ਵੀ ਇਹਨਾਂ ਦੀ ਸੋਚ ਕੀ, ਇਸ ਬਿਆਨ ਦੇ ਪਿੱਛੇ ਇਹਨਾਂ ਦਾ ਕੀ ਤੱਥ ਹੈ ਅਤੇ ਕੀ ਇਹਨਾਂ ਦੀ ਨਿੱਜੀ ਮਨਸ਼ਾ। ਸੋ ਇਸ ਕਰਕੇ ਪਤਾ ਲੱਗ ਜਾਂਦਾ। ਅਤੇ ਮੈਂ ਅੱਗੇ ਵੀ ਜਿਹੜੀਆਂ ਗੱਲਾਂ ਕਹੀਆਂ ਉਹ ਮਤਲਬ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਮੈਂ ਤਾਂ ਪਿੱਛੇ ਜੇ ਵੀ ਕਿਹਾ ਸੀ, ਉਹ ਕੈਪਟਨ ਸਾਹਿਬ ਦਾ ਇੱਕ ਲੋਗੋ ਚੱਲ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਗਵਰਨਰ ਲੱਗਣਗੇ, ਅਤੇ ਮੈਂ ਇਸ ਤੋਂ ਪਹਿਲਾਂ ਤੁਹਾਡੇ ਹੀ ਇੱਥੇ ਬੋਲ ਕੇ ਗਿਆ ਸੀਗਾ 6-8 ਮਹੀਨੇ ਪਹਿਲਾਂ ਵੀ ਕੈਪਟਨ ਸਾਹਿਬ ਜਦੋਂ ਕਹਿੰਦੇ ਮੈਂ ਪੰਜਾਬ ਨੂੰ ਡੁੱਬਦਾ ਨਹੀਂ ਵੇਖ ਸਕਦਾ, ਮੈਂ ਪੰਜਾਬ ਦੇ ਵਿੱਚ ਆਹ ਹਾਲਾਤ ਨਹੀਂ ਵੇਖ ਸਕਦਾ, ਅਤੇ ਮੈਂ ਉਦੋਂ ਵੀ ਕਿਹਾ ਸੀਗਾ ਕਿ ਕੈਪਟਨ ਸਾਹਿਬ ਜੋ ਤੁਹਾਡੇ ਨਾਲ ਕਾਂਗਰਸ ਨੇ ਕੀਤੀ ਹੈ, ਤੁਹਾਡਾ ਟੀਚਾ ਤੇ ਕਾਂਗਰਸ ਤਬਾਹ ਕਰਨੀ, ਇਸ ਤੋਂ ਬਾਅਦ ਤੁਸੀਂ ਕੇਂਦਰ ਦੇ ਹੱਥਾਂ 'ਚ ਖੇਡ ਕੇ ਕਿਸੇ ਠੰਡੀ ਥਾਂ ਦੇ ਉੱਤੇ ਗਵਰਨਰ ਲੱਗੋਗੇ। ਉਹ ਠੰਡੀ ਨਹੀਂ ਲੱਗ ਜਾਣਗੇ ਅਤੇ ਉਹ ਫਿਲਮ ਸਿਟੀ ਦੇ ਵਿੱਚ ਜਾ ਕੇ ਲੱਗ ਜਾਣਗੇ। ਮਤਲਬ ਇਹੋ ਜਿਹਾ ਕੋਈ ਸੁੱਖ ਉਹ ਜ਼ਰੂਰ ਮੰਨਣਗੇ ਆਪਣੀ ਜ਼ਿੰਦਗੀ ਦਾ, ਜਿਹੜਾ ਉਹਨਾਂ ਦਾ ਪਰਮਾਤਮਾ ਉਮਰ ਲੰਬੀ ਕਰੇ। ਮੈਂ ਨਹੀਂ ਕਹਿੰਦਾ ਕਿਸੇ ਦੇ ਅਖੀਰਲੇ ਸਮੇਂ ਦੇ ਵਿੱਚ ਵੀ ਹੁਣ ਜਿਹੜਾ ਤੁਸੀਂ ਉਹ ਆਪਣੀ ਰਿਟਾਇਰਮੈਂਟ ਹੈ ਉਹ ਇਸ ਤਰੀਕੇ ਤੁਸੀਂ ਮਾਣੋਗੇ। ਸੋ ਇਹਨਾਂ ਲੋਕਾਂ ਨੇ ਜਿੰਨਾ ਕੁ ਧੋਖਾ ਦਿੱਤਾ, ਸੋ ਇੱਥੋਂ ਮਾੜਾ ਮੋਟਾ ਪਤਾ ਲੱਗਦਾ ਰਹਿੰਦਾ ਵੀ ਇਹ ਕੀ ਕਹਿਣਾ ਕੀ ਚਾਹੁੰਦੇ ਨੇ ਅਤੇ ਇਹਨਾਂ ਦੇ ਮਨ ਦੇ ਵਿੱਚ ਕੀ ਹੈ। ਬਾਈ ਜੀ, ਮੈਂ ਨਾ ਜਿੱਥੇ ਵੀ 4 ਬੰਦੇ ਬੈਠਦੇ ਆ, ਮੇਰੀ ਇੱਕ ਆਦਤ ਆ ਕਿ ਉਹਨਾਂ ਨੂੰ ਪੁੱਛਦਾ ਕੁਰੇਦਾਂ, ਬਾਈ ਜੀ ਤੁਹਾਨੂੰ ਸਰਕਾਰ ਕਿਵੇਂ ਲੱਗਦੀ ਆ, ਪਿਛਲੀਆਂ ਸਰਕਾਰਾਂ ਦੇ ਮੁਕਾਬਲਤਨ ਕਿਵੇਂ ਲੱਗਦੀ ਆ, ਕੀ ਤੁਸੀਂ ਸੰਤੁਸ਼ਟ ਹੋ, ਤਲੀ ਤੇ ਸਰੋਂ ਜੰਮੀ ਆ, ਮੰਨਦੇ ਹੋ ਵੀ ਭਾਈ ਠੀਕ ਕੰਮਕਾਜ ਹੋ ਰਿਹਾ, ਜਾਂ ਐਂ ਕਹਿੰਦੇ ਵੀ ਭਾਈ ਯਾਰ ਹਾਲੇ ਚਿੱਤ ਨਹੀਂ ਕਰਦਾ ਮਾੜਾ ਵੀ ਕਹਿਣ ਨੂੰ, ਚਿੱਤ ਨਹੀਂ ਕਰਦਾ ਚੰਗਾ ਕਹਿਣ ਨੂੰ। ਤੁਹਾਡੇ ਵਲਵਲੇ ਕੀ ਆ? ਤੁਹਾਨੂੰ ਕੀ ਲੱਗਦਾ ਸਰਕਾਰ ਦਾ ਹੁਣ ਤੱਕ ਦਾ ਕਾਰਜਕਾਲ ਕਿਹੋ ਜਿਹਾ? ਦੇਖੋ ਟੈਣਾ ਸਾਹਿਬ, ਨੀਤੀ ਉਹਨਾਂ ਕੋਲ ਕੋਈ ਹੋਵੇ ਨਾ ਹੋਵੇ, ਪਰ ਮੈਨੂੰ ਫਿਲਹਾਲ ਤੱਕ ਕੋਈ ਨੀਅਤ ਦੇ ਉੱਤੇ ਸ਼ੰਕਾ ਜਿਹੜੀ ਨਜ਼ਰ ਨਹੀਂ ਆਉਂਦੀ ਕਿ ਮੈਂ ਇਹਨਾਂ ਨੂੰ ਬੋਲਣਾ ਸ਼ੁਰੂ ਕਰਦਾ, ਮੈਂ ਇਹਨਾਂ ਨੂੰ ਭੰਡਣਾ ਸ਼ੁਰੂ ਕਰਦਾ। 3-4 ਫੈਸਲੇ ਜਿਹੜੇ ਉਹਨਾਂ ਦੇ ਮੇਰੇ ਮਨ ਨੂੰ ਜੱਚਦੇ ਨੇ, ਉਹਦੇ ਰਿਜ਼ਲਟ ਕੀ ਆਉਣੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ। ਚਾਹੇ ਜੋ ਕੱਲ੍ਹ ਪਰਸੋਂ ਰੇਤਾ ਦੇ ਉੱਤੇ ਉਹਨਾਂ ਕੀਤਾ, ਚਾਹੇ ਉਹ ਮਹੱਲਾ ਕਲੀਨਿਕ ਖੋਲ੍ਹੇ ਉਹਦੇ ਵਿੱਚ, ਚਾਹੇ ਉਹਦੇ ਵਿੱਚ ਜਿਹੜਾ PCS ਅਫਸਰਾਂ ਦੇ ਉੱਤੇ ਦਬਾਅ ਬਣਾਇਆ, ਕਰਪਸ਼ਨ ਦੇ ਅੱਗੇ ਝੁਕੀ ਨਹੀਂ ਸਰਕਾਰ। ਇਹੋ ਦੇ 3-4 ਫੈਸਲੇ ਜਿਹੜੇ ਮੇਰੇ ਮਨ ਨੂੰ ਚੰਗੇ ਵੀ ਲੱਗਦੇ ਨੇ। ਹਾਂ, ਪੰਜਾਬ ਨਾਲ ਧੋਖੇ ਵਾਲੇ ਫੈਸਲੇ ਵੀ ਕੀਤੇ ਗਏ, ਜਿਸ 'ਚ ਰਾਜ ਸਭਾ ਮੈਂਬਰ ਚੁਣੇ ਗਏ, ਨੌਲੇਜ ਸ਼ੇਅਰ ਸਮਝੌਤੇ ਦੇ ਤੌਰ 'ਤੇ ਪੰਜਾਬ ਨੂੰ ਗਿਰਵੀ ਰੱਖਿਆ, ਉਹ ਮਾੜੀਆਂ ਚੀਜ਼ਾਂ ਵੀ ਲੱਗਦੀਆਂ ਨੇ। ਪਰ ਜੋ ਸਰਕਾਰ ਦੇ ਕੰਮ ਕਰਨ ਦਾ ਤਰੀਕਾ, ਕੋਈ ਵੱਡੀ ਕਰਪਸ਼ਨ ਜਿਹੜੀ ਤੁਸੀਂ ਕਹਿ ਲਓ, ਹਾਂ ਪੈਸਾ ਬਹੁਤ ਦਿੱਲੀ ਦੇ ਵਿੱਚ ਮਤਲਬ ਜਾਂ ਬਾਹਰਲੀਆਂ ਸਟੇਟਾਂ 'ਚ ਬਰਬਾਦ ਕੀਤਾ ਜਾ ਰਿਹਾ। ਮੈਂ ਇੱਕ ਗੱਲ ਹਮੇਸ਼ਾ ਹੀ ਕਹਿੰਦਾ ਕਿ ਇਹ ਜਿੰਨੇ ਮਰਜ਼ੀ ਮਾੜੇ ਹੋ ਜਾਣ, ਉਹਨਾਂ ਦੋਵਾਂ ਜਿੰਨੇ ਮਾੜੇ ਨਹੀਂ ਹੋ ਸਕਦੇ। ਉਹਦਾ ਕਾਰਨ ਕੀ ਹੈ ਕਿ ਜੇ ਉਹਨਾਂ ਕੋਲ ਤਜਰਬਾ ਕੰਮ ਕਰਨ ਦਾ ਬੜਾ ਸੀ ਨਾ, ਪਰ ਉਹਦੇ ਨਾਲ ਉਹਨਾਂ ਕੋਲ ਖਾਣ ਦਾ ਤਜਰਬਾ ਵੀ ਬੜਾ ਸੀ ਔਰ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਜਰਬਾ ਵੀ ਬੜਾ ਸੀਗਾ। ਸੋ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਕਿ ਇਹ ਚੰਗੀ ਨੀਤੀ ਦੇ ਨਾਲ ਚੱਲਣ ਤੇ ਲੋਕ ਇਹਨਾਂ ਨੂੰ ਗਲ ਨਾਲ ਵੀ ਲਾਉਣਗੇ। ਰਿਜ਼ਲਟ ਇਹਦੇ ਕੀ ਆਉਣੇ ਆ? ਮਹੱਲਾ ਕਲੀਨਿਕ ਖੋਲ੍ਹੇ, ਮੈਂ ਤੁਹਾਨੂੰ ਛੋਟੀ ਜਿਹੀ ਮਤਲਬ ਗੱਲ ਸੁਣਾਉਣਾ, ਗੱਲਾਂ ਇਸ ਤਰ੍ਹਾਂ ਹੀ ਨਿਕਲਦੀਆਂ ਨੇ। ਮੈਂ ਦਿੱਲੀ ਸੀਗਾ, ਮੈਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ ਕਿ ਮੇਰੀ ਡਿਊਟੀ ਲਾਤੀ ਹੈ ਜੀ ਮਹੱਲਾ ਕਲੀਨਿਕ ਦੇ ਵਿੱਚ। ਮੈਂ ਕਿਹਾ ਯਾਰ ਤੁਸੀਂ ਤੇ ਪ੍ਰਾਈਵੇਟ ਡਾਕਟਰ ਹੋ, ਤੁਹਾਡੀ ਡਿਊਟੀ ਕਿੱਦਾਂ ਲੱਗ ਸਕਦੀ ਹੈ ਮਹੱਲਾ ਕਲੀਨਿਕ ਦੇ ਵਿੱਚ? ਤੇ ਆਪਾਂ ਤਾਂ ਕੱਢ ਦਾਂਗੇ ਸਰਕਾਰ ਦੇ ਵੱਟ ਵੀ ਪ੍ਰਾਈਵੇਟ ਬੰਦਿਆਂ ਨੂੰ ਫੜ ਤੁਸੀਂ ਸਰਕਾਰੀ ਨੌਕਰੀ ਥੋੜ੍ਹੀ ਕਰਾਓਗੇ, ਜਾਂ ਇਹਦੇ ਲਈ ਕੋਈ ਨੋਟੀਫਿਕੇਸ਼ਨ ਜਾਰੀ ਕਰੋ। ਉਹ 5-7 ਮੈਨੂੰ ਗੱਲਾਂ ਦੇ ਵਿੱਚ ਉਲਝਾ ਕੇ ਨਾ ਮੈਨੂੰ ਕਹਿੰਦਾ ਨਹੀਂ ਮੈਂ ਜੀ ਸਰਕਾਰੀ ਨੌਕਰੀ ਵੀ ਕਰਦਾ। ਮੈਂ ਕਿਹਾ ਯਾਰ ਮੈਨੂੰ ਤਾਂ 15 ਸਾਲਾਂ 'ਚ ਨਹੀਂ ਪਤਾ ਲੱਗਾ। ਸੋ ਉਹਨਾਂ ਖੁੱਡਾਂ ਦੇ ਵਿੱਚੋਂ ਵੀ ਜਿਹੜੇ ਡਾਕਟਰ ਕੱਢਣ ਦੀ ਕੋਸ਼ਿਸ਼ ਕੀਤੀ। ਸੋ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਮਤਲਬ ਕਹਾਵਤ ਹੀ ਸੁਣਾਵਾਂ ਹਾਸੇ ਵਾਲੀ ਵੀ, ਇਹਨਾਂ ਦੇ ਕੰਮ ਕਰਨ ਦਾ ਤਰੀਕਾ ਕੀ। ਇੱਕ ਵਾਰੀ ਗਾਲੜ ਤੇ ਚੂਹੇ ਦੀ ਯਾਰੀ ਸੀਗੀ, ਸ਼ਾਇਦ ਮੈਂ ਪਹਿਲਾਂ ਵੀ ਸੁਣਾਈ ਆ। ਚੂਹਾ ਗਾਲੜ ਨੂੰ ਕਹਿੰਦਾ ਵੀ ਆ ਤੇਰੀ ਰੋਟੀ ਕਰਨੀ ਆ ਮੈਂ। ਸਹੀ। ਤੇ ਚੂਹਾ ਰਹਿੰਦਾ ਹੁੰਦਾ ਕਰਿਆਨੇ ਵਾਲੀ ਦੁਕਾਨ 'ਚ, ਵੱਡਾ ਮਾਲ ਜਿਸ ਤਰ੍ਹਾਂ ਇਹ ਖਾਂਦੇ ਰਹੇ ਪਹਿਲੇ ਵੀ। ਉਹ ਜਦੋਂ ਗਾਲੜ ਉਹਦੇ ਕੋਲ ਜਾਂਦਾ ਤੇ ਕਿਤੇ ਉਹਨੂੰ ਖਵਾਉਂਦਾ ਉਹ ਨੇਜਾ, ਕਿਤੇ ਉਹਨੂੰ ਖਵਾਉਂਦਾ ਕਿਸ਼ਮਿਸ਼, ਕਿਤੇ ਬਦਾਮ, ਤੇ 3-4 ਘੰਟਿਆਂ 'ਚ ਗਾਲੜ ਉਹ ਪੱਟ ਨਰਗਾ ਕਰ ਦਿੰਦਾ ਵੀ ਗਾਲੜਾਂ ਦਾ ਮੇਰੇ ਹੱਥ ਜੁੜ ਗਏ, ਮੈਂ ਹੋਰ ਨਹੀਂ ਖਾ ਸਕਦਾ ਭਰਾਵਾ, ਮੈਨੂੰ ਜਾਣ ਤੇ। ਉਹ ਚਲੇ ਜਾਂਦਾ ਜੀ। 5-7-15 ਦਿਨ ਬੀਤਦੇ ਤੇ ਉਹ ਚੂਹਾ ਆਂਦਾ ਯਾਰ ਇਹ ਬੜਾ ਬੇਸ਼ਰਮ ਆਦਮੀ, ਮੈਂ ਤੈਨੂੰ ਘਰ ਸੱਦ ਕੇ ਰੋਟੀ ਖਵਾਈ ਤੇ ਗਵਾਸ ਤੇ ਕਰਦਾ ਹੀ ਆ ਨਾ ਵੀ ਮੈਨੂੰ ਵੀ ਤੁਸੀਂ ਸੱਦੋ। ਉਹ 15-20 ਦਿਨ ਬੇਸ਼ਰਮ ਮਤਲਬ ਹੋਇਆ ਵੀ ਉਹ ਆਪ ਹੀ ਕਹਿ ਦਿੰਦਾ ਵੀ ਮੈਂ ਵੀ ਆਉਣਾ ਤੇਰੇ ਵੱਲ। ਉਹ ਕਹਿੰਦਾ ਆ ਫਿਰ ਤੇਰੀ ਪੂਰੀ ਸੇਵਾ ਕਰਾਂਗੇ। ਚੂਹਾ ਉੱਥੇ ਪਹੁੰਚ ਜਾਂਦਾ ਸਵੇਰੇ 9 ਵਜੇ। ਉਹ 9 ਵਜੇ ਤੋਂ ਲੈ ਕੇ ਤੇ ਗਾਲੜ ਕਦੀ ਇੱਧਰ ਨੂੰ, ਕਦੀ ਸਫੈਦੇ ਤੇ, ਕਦੀ ਕਿੱਕਰ ਤੇ, ਕਦੀ ਕਿਤੇ। ਉਹ ਜਦੋਂ 4 ਕੁ ਵੱਜ ਜਾਂਦੇ ਆ ਤੇ ਉਹਨੂੰ ਖਵਾਉਂਦਾ। ਗਾਲੜ ਨੂੰ ਉੱਥੇ ਖਵਾਉਣਾ ਕੀ ਹੁਣ ਸਫੈਦਿਆਂ ਤੋਂ, ਉਹਨੂੰ ਮਤਲਬ ਕਿੱਕਰਾਂ ਦੇ ਉੱਤੋਂ। ਜਦੋਂ 4 ਕੁ ਵੱਜ ਜਾਂਦੇ ਤੇ ਚੂਹੇ ਦੀ ਜਾਨ ਨਿਕਲ ਜਾਂਦੀ ਵੀ ਮੈਂ ਮਰ ਜਾਣਾ, ਭੁੱਖ ਨਾ। ਆਂਦਾ ਯਾਰ ਕੋਈ ਖਵਾਏਗਾ ਵੀ ਕਿ ਇਸ ਤਰ੍ਹਾਂ ਹੀ ਬਸ। ਉਹ ਆਂਦਾ ਖਾਣ ਖੂਨ ਨੂੰ ਗੋਲੀ ਮਾਰ, ਤੂੰ ਯਾਰਾਂ ਦੀਆਂ ਫੁਰਤੀਆਂ ਵੇਖ। ਸੋ ਇਹਨਾਂ ਦੇ ਰਿਜ਼ਲਟ ਕੀ ਆਉਣੇ ਟਾਈਮ ਦੱਸੋ। ਫਿਲਹਾਲ ਇਹਨਾਂ ਦੀਆਂ ਤੁਸੀਂ ਫੁਰਤੀਆਂ ਵੇਖੋ। ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਤੇ ਬਹੁਤ ਵੱਡਾ ਧੱਕਾ ਹੋ ਰਿਹਾ, ਜਿਹਨੂੰ ਅਸੀਂ ਪੰਜਾਬੀ ਸਮਝ ਹੀ ਨਹੀਂ ਪਾ ਰਹੇ। ਸਾਡੇ ਪੰਜਾਬ ਦਾ ਕੁਝ ਵੀ ਮਤਲਬ ਬਿਲਕੁਲ ਰਹਿੰਦਾ ਖੁੰਦਾ ਵੀ ਜਿਹੜਾ ਉਹ ਤਬਾਹ ਕੀਤਾ ਗਿਆ, ਜਿਹਦੇ ਉੱਤੇ ਲੋਕਾਂ ਦੀ ਨਜ਼ਰ ਹੀ ਨਹੀਂ ਹੈਗੀ। ਲੋਕ ਉਹਦੇ ਉੱਤੇ ਨਜ਼ਰਸਾਨੀ ਕਰਨਾ ਹੀ ਨਹੀਂ ਚਾਹੁੰਦੇ। ਸਾਨੂੰ ਉਲਝਾ ਕਿੱਥੇ ਦਿੱਤਾ ਗਿਆ ਟਣਾ ਸਾਹਿਬ? ਮੰਦਰਾਂ 'ਚ, ਗੁਰਦੁਆਰਿਆਂ 'ਚ, ਧਰਮ ਦੀ ਰਾਜਨੀਤੀ ਦੇ ਵਿੱਚ। ਮੈਂ ਪਰਸੋਂ ਇੱਕ ਦਿਨ ਇੱਕ ਪੋਸਟਰ ਦੇਖਦਾ ਸੀਗਾ, ਮੈਂ ਬਣਾਇਆ ਸੀਗਾ। ਉਹਦੇ ਵਿੱਚ ਮੈਂ ਇੱਕ ਦਿਨ ਸਟੇਟਮੈਂਟ ਪੜ੍ਹੀ ਅਮਿਤ ਸ਼ਾਹ ਹੋਣਾ ਦੀ, ਫਰੰਟ ਪੇਜ 'ਤੇ ਸਾਰੀਆਂ ਅਖਬਾਰਾਂ 'ਚ ਲੱਗੀ ਸੀਗੀ
ਕਿ ਰਾਮ ਮੰਦਿਰ ਜਨਵਰੀ 2024 ਦੇ ਵਿੱਚ ਤਿਆਰ ਹੋ ਜਾਊਗਾ ਜੀ। ਤੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਕਿ ਯਾਰ 2023 ਚ ਕਿਉਂ ਨਹੀਂ, 2025 ਚ ਕਿਉਂ ਨਹੀਂ? ਕਾਰਨ ਕੀ ਹੈ ਕਿ 2024 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਮਤਲਬ ਭਗਵਾਨ ਰਾਮ ਨੂੰ ਪਿਆਰ ਕਰਦੇ ਨੇ, ਬਹੁਤ ਗਿਣਤੀ ਦੁਨੀਆ ਦੇ ਵਿੱਚ ਮਤਲਬ ਦੇਸ਼ ਦੇ ਵਿੱਚ ਲੋਕ ਨੇ, ਉਹ ਵੋਟ ਜਿਹੜੀ ਇੱਕ ਪਾਸੜ ਜਿਹੜੀ ਪਾਊਗੀ। ਮਤਲਬ ਧਰਮ ਦੇ ਨਾਂ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਹਾਂ, ਆਪਣੇ ਧਰਮ ਦੇ ਪ੍ਰਤੀ ਤੁਸੀਂ ਨਿਸ਼ਠਾ ਰੱਖੋ, ਸਿੱਖ ਵੀ ਰੱਖਣ, ਹਿੰਦੂ ਵੀ ਰੱਖਣ, ਈਸਾਈ ਵੀ ਰੱਖਣ, ਮੁਸਲਮਾਨ ਵੀ ਰੱਖਣ, ਪਰ ਇਕੱਲਾ ਧਰਮ ਦੇ ਨਾਲ ਦੇਸ਼ ਨਹੀਂ ਚੱਲ ਸਕਦਾ। ਤੁਸੀਂ ਸਾਡੇ ਵੀ ਵੇਖੋ, ਪੰਜਾਬ ਦੇ ਇਸ਼ੂ ਚੁੱਕੇ ਜਾ ਰਹੇ ਨੇ ਯਾਰ, ਪੰਜਾਬ ਦੇ ਵਿੱਚ ਕੀ ਗੜਬੜੀਆਂ ਨੇ, ਬੱਚੇ ਤੁਹਾਡੇ ਬਾਹਰ ਜਾ ਰਹੇ ਨੇ, ਨਸ਼ਾ ਇੰਨਾ ਜ਼ਿਆਦਾ ਹੈ, ਮਤਲਬ ਬੱਚਿਆਂ ਕੋਲ ਪੜ੍ਹਾਈ ਨਹੀਂ, ਮੈਡੀਕਲ ਨਹੀਂ, ਮਤਲਬ ਹੌਲੀ ਹੌਲੀ ਜੇ ਐਫਰਟ ਕਰ ਵੀ ਰਹੇ ਨੇ, ਤੇ ਸਾਡੇ ਪੰਜਾਬ 'ਚ ਇਸ਼ੂ ਕੀ ਚੱਲਦੇ ਨੇ ਟੈਣਾ ਸਾਹਿਬ? ਇਹਦੀ ਜੇਬ 'ਚੋਂ ਤੰਬਾਕੂ ਨਿਕਲ ਆਇਆ, ਇਹਦੀ ਜੇਬ 'ਚੋਂ ਬੀੜੀ ਨਿਕਲ ਆਈ, ਇਹ ਹਰਿਮੰਦਰ ਸਾਹਿਬ ਦੇ ਲਾਗੇ ਫਿਰਦਾ ਸੀਗਾ। ਮਤਲਬ ਯਾਰ, ਜੇ ਤੁਹਾਡੇ ਕੋਲ ਪਬਲਿਕ ਤੁਹਾਡਾ ਸਾਥ ਦਿੰਦੀ ਹੈ, ਲੋਕ ਤੁਹਾਡੇ 'ਤੇ ਵਿਸ਼ਵਾਸ ਕਰਦੇ, ਤੇ ਪੰਜਾਬ ਦੇ ਬਹੁਤ ਸਾਰੇ ਇਸ਼ੂ ਨੇ ਜਿਹੜੇ ਚੁੱਕਣ ਵਾਲੇ, ਜਿਨ੍ਹਾਂ ਦੇ ਉੱਤੇ ਫੋਕਸ ਹੀ ਨਹੀਂ ਕੀਤਾ ਜਾ ਰਿਹਾ। ਪੰਜਾਬ ਨੂੰ ਬਰਬਾਦ ਤੇ ਜਿਹੜਾ ਬਦਨਾਮ ਕੀਤਾ ਜਾ ਰਿਹਾ, ਉਹਦੀਆਂ ਸਾਜ਼ਿਸ਼ਾਂ ਤੋਂ ਬਚਣ ਦੀ ਲੋੜ ਹੈ। ਮੈਂ ਫਿਰ ਕਹਿੰਦਾ ਕਿ ਧਰਮ ਦੇ ਨਾਲ ਇਕੱਲਾ ਦੇਸ਼ ਨਹੀਂ ਚੱਲ ਸਕਦਾ, ਚਾਹੇ ਉਹ ਸਿੱਖ ਧਰਮ ਹੋਵੇ, ਚਾਹੇ ਉਹ ਹਿੰਦੂ ਧਰਮ ਹੋਵੇ। ਫਿਰ ਜਦੋਂ PCS ਅਫਸਰਾਂ ਦੀ ਹੜਤਾਲ ਹੋਈ ਸੀ, ਮੈਂ ਤਾਂ ਇੱਕ ਦਿਨ ਉੱਥੇ ਜਾ ਕੇ ਬੋਲਿਆ ਸੀਗਾ ਕਿ ਯਾਰ, ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦਿਓ। ਇੱਥੇ ਹੀ ਪਬਲਿਕ ਬਹਾ ਦੇਣੀ ਹੈ, ਮਤਲਬ ਧਰਨੇ ਦੇ ਵਿੱਚ ਹੀ, ਕਿ ਇੱਥੇ ਧਰਨਾ ਦਿਓ ਜੇ ਉਹਨਾਂ ਹੜਤਾਲ ਕੀਤੀ ਹੈ ਵੀ ਯਾਰ 1.5 ਲੱਖ ਰੁਪਈਆ ਤਨਖਾਹ ਲੈਂਦੇ ਹੋ, ਤੰਗ ਲੜਾਈ ਤੁਹਾਡੀ ਸਰਕਾਰ ਨਾਲ ਹੈ, ਪਬਲਿਕ ਨੂੰ ਕੋਈ ਤੰਗ ਕਰਦੇ ਹੋ। ਤੇ ਜੇ ਧਰਮ ਦੇ ਨਾਲ ਦੇਸ਼ ਚੱਲਦਾ ਹੋਵੇ, ਤੇ ਮੈਂ ਤਾਂ ਕਹਿੰਦਾ ਕਿ ਸਰਕਾਰੀ ਦਫ਼ਤਰਾਂ 'ਚ ਜਾਓ, ਜੇ ਕੋਈ ਸਿੱਖ ਹੈ ਤੇ ਉਹ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰੇ, ਆਪੇ ਕੰਮ ਹੋ ਜਾਇਆ ਕਰੂਗਾ। ਜੇ ਕੋਈ ਮਤਲਬ ਲਾਲਾ ਜੀ ਨੇ ਉਹ ਰਮਾਇਣ ਪੜ੍ਹ ਲੈਣਾ। ਇੱਦਾਂ ਨਹੀਂ ਦੇਸ਼ ਚੱਲ ਸਕਦਾ। ਮਤਲਬ ਤੁਸੀਂ ਧਰਮ ਦੇ ਨਾਲ ਨਾਲ ਜੋ ਸੂਬੇ ਦੀਆਂ ਸਹੂਲਤਾਂ ਜੋ ਚਾਹੀਦੀਆਂ ਨੇ ਲੋਕਾਂ ਦੀਆਂ, ਉਹਦੇ ਉੱਤੇ ਵੀ ਫੋਕਸ ਕਰੋ। ਪਰ ਹਰ ਪਾਰਟੀ ਵੱਲੋਂ ਧਰਮ ਦੇ ਉੱਤੇ, ਨਾਂ ਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ, ਔਰ ਜਿਹੜੇ ਮੁੱਦੇ ਸਹੀ ਦੇ ਵਿੱਚ ਮਤਲਬ ਧਰਮ ਨਾਲ ਜੁੜੇ ਨੇ, ਉਹਨਾਂ ਨੂੰ ਕੋਈ ਚੁੱਕ ਨਹੀਂ ਰਿਹਾ। ਸੋ ਬਹੁਤ ਮੰਦੇ ਹਾਲਾਤ ਨੇ। ਕੇਂਦਰ ਦੀ ਕਹਿ ਲਓ ਜਾਂ ਤੁਸੀਂ ਪੰਜਾਬ ਦੀ ਕਹਿ ਲਓ, ਇੱਕ ਦੂਜੇ ਨਾਲ ਲੜਾਈ ਚੱਲਦੀ ਰਹਿੰਦੀ ਹੈ। ਔਰ ਕਿਤੇ ਨਾ ਕਿਤੇ ਮੈਂ ਫਿਰ ਕਹਿੰਦਾ ਕਿ ਮੋਦੀ ਸਾਹਿਬ ਦੇਸ਼ ਪ੍ਰਤੀ ਜੋ ਉਹਨਾਂ ਦੀ ਮਰਜ਼ੀ ਨੀਤੀ ਸਹੀ ਹੋਵੇ, ਪੰਜਾਬ ਦੇ ਪ੍ਰਤੀ ਉਹ ਮਨ 'ਚ ਕਿਤੇ ਨਾ ਕਿਤੇ ਗੁੱਸਾ ਰੱਖ ਕੇ ਬੈਠੇ ਆ। ਚਾਹੇ ਉਹ ਕਿਸਾਨ ਅੰਦੋਲਨ ਦਾ, ਜਦੋਂ ਉਹਨਾਂ ਦੇ ਗਲ 'ਚ ਆਪਾਂ ਪਹਾੜ ਹੂਰ ਵੀ ਪਾਉਂਦੇ ਰਹੇ, ਬੇਇੱਜ਼ਤ ਤੇ ਆਪਾਂ ਕੀਤਾ ਹੀ ਆ। ਚਲੋ ਲੋਕਾਂ ਨੂੰ ਲੋੜ ਸੀਗੀ, ਕਾਨੂੰਨ ਰੱਦ ਨਹੀਂ ਸੀ ਹੋ ਰਹੇ। ਉਸ ਤੋਂ ਬਾਅਦ ਜੋ ਰੈਲੀ ਦੇ ਵਿੱਚ ਹੋਇਆ, ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਕਿਹੜਾ ਗੁੱਸਾ ਹੈਗਾ, ਉਹ ਉੱਤੋਂ ਤੇ ਜਿਹੜਾ ਮਤਲਬ ਪਿਆਰ ਦਿਖਾਇਆ ਜਾ ਰਿਹਾ ਨਾ ਵੀ, ਮਤਲਬ ਤੇ ਵਿੱਚੋਂ ਜਿਹੜੀ ਉਹ ਸਮਝ ਨਹੀਂ ਆ ਰਹੀ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ, ਕਹਿਣਾ ਕੀ ਚਾਹੁੰਦੇ ਹੋ। ਉਹ ਕਹਿੰਦੇ ਆ ਨਾ ਵੀ ਉਹ ਚੁਪਕੇ ਸੇ ਗਲੇ ਲਗਾ ਕੇ ਕਾਨ ਮੇਂ ਇਤਨਾ ਕਹਿ ਗਏ ਕਿ ਇਹ ਰਸਮ ਹੈ, ਇਸੇ ਮੁਹੱਬਤ ਨਾ ਸਮਝ ਲੈਣਾ। ਉੱਤੋਂ ਪਿਆਰ ਸਾਨੂੰ ਬਹੁਤ ਮਤਲਬ ਦਿਖਾਇਆ ਜਾ ਰਿਹਾ, ਪਰ ਵਿੱਚੋਂ ਥੋੜੀ ਨੀਤੀ ਤੇ ਨੀਤ ਸਾਫ਼ ਕਰਨ ਦੀ ਲੋੜ ਹੈ। ਬਹੁਤ ਖੂਬ। ਮੰਨਾ ਬਾਈ ਜੀ, ਤੁਸੀਂ ਨਾ ਪਿਛਲੇ ਦਿਨੀ ਜਾਣਾ ਸੀਗਾ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਜੀ। ਬੰਦੀ ਸਿੰਘਾਂ ਦੀ ਛੇਤੀ ਰਿਹਾਈ ਹੋਵੇ, ਹੁਣ ਤੱਕ ਨਹੀਂ ਰਿਹਾਈ ਹੋਈ, ਇਹ ਦੁੱਖ ਦੀ ਗੱਲ ਹੈ। ਰਾਜਨੀਤਿਕ ਪਾਰਟੀਆਂ ਸਿਰ ਜੋੜ ਕੇ ਚੱਲਣ, ਤੇ ਜਿਹੜੀਆਂ ਵੀ ਪੰਥਕ ਜਥੇਬੰਦੀਆਂ ਇਸ ਵੇਲੇ ਇਕਜੁੱਟ ਹੋਈਆਂ ਜਾਂ ਹੋਣ ਦੀ ਗੱਲ ਕਰਦੀਆਂ, ਉਹ ਹੋ ਕੇ ਹੰਭਲਾ ਵੱਡੇ ਪੱਧਰ ਤੇ ਮਾਰਨ, ਤੇ ਇਹ ਮੁੱਦਾ ਵੀ ਇਕੱਲੀਆਂ ਚੋਣਾਂ ਨਾਲ ਸੰਬੰਧਿਤ ਨਾ ਰਹਿ ਜੇ। ਅਸੀਂ ਇਹਦੀ ਕਾਮਨਾ ਕਰਦੇ ਹਾਂ। ਪਰ ਤੁਸੀਂ ਉੱਥੇ ਜਾਣਾ ਸੀ, ਤੁਹਾਨੂੰ ਉੱਥੋਂ ਫੋਨ ਦੀਆਂ ਤਾਰਾਂ ਵੀ ਖੜਕੀਆਂ ਵੀ ਆ ਜਾਓ ਆ ਜਾਓ ਆ ਜਾਓ, ਪਰ ਤੁਸੀਂ ਨਾ ਕਰਤੀ। ਕਾਰਨ? ਮੈਂ ਕਿਸੇ ਗੱਲ ਤੋਂ ਵੀ ਨਾ ਨਹੀਂ ਕੀਤੀ ਟੈਣਾ ਸਾਹਿਬ। ਅੱਜ ਵੀ ਜਿਹੜੇ ਉੱਥੇ ਪ੍ਰਬੰਧਕ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਆ ਕਿ ਮੋਰਚਾ ਜੇ ਤੁਸੀਂ ਚਲਾਉਣਾ, ਜਿਵੇਂ ਕਿਸਾਨ ਅੰਦੋਲਨ ਚੱਲਿਆ ਸੀਗਾ, ਤੁਸੀਂ ਕਿਸੇ ਨੂੰ ਉੱਥੇ ਬੁਲਾਉਣਾ ਨਾ ਬੁਲਾਉਣਾ ਉਹ ਤੁਹਾਡੀ ਕਮੇਟੀ ਤੈਅ ਕਰੇ, ਪਰ ਜਿਹੜਾ ਵੀ ਉੱਥੇ ਆਉਂਦਾ ਉਹਦਾ ਉੱਥੇ ਮਤਲਬ ਉਹਨੂੰ ਮਤਲਬ ਉੱਥੇ ਮੌਕਾ ਜ਼ਰੂਰ ਦਿੱਤਾ ਜਾਵੇ। ਤੇ ਜੋ ਮੈਂ ਉੱਥੇ ਜਾਣਾ ਸੀਗਾ, ਅੱਜ ਮੰਗਲਵਾਰ ਦਾ ਦਿਨ ਹੈ, ਮੈਂ ਤਾਂ ਮਤਲਬ ਇੱਥੇ ਤੁਹਾਡੇ ਕੋਲ ਆਇਆ। ਮੈਂ ਬੋਲਣਾ ਵੀ ਚਾਹੁੰਦਾ ਆਪਣੀ ਇੱਕ ਵੀਡੀਓ ਦੇ ਵਿੱਚ, ਮੈਂ ਉੱਥੇ ਜਾਣਾ ਵੀ ਚਾਹੁੰਦਾ ਸੀਗਾ, ਪਰ ਜੋ ਮੈਂ ਹਾਲਾਤ ਪਿਛਲੇ ਦਿਨੀ ਦੇਖੇ, ਇੱਕ ਉੱਥੇ ਉਹ ਗਾਇਕ ਜਿਹੜੀ ਅਦਾਕਾਰਾ ਸੀ ਉਹ ਗਈ, ਉਸ ਤੋਂ ਬਾਅਦ ਕਿਸਾਨ ਆਗੂ ਦਰਸ਼ਨ ਜਿਹੜੇ ਨੇ ਉਹ ਦਰਸ਼ਨਪਾਲ ਗਏ ਨੇ। ਜਿਸ ਤਰੀਕੇ ਵਿਰੋਧ ਕੀਤਾ ਜਾ ਰਿਹਾ ਕਈ ਲੋਕਾਂ ਦਾ, ਤੇ ਇੱਥੇ ਜੇ ਲੋਕ ਤੁਹਾਨੂੰ ਚਾਹੁਣ ਵਾਲੇ ਬੜੇ ਨੇ ਤੇ ਤੁਹਾਡੇ ਵਿਰੋਧੀ ਵੀ ਬਹੁਤ ਹੋਣਗੇ। ਕੁਝ ਬੰਦੇ ਉੱਥੋਂ ਵਿੱਚੋਂ ਕੋਈ ਸ਼ਰਾਰਤ ਕਰਨ। ਸੋ ਮੈਂ ਬਿਹਤਰ ਇਹ ਸਮਝਿਆ, ਉਹ ਮੋਰਚੇ ਵਾਲਿਆਂ ਨਾਲ ਵੀ ਗੱਲ ਕੀਤੀ, ਜਾਂ ਤੇ ਕੋਈ ਤਾਲਮੇਲ ਕਮੇਟੀ ਬਣਾਓ ਵੀ ਜਿਹੜੀ ਉਹ ਫੈਸਲਾ ਲੈ ਸਕੇ, ਜਾਂ ਤਾਂ ਕਿਸੇ ਨੂੰ ਤੁਸੀਂ ਆਉਣ ਦੇਣਾ, ਜੇ ਰੋਕਣਾ ਤੇ ਉਹਨੂੰ ਪਹਿਲਾਂ ਹੀ ਰੋਕ ਦਿਓ, ਇੱਥੇ ਸੱਦ ਕੇ ਬੇਇੱਜ਼ਤ ਨਾ ਕੀਤਾ ਜਾਵੇ। ਜਿਵੇਂ ਉੱਥੇ ਧਾਮੀ ਸਾਹਿਬ ਵੀ ਗਏ ਸੀਗੇ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਆ। ਜਿਹੜੀਆਂ ਮੇਰੀਆਂ ਭਾਵਨਾਵਾਂ ਉਹ ਮੈਂ ਅੱਜ ਤੁਹਾਡੇ ਵੀ ਆ ਲੰਬਾ ਚੌੜਾ ਮੈਂ ਜ਼ਿਕਰ ਹੀ ਇਹਦੇ ਉੱਤੇ ਕਰਨਾ ਚਾਹੁੰਦਾ ਸੀਗਾ। ਪਹਿਲੀ ਗੱਲ ਟੈਣਾ ਸਾਹਿਬ, ਸੋਚਣ ਵਿਚਾਰਨ ਦੀ ਇਹ ਲੋੜ ਹੈ ਕਿ ਉਹ ਲੋਕ ਅੰਦਰ ਨੇ। ਬੰਦੀ ਸਿੰਘ ਅੰਦਰ ਕਿਉਂ ਗਏ? ਇਹਦੀ ਜੜ ਕੀ ਆ? ਇਹਨੂੰ ਕਦੀ ਕਿਸੇ ਨੇ ਘੋਖੜ ਦੀ ਜਾਂ ਉਹਦੇ ਉੱਤੇ ਕਿਸੇ ਨੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਯਾਰ ਇਹ ਕਿਹੜੀ ਗੱਲੋਂ ਅੰਦਰ ਗਏ? ਹੁਣ ਤੁਸੀਂ ਪੁਰਾਣਾ ਦੇਖੋ, ਜਦੋਂ ਭਾਰਤ ਤੇ ਪਾਕਿਸਤਾਨ ਵੰਡਿਆ ਗਿਆ, ਜਿਹੜੇ ਸੀਗੇ ਅੰਗਰੇਜ਼, ਬਹੁਤ ਜ਼ਿਆਦਾ ਉਹਨਾਂ ਕੋਲ ਦਿਮਾਗ ਸੀਗਾ, ਜਿੰਨਾ ਮਤਲਬ ਥੋੜ੍ਹੀ ਗਿਣਤੀ 'ਚ ਆ ਕੇ ਸਾਡੇ ਭਾਰਤ ਦੇ ਉੱਤੇ ਕਬਜ਼ਾ ਕਰ ਲਿਆ ਸੀਗਾ। ਜਾਂਦੇ ਜਾਂਦੇ ਵੀ ਉਹਨਾਂ ਨੂੰ ਪਤਾ ਸੀਗਾ ਕਿ ਇਹ ਮੁਲਕ ਜਿਹੜਾ ਜੇ ਸੋਨੇ ਦੀ ਚਿੜੀ ਸੀਗਾ, ਜੇ ਹੁਣ ਸਾਡੇ ਤੋਂ ਬਾਅਦ ਵੀ ਇਹ ਲੋਕ ਤਰੱਕੀ ਕਰ ਸਕਦੇ ਨੇ, ਇਹ ਸਾਡੇ ਤੋਂ ਬਾਅਦ ਵੀ ਇਹ ਪ੍ਰਫੁੱਲਤ ਹੋ ਸਕਦੇ ਨੇ, ਉਹ ਜਾਂਦੇ ਜਾਂਦੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਵੰਡ ਕੇ ਜਿਹੜੀ ਲੜਾਈ ਸ਼ੁਰੂ ਹੋਈ ਹਿੰਦੂ ਮੁਸਲਿਮ ਦੀ, ਉਦੋਂ ਅੱਜ ਤੱਕ ਤੁਹਾਡੇ ਕੰਟਰੋਲ 'ਚ ਆ ਰਹੀ ਹੈ।
ਨਹੀਂ ਆ ਰਹੀ। ਉਸ ਤੋਂ ਬਾਅਦ ਫਿਰ ਆ ਗਏ ਆਪਣੇ ਅੰਗਰੇਜ਼। ਜਦੋਂ ਇੱਥੇ ਪੰਜਾਬ ਵੱਡਾ ਸੀਗਾ, ਹੁਣ ਇਹਦੇ ਤੇ ਸੋਚੋ ਵਿਚਾਰੋ, ਮੈਂ ਲੋਕਾਂ ਨੂੰ ਵੀ ਕਹਿਣਾ ਕਿ ਇਹਦੇ ਤੇ ਨਜ਼ਰਸਾਨੀ, ਇਹਦੇ ਤੇ ਪੜ੍ਹੋ ਜ਼ਰੂਰ ਇਹਨਾਂ ਚੀਜ਼ਾਂ ਨੂੰ। ਜਦੋਂ ਪੰਜਾਬ ਵੱਡਾ ਸੀਗਾ, ਪੰਜਾਬ, ਹਰਿਆਣਾ ਤੇ ਹਿਮਾਚਲ, ਉਹ ਇੱਕ ਕੰਬਾਈਨ ਜਿਹੜੀ ਸਾਡੀ ਵੱਡੀ ਸਟੇਟ ਸੀਗੀ, ਜਿਹਦੇ ਤੋਂ ਆਪਣੀਆਂ ਲੋੜਾਂ ਜਿਹੜੀਆਂ ਸਟੇਟ ਉਹ ਪੂਰੀਆਂ ਹੀ ਪੂਰੀਆਂ ਕਰ ਸਕਦੀ। ਸਿਰਫ ਚੌਧਰੀਆਂ ਨੇ ਇਹਨੂੰ ਵੰਡ ਦਿੱਤਾ ਵੀ ਇੱਧਰ ਸਿੱਖ ਮੁੱਖ ਮੰਤਰੀ ਹੋ ਜੂ, ਉੱਧਰ ਲਾਲਾ ਮੁੱਖ ਮੰਤਰੀ ਹੋ ਜੂ, ਉੱਧਰ ਹਰਿਆਣੇ ਦਾ ਜਾਟ ਜਿਹੜਾ ਮੁੱਖ ਮੰਤਰੀ ਹੋ ਜੂ। ਇਸ ਚੱਕਰ ਦੇ ਵਿੱਚ ਸੂਬੇ ਨੂੰ ਤੁਸੀਂ ਤਬਾਹ ਕਰਕੇ ਰੱਖ ਦਿੱਤਾ। ਹੁੰਦਾ ਕੀ ਸੀਗਾ ਜਦੋਂ ਇਕੱਠਾ ਸੀਗਾ, ਹਿਮਾਚਲ 'ਚ ਬਿਜਲੀ ਬਹੁਤ ਜ਼ਿਆਦਾ ਬਣਦੀ ਹੈ, ਉੱਥੇ ਉਨੀ ਖਪਤ ਨਹੀਂ ਹੈਗੀ ਟਣਾ ਸਾਹਿਬ। ਉੱਥੋਂ ਪੰਜਾਬ ਦੇ ਵਿੱਚ ਖੇਤੀਬਾੜੀ ਬਹੁਤ ਸੀ, ਇਹਦੀ ਜ਼ਮੀਨ ਜਿਹੜੀ ਬਹੁਤ ਉਪਜਾਊ ਸੀ। ਹਰਿਆਣੇ ਦੇ ਵਿੱਚ ਇੰਡਸਟਰੀ ਇਸ ਤਰੀਕੇ ਸੂਬਾ ਚੱਲਦਾ ਸੀਗਾ ਕਿ ਆਹ ਪਾਰਟ ਸਾਡਾ ਇੰਡਸਟਰੀ ਵਾਲਾ, ਹਰਿਆਣੇ ਵਾਲਾ, ਪੰਜਾਬ ਸਾਡਾ ਖੇਤੀਬਾੜੀ ਵਾਲਾ। ਹਿਮਾਚਲ ਤੋਂ ਸਾਨੂੰ ਬਿਜਲੀ ਮਿਲਦੀ ਔਰ ਉਹ ਬਿਜਲੀ ਦੋਵਾਂ ਨੂੰ ਪੂਰੀ ਕਰਦਾ ਸੀਗਾ, ਪੰਜਾਬ ਨੂੰ ਤੇ ਹਰਿਆਣੇ ਨੂੰ, ਜਿਨ੍ਹਾਂ ਨੂੰ ਇਹਨਾਂ ਵੰਡ ਦਿੱਤਾ ਗਿਆ ਵੀ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਪੰਜਾਬ ਜਿਹੜਾ ਪ੍ਰਫੁੱਲਤ ਸੀਗਾ। ਇਹਦੇ 3 ਟੋਟੇ ਹੀ ਕਰ ਦਿੱਤੇ ਗਏ। ਸਾਡੇ ਕੋਲ ਬਿਜਲੀ ਦੀ ਕਮੀ ਹੋ ਗਈ, ਹਰਿਆਣੇ ਦੇ ਵਿੱਚ ਵੀ ਮਤਲਬ ਬਿਜਲੀ ਦੀ ਕਮੀ ਹੋ ਗਈ। ਹਿਮਾਚਲ ਕੋਲ ਇੰਨੀ ਜ਼ਿਆਦਾ ਬਿਜਲੀ ਆ, ਕੇਂਦਰ ਦਾ ਉੱਤੇ ਕੰਟਰੋਲ ਹੋ ਗਿਆ ਕਿ ਜਿਹਨੂੰ ਦੇਣੀ ਜਾਂ ਨਹੀਂ ਦੇਣੀ। ਭਾਖੜਾ ਜਿਹੜਾ ਸਾਡਾ ਵੰਡ ਦਿੱਤਾ ਗਿਆ, ਚੰਡੀਗੜ੍ਹ ਜਿਹੜਾ ਸਾਡਾ ਅੱਡ ਕੱਢ ਦਿੱਤਾ ਗਿਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਲੜਾਈ ਤੇ ਉੱਥੋਂ ਹੀ ਸ਼ੁਰੂ ਹੋ ਗਈ, ਪੰਜਾਬ ਦੇ ਹੱਕ ਮੰਗਣ ਵਾਲੀ, ਪੰਜਾਬ ਨੂੰ ਵੰਡਣ ਵਾਲੀ। ਇਹਨਾਂ ਲੋਕਾਂ ਨੇ ਵੀ ਅੰਗਰੇਜ਼ਾਂ ਤੋਂ ਬਾਅਦ ਜਿਹੜਾ ਸਾਨੂੰ ਵੰਡਿਆ, ਉਹਨਾਂ ਲੋਕਾਂ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਨਾ ਜਾਣੇ ਕਦੋਂ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਸੀਗੀਆਂ, ਅੰਗਰੇਜ਼ਾਂ ਵੀ ਕੀਤੀਆਂ, ਤੁਸੀਂ ਵੀ ਸਾਡੇ ਨਾਲ ਕੀਤੀਆਂ। ਲੜਾਈ ਤੇ ਮੁੱਢ ਇਹ ਬਣਿਆ ਨਾ, ਜਿਸ ਤੋਂ ਬਾਅਦ ਤੁਸੀਂ ਅੱਤਵਾਦ ਆਇਆ ਜਾਂ ਪੰਜਾਬ ਦਾ ਘਾਣ ਹੋਇਆ ਜਵਾਨੀ ਦਾ, ਚਾਹੇ ਉਹ ਪੁਲਿਸ ਦੇ ਰੂਪ ਦੇ ਵਿੱਚ, ਚਾਹੇ ਉਹ ਖਾੜਕੂਆਂ ਦੇ ਰੂਪ ਦੇ ਵਿੱਚ। ਇਹਨਾਂ ਲੋਕਾਂ ਨੇ ਇਹ ਪੰਜਾਬ ਦਾ ਘਾਣ ਕੀਤਾ, ਜਿਹਦੇ ਕਰਕੇ ਪੰਜਾਬ ਅੱਗ ਦੀ ਭੱਠੀ ਦੇ ਵਿੱਚ ਜਿਹੜਾ ਅੱਜ ਤੱਕ ਬਲ ਰਿਹਾ। ਇਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਨਾਲ ਹਮੇਸ਼ਾ ਧੋਖਾ ਆ। ਨਾ ਜਾਣੇ ਕੌਣ ਸੀ ਸਾਜ਼ਿਸ਼ ਮੇਂ ਦਿਨ ਗੁਜ਼ਾਰਾ ਗਿਆ, ਮੈਂ ਦੁਸ਼ਮਨੋਂ ਸੇ ਬਚਾ ਦੋਸਤੋਂ ਮੇਂ ਮਾਰਾ ਗਿਆ। ਜੇ ਅੰਗਰੇਜ਼ਾਂ ਤੋਂ ਅਸੀਂ ਬਚ ਗਏ ਤੇ ਸਾਡੇ ਵਾਲਿਆਂ ਸਾਨੂੰ ਮਾਰ ਦਿੱਤਾ। ਕੀ ਉਹਨਾਂ ਲੋਕਾਂ ਨੇ ਜਿਨ੍ਹਾਂ ਪੰਜਾਬ ਨੂੰ ਵੰਡਿਆ, ਉਹਨਾਂ ਨੂੰ ਕਿਸੇ ਨੇ ਸਜ਼ਾ ਦਿੱਤੀ? ਉਹਨਾਂ ਨੂੰ ਤੇ ਵੱਡੀਆਂ ਵੱਡੀਆਂ ਜਿਹੜੀਆਂ ਚੌਧਰੀ ਬਣਾਇਆ ਗਿਆ। ਹੁਣ ਐਗਜ਼ਾਮਪਲ ਹੈ, ਤੁਸੀਂ ਕੋਈ ਬੰਦਾ ਗਲਤ ਕੰਮ ਕਰਦਾ, ਉਹਦੇ ਪਿੱਛੇ ਉਹਦੀ ਮਨੋਦਸ਼ਾ ਤੇ ਉਹਦੀ ਮਨਸ਼ਾ ਤੇ ਦੇਖੋ ਨਾ। ਇੱਕ ਛੋਟੀ ਜੀ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਕਿ ਕਿਸੇ ਥਾਂ ਦੇ ਉੱਤੇ ਟਹਿਣਾ ਸਾਹਿਬ ਸ਼ੇਰ ਤੇ ਕੁੱਤਾ ਬੈਠੇ ਹੋਣ, ਤੁਸੀਂ ਕੁੱਤੇ ਨੂੰ ਸੋਟੀ ਮਾਰ ਕੇ ਵੇਖੋ, ਕੁੱਤਾ ਪੰਜਿਆਂ ਨਾਲ ਸੋਟੀ ਜਿਹੜੀ ਉਹ ਫੜਦਾ ਵੀ ਇਹ ਸ਼ਾਇਦ ਸੋਟੀ ਮੈਨੂੰ ਵੱਜ ਰਹੀ ਹੈ ਤੇ ਇਹਦਾ ਹੀ ਨੁਕਸ ਆ। ਉਹ ਸੋਟੀ ਕਿਤੇ ਡਾਂਗ ਤੁਸੀਂ ਸ਼ੇਰ ਨੂੰ ਮਾਰ ਕੇ ਵੇਖੋ, ਉਹ ਡਾਂਗ ਨਹੀਂ ਫੜਦਾ, ਮਗਰ ਉਹ ਮਾਰਨ ਵਾਲੇ ਨੂੰ ਨਿਪਟਾ ਦਿੰਦਾ ਵੀ ਉਹਨੂੰ ਪਤਾ ਵੀ ਮੁਸ਼ਕਿਲ ਆ ਕਿੱਥੋਂ ਰਹੀ ਹੈ। ਸੋ ਇਹ ਫਰਕ ਹੈ ਵੀ ਮੁਸ਼ਕਿਲ ਤੇ ਪਿੱਛੋਂ ਜਿਹੜੀ ਫੜ ਕੇ ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਕੀਤਾ, ਸਜ਼ਾਵਾਂ ਤੇ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀਗੀਆਂ ਤਾਂ ਜੋ ਪੰਜਾਬ ਨੂੰ ਅਗਲੀ ਲੀਡਰਸ਼ਿਪ ਚੰਗੀ ਮਿਲਦੀ। ਸੋ ਉਹਨਾਂ ਲੋਕਾਂ ਨੇ ਤਬਾਹ ਕੀਤਾ, ਉਹਨਾਂ ਨੂੰ ਚੌਧਰੀ ਬਣਾਇਆ ਗਿਆ। ਹੁਣ ਉਹ ਰਿਹਾ ਕਿਉਂ ਨਹੀਂ ਹੋ ਰਹੇ? ਦੇਸ਼ ਦੇ ਵਿੱਚ 2 ਕਾਨੂੰਨ ਕਿਉਂ ਨੇ? ਮਤਲਬ ਮੇਰੀ ਬੜੀ ਤਮੰਨਾ ਸੀਗੀ ਕਿ ਮੈਂ ਇਹਦੇ ਉੱਤੇ ਬੋਲਾਂ। ਕਈ ਲੋਕ ਸ਼ਾਇਦ ਕਹਿੰਦੇ ਨੇ ਕਿ ਪਤਾ ਨਹੀਂ ਇਹ ਹਮਾਇਤੀ ਨਹੀਂ ਹੋਊਗਾ। ਮੈਂ ਹਰ ਉਸ ਬੰਦੇ ਦਾ ਹਮਾਇਤੀ ਹਾਂ ਜਿਹਦੇ ਨਾਲ ਕੋਈ ਧੱਕਾ ਹੁੰਦਾ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਮਤਲਬ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ। ਮੇਰੀ ਵੈਲਿਊ ਕਿੰਨੀ ਕਾ ਇਹ ਨਹੀਂ ਮੈਨੂੰ ਪਤਾ, ਪਰ ਮੇਰੇ ਜਜ਼ਬਾਤ ਹਮੇਸ਼ਾ ਉਹਦੇ ਨਾਲ ਨੇ। ਜਿਨ੍ਹਾਂ ਬੰਦਿਆਂ ਨੇ ਮਤਲਬ ਆਪਣੇ ਜੁਰਮ ਕੀਤਾ, ਜਿਹਨੂੰ ਸਾਡੇ ਸੰਵਿਧਾਨ 'ਚ ਜੁਰਮ ਕਿਹਾ ਜਾਂਦਾ, ਜੇ ਉਹਨਾਂ ਸਜ਼ਾਵਾਂ ਭੁਗਤ ਲੀਆਂ, ਫਿਰ ਉਹਨਾਂ ਨੂੰ ਰਿਹਾ ਨਹੀਂ ਕਰਨਾ ਚਾਹੀਦਾ, ਫਿਰ ਉਹਨਾਂ ਦੀ ਰਿਹਾਈ ਨਹੀਂ ਹੋਣੀ ਚਾਹੀਦੀ। ਇੰਨਾ ਲੰਮਾ ਸਮਾਂ ਤੋਂ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ। ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੈ, ਆਜ਼ਾਦੀ ਦਾ ਵੀ ਘਾਣ ਹੈ। ਇਹਦੇ ਵਿੱਚ 2 ਚੀਜ਼ਾਂ ਤਾਂ ਨਹੀਂ ਨਾ ਹੋ ਸਕਦੀਆਂ ਕਿ ਤੁਸੀਂ ਕਿਸੇ ਰੇਹੜੀ ਵਾਲੇ ਨੂੰ, ਆਮ ਬੰਦੇ ਨੂੰ ਮਾਰ ਦਿਓ ਤੇ ਤੁਸੀਂ 10-15 ਸਾਲਾਂ ਦੇ ਵਿੱਚ ਸਜ਼ਾ ਭੁਗਤ ਕੇ ਬਾਹਰ ਆ ਜਾਂਦੇ ਹੋ। ਜੇ ਤੁਸੀਂ ਕਿਸੇ ਵੱਡੇ VIP ਨੂੰ ਮਾਰ ਦਿੰਦੇ ਹੋ ਤੇ ਫਿਰ ਤੁਹਾਡੀ ਜਿਹੜੀ ਸਜ਼ਾ ਉਹ ਵੱਧ ਹੋਣੀ ਚਾਹੀਦੀ। ਇਹ ਤੇ ਕੋਈ ਕਾਨੂੰਨ ਨਹੀਂ ਨਾ ਹੋ ਸਕਦਾ। ਮਨੁੱਖ ਤਾਂ ਮਨੁੱਖ ਹੀ ਹੈ ਨਾ, ਚਾਹੇ ਉਹ ਰੇਹੜੀ ਵਾਲਾ ਤੇ ਚਾਹੇ ਉਹ ਵੱਡਾ ਬੰਦਾ। ਤੁਸੀਂ ਉਹਨਾਂ ਬੰਦਿਆਂ ਨੂੰ ਇਹ ਬਹਾਨਾ ਬਣਾ ਕੇ ਕਿ ਬਾਹਰ ਆ ਕੇ ਅਮਨ ਮਾਨ ਲਈ ਖਤਰਾ ਨੇ, ਇਹ ਸਮਾਜ ਲਈ ਖਤਰਾ ਨੇ, ਇੱਕ ਖਿਆਲ ਨਾਲ ਤੁਸੀਂ ਥੋੜੀ ਕਿਸੇ ਨੂੰ ਕੈਦ ਕਰ ਸਕਦੇ ਹੋ। ਤੁਹਾਡੇ ਮਨ 'ਚ ਇਹ ਖਿਆਲ ਆ ਜਾਵੇ ਟਹਿਣਾ ਸਾਹਿਬ ਵੀ ਮੈਂ ਤੁਹਾਨੂੰ ਮਾਰ ਸਕਦਾ, ਮੈਂ ਤੁਹਾਡੇ ਨਾਲ ਵਧੀਕੀ ਕਰ ਸਕਦਾ, ਕਿ ਤੁਹਾਡੇ ਖਿਆਲਾਂ ਕਰਕੇ ਮੈਨੂੰ ਸਜ਼ਾ ਹੋ ਜਾਣੀ ਚਾਹੀਦੀ। ਮੇਰੀ ਸਮੱਸਿਆ ਮੈਨੂੰ ਖਿਆਲ ਆਇਆ, ਤੁਹਾਡੀ ਸਮੱਸਿਆ ਨਾ, ਜਿੰਨਾ ਚਿਰ ਕੋਈ ਐਵੀਡੈਂਸ ਨਹੀਂ, ਜਿੰਨਾ ਚਿਰ ਉਹਦਾ ਕੁਝ ਨਹੀਂ, ਤੁਹਾਡੇ ਖਿਆਲਾਂ ਦੇ ਨਾਲ ਤਾਂ ਨਹੀਂ ਨਾ ਮੈਨੂੰ ਕੈਦ ਹੋਣੀ ਚਾਹੀਦੀ। ਦੂਜੀ ਚੀਜ਼ ਵੀ ਦੋਹਰਾ ਮਾਪਦੰਡ ਕਿਉਂ ਹੈ ਯਾਰ ਦੇਸ਼ ਦੇ ਵਿੱਚ? ਰਾਮ ਰਹੀਮ ਜਦੋਂ ਗੁਰੂ ਸਾਹਿਬ ਦਾ ਬਾਣਾ ਪਾਇਆ ਸੀਗਾ, ਜਦੋਂ ਇੰਨਾ ਪੰਜਾਬ ਨੇ ਸੰਤਾਪ ਹੰਢਾਇਆ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋਈ, ਉੱਥੋਂ ਪੰਜਾਬ ਨੂੰ ਕਿੰਨੀ ਅੱਗ ਲੱਗੀ। ਅੱਜ ਉਹਨੂੰ ਤੁਸੀਂ ਬਾਰ-ਬਾਰ ਜਿਹੜੀ ਪਰੋਲ ਦੇ ਉੱਤੇ ਬਾਹਰ ਭੇਜ ਰਹੇ ਹੋ। ਉਸ ਤੋਂ ਵੱਡਾ ਖਤਰਾ ਕੌਣ ਸੀਗਾ ਪੰਜਾਬ ਲਈ? ਅੱਜ ਵੀ ਕੱਲ੍ਹ ਵੀ ਉਹਨੇ ਮਤਲਬ ਉਹ ਗਾਣਾ ਕੱਢਿਆ ਇੱਕ, ਉਹ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਨਹੀਂ ਹੈਗੀਆਂ। ਇੱਕ ਬੰਦੇ ਨੂੰ ਕਰੈਕਟਰ ਦੇ ਕਰਕੇ ਜੇਲ੍ਹ ਹੁੰਦੀ ਹੈ ਕਿ ਉਹ ਲੋਕਾਂ ਨੂੰ ਨਪੁੰਸਕ ਬਣਾ ਰਿਹਾ, ਉਹਨੇ ਬੱਚੀਆਂ ਨਾਲ ਰੇਪ ਕੀਤਾ, ਉਹਨੇ ਕਤਲ ਕੀਤੇ, ਕਰੈਕਟਰ ਕਰਕੇ ਜੇਲ੍ਹ ਹੋਈ ਨਾ। ਕਿ ਉਹਦਾ ਕਰੈਕਟਰ ਕੀ ਸੀਗਾ, ਉਸੇ ਕਰੈਕਟਰ ਕਰਕੇ ਉਹਨੂੰ ਬਾਰ-ਬਾਰ ਮਤਲਬ ਬੇਲ ਦਿੱਤੀ ਜਾ ਰਹੀ ਹੈ। ਇਹ ਦੋਹਰਾ ਚਰਿੱਤਰ ਕਿਉਂ ਹੈ? ਉਸੇ ਕਰੈਕਟਰ ਕਰਕੇ। ਤੇ ਉਹ ਬਾਹਰ ਆ ਕੇ ਵੀ ਕੀ ਕਰ ਰਿਹਾ? ਮਾਡਲਿੰਗ। ਤੁਸੀਂ ਬਰੀ ਹੋ ਕੇ ਆਓ ਨਾ ਯਾਰ, ਜਾਂ ਸਜ਼ਾ ਭੁਗਤ ਕੇ ਆਓ, ਉਸ ਤੋਂ ਬਾਅਦਾਂ ਕਰੋ। ਜਿਹੜੇ ਕਰੈਕਟਰ ਕਰਕੇ ਤੁਹਾਨੂੰ ਜੇਲ੍ਹ ਹੋਈ, ਜਿਹੜਾ ਤੁਸੀਂ ਸ਼ੋਸ਼ਣ ਕਰਦੇ ਰਹੇ ਹੋ, ਤੇ ਉਹਦੀਆਂ ਕਈ ਤੁਸੀਂ ਉਹ ਵੇਖਦੇ ਹੋ ਜਦੋਂ ਆਪਣਾ ਉਹ ਸੰਚਾਰ ਕਰਦਾ
ਆਪਣਾ ਕੀ ਸਮਾਗਮ ਕਰਦਾ ਸਤਸੰਗ, ਉਹਦੇ ਵਿੱਚ ਥੱਲਿਓਂ ਬੱਚੀਆਂ ਮਤਲਬ ਭਾਵਕ ਹੋ ਕੇ ਉਹਨੂੰ ਫਲਾਈਂਗ ਕਿਸ ਤੇ ਉਹ ਅੱਗੋਂ ਫਲਾਈਂਗ ਕਿਸ, ਉਹ ਜਿਹੜੇ ਕੰਮਾਂ ਕਰਕੇ ਉਹਨੂੰ ਅੱਗੇ ਜੇਲ੍ਹ ਹੋਈ ਆ ਉਹ ਕੰਮ ਉਹ ਬੰਦਾ ਮਤਲਬ ਬਾਹਰ ਆ ਕੇ ਵੀ ਕਰ ਰਿਹਾ। ਮੈਂ ਨਵੀਂ ਤੁਹਾਨੂੰ ਅਗਲੀ ਭਵਿੱਖਬਾਣੀ ਦੱਸਾਂ ਕਿ ਜਿਸ ਹਿਸਾਬ ਨਾਲ ਉਸ ਬੰਦੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹਰਿਆਣਾ ਸਰਕਾਰ ਵੱਲੋਂ, ਜਿਸ ਤਰੀਕੇ ਨਾਲ ਉਹਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ, ਤੁਸੀਂ ਪੰਜਾਬ 'ਚ ਅਗਲਾ ਨਵਾਂ ਕਲੇਸ਼ ਹੋਇਆ ਹੀ ਲਓ, ਕਦੀ ਕਿਰਪਾਨ ਨਾਲ ਕੇਕ ਕੱਟੇ। ਬੰਦਾ ਯਾਰ ਜਦੋਂ ਐਡੀ ਘਿਨਾਉਣੇ ਜੁਰਮ ਦੇ ਵਿੱਚ ਤੁਹਾਨੂੰ ਸਜ਼ਾ ਹੋਈ ਹੋਵੇ ਤੇ ਬੰਦਾ ਨਮੋਸ਼ੀ ਨਾਲ ਰਹਿੰਦਾ ਹੈ ਜਾਂ ਆਪਣਾ ਟਾਈਮ ਕੱਟਦਾ ਹੈ, ਇਹ ਦੁਬਾਰਾ ਤੁਹਾਡੇ ਪੰਜਾਬ ਦੇ ਮਾਹੌਲ ਨੂੰ ਅੱਗ ਲੱਗਣ ਵਾਲੀ ਗੱਲ ਹੈ। ਸੋ ਉਹ ਬੰਦੇ ਨੂੰ ਤੇ ਤੁਸੀਂ ਬਾਰ-ਬਾਰ ਸਹੂਲਤਾਂ ਦੇ ਰਹੇ ਹੋ ਤੇ ਇਹਨਾਂ ਬਾਰੇ ਤੁਸੀਂ ਵਿਚਾਰ ਹੀ ਨਹੀਂ ਕਰਦੇ ਵੀ ਤੁਮ ਕਰੋ ਤੋਂ ਰਾਸ ਲੀਲਾ, ਮਤਲਬ ਹਮ ਕਰੇ ਤੋਂ ਕਰੈਕਟਰ ਢੀਲਾ। ਇਹ ਤਾਂ ਨਹੀਂ ਨਾ ਹੋਣਾ ਚਾਹੀਦਾ ਵੀ 25 ਸਾਲ ਹੋ ਗਏ ਯਾਰ ਉਹਨਾਂ ਬੰਦਿਆਂ ਨੂੰ, ਕੀ ਜੇਲ੍ਹ 'ਚ ਉਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ, ਉਹਨਾਂ ਦਾ ਬਿਹੇਵੀਅਰ ਕਿਉਂ ਨਹੀਂ ਕਾਊਂਟ ਕੀਤਾ ਜਾ ਰਿਹਾ ਕਿ ਉਹਨਾਂ ਨੇ ਯਾਰ ਕੋਈ ਇਹੋ ਜਿਹੇ ਭੜਕਾਊ ਕੰਮ ਕੀਤੇ ਨੇ, ਉਹਨਾਂ ਨੇ ਮਤਲਬ ਇਹੋ ਜਿਹੇ ਕੋਈ ਗਲਤ ਕੰਮ ਕੀਤੇ ਨੇ। ਸਿਰਫ ਆਪਣੇ ਖਿਆਲਾਂ ਦੇ ਨਾਲ ਤੁਸੀਂ ਉਹਨਾਂ ਨੂੰ ਬੰਦ ਕੀਤਾ ਹੋਇਆ। ਔਰ ਦੂਜੀ ਚੀਜ਼ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ, ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਜਿਹੜੀਆਂ ਵੀ ਸਿਕਿਉਰਿਟੀ ਏਜੰਸੀਆਂ ਨੇ, ਕਿ ਦੇਸ਼ ਦਾ ਸਿਸਟਮ, ਦੇਸ਼ ਦੀਆਂ ਏਜੰਸੀਜ਼, ਦੇਸ਼ ਦੀਆਂ ਸਿਕਿਉਰਿਟੀ ਏਜੰਸੀਜ਼ ਇੰਨੀਆਂ ਜ਼ਿਆਦਾ ਕਮਜ਼ੋਰ ਨੇ ਕਿ ਜੇ ਤੁਸੀਂ ਉਹਨਾਂ ਨੂੰ ਰਿਹਾ ਕਰ ਦਿਓਗੇ ਤੇ ਉਹ ਜੇ ਦੁਬਾਰਾ ਬਾਹਰ ਆ ਜਾਣਗੇ ਤੇ ਉਹ ਦੁਬਾਰਾ ਗਲਤ ਕੰਮ ਕਰਨਗੇ ਤੇ ਤੁਹਾਡੇ ਕੋਲ ਉਹ ਫੜੇ ਨਹੀਂ ਜਾਣਗੇ। ਤੁਸੀਂ ਆਪਣੇ ਮਤਲਬ ਤੁਹਾਡੀ ਕੋਈ ਕਮਜ਼ੋਰੀ ਨਜ਼ਰ ਆਉਂਦੀ ਹੈ। ਇੱਕ ਪਾਸੇ ਤੇ ਆਪਾਂ ਗੱਲਾਂ ਕਰਦੇ ਹਾਂ ਚੀਨ ਨੂੰ ਡਰਾਉਣ ਦੀਆਂ ਤੇ ਦੂਜੇ ਪਾਸੇ ਆਪਾਂ ਇਹਨਾਂ 10-15 ਬੰਦਿਆਂ ਤੋਂ ਜਿਨ੍ਹਾਂ ਦੀ ਡਿਮਾਂਡ ਹੈ, ਮਤਲਬ ਪਬਲਿਕ ਕਹਿੰਦੀ ਹੈ ਕਿ ਬਾਹਰ ਆਉਣੇ ਚਾਹੀਦੇ ਨੇ, ਡਿਮਾਂਡ ਕੀ ਉਹਨਾਂ ਦਾ ਰਾਈਟ ਬਣਦਾ ਕਿ ਉਹ ਬਾਹਰ ਆਉਣੇ ਚਾਹੀਦੇ ਨੇ, ਦੂਜੇ ਪਾਸੇ ਚੀਨ ਨੂੰ ਡਰਾਉਣ ਵਾਲੇ ਤੇ ਆਪਾਂ ਇਹਨਾਂ ਲੋਕਾਂ ਕੋਲੋਂ ਡਰੀ ਜਾਂਦੇ ਹਾਂ। ਤੁਸੀਂ ਇੱਕ ਚੀਜ਼ ਦੇਖੋ, ਜਦੋਂ ਉਹਨਾਂ ਜੁਰਮ ਕੀਤਾ ਹੋਊਗਾ ਸੰਵਿਧਾਨ ਦੇ ਅਨੁਸਾਰ, ਜੋ ਉਹਨਾਂ ਜੁਰਮ ਕੀਤਾ ਉਦੋਂ ਕਤਲ ਦੀ ਸਜ਼ਾ ਕੀ ਹੁੰਦੀ ਸੀ? ਉਮਰ ਕੈਦ ਜਾਂ ਫਾਂਸੀ। ਜੇ ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਗਈ, ਉਹਨਾਂ ਦੀ ਸਜ਼ਾ ਜਿਹੜੀ ਉਮਰ ਕੈਦ ਕੀਤੀ ਗਈ, ਤੁਸੀਂ ਉਹਨੂੰ ਆਪਣੇ ਹੁਣ ਜੇ ਮਤਲਬ ਆ ਗਿਆ ਹੋਊਗਾ ਟਿਲ ਡੈਥ, ਹੁਣ ਕਈ ਸਜ਼ਾਵਾਂ ਆਉਂਦੀਆਂ ਨੇ ਵੀ ਇਹ ਜੇਲ੍ਹ ਦੇ ਵਿੱਚ ਹੀ ਰਹੂਗਾ। ਕਾਨੂੰਨ ਤੇ ਉਦੋਂ ਦੇ ਅਨੁਸਾਰ ਕੰਮ ਕਰੇ ਨਾ ਜਦੋਂ ਮਤਲਬ ਜੁਰਮ ਹੋਇਆ। ਤੁਸੀਂ ਜ਼ਬਰਦਸਤੀ ਉਹਨਾਂ ਨੂੰ ਮਤਲਬ ਕੈਦ ਕਰਕੇ ਰੱਖਿਆ। ਦੂਜੇ ਪਾਸੇ ਆਓ ਟੈਣਾ ਸਾਹਿਬ, ਕਈ ਪੁਲਿਸ ਵਾਲੇ ਜਿਨ੍ਹਾਂ ਨੇ ਨਜਾਇਜ਼ ਬੰਦੇ ਵੀ ਮਾਰੇ, ਉਸ ਦੌਰਾਨ ਬਹੁਤ ਕੁਝ ਹੋਇਆ, ਦੋ ਪਾਸਿਓਂ ਜਾਇਜ਼ ਨਜਾਇਜ਼ ਦੋ ਪਾਸਿਓਂ ਮਰੇ, ਉਹ ਛੁੱਟੀ ਤੇ ਵੀ ਆਉਂਦੇ ਨੇ, ਕਈ ਸਜ਼ਾ ਭੁਗਤ ਕੇ ਬਾਹਰ ਵੀ ਆ ਗਏ। ਫਿਰ ਇਹ ਲੋਕ ਜਿਹੜੇ 25-25 ਸਾਲ ਤੋਂ ਅੰਦਰਲੇ, ਇਹਨਾਂ ਲਈ ਦੋਹਰਾ ਕਾਨੂੰਨ ਕਿਉਂ ਆ? ਕਈ ਬੰਦੇ ਤੁਹਾਡੇ ਕੋਲ ਐਗਜ਼ਾਮਪਲ ਨੇ ਜਿਹੜੇ ਬਾਹਰ ਆਏ ਨੇ, ਭਾਈ ਰਣਜੀਤ ਸਿੰਘ ਬਾਹਰ ਆਏ, ਵਸਣ ਸਿੰਘ ਜਫਰਵਾਲ ਬਾਹਰ ਆਏ, ਹੋਰ ਇਸ ਤਰ੍ਹਾਂ ਦੇ ਕਈ ਲੋਕ ਨੇ, ਭਾਈ ਰਣਜੀਤ ਸਿੰਘ ਤੇ ਬਾਹਰ ਮਤਲਬ ਲੋਕਾਂ ਨੂੰ ਜਾਗਰੂਕ ਕਰਦੇ ਫਿਰਦੇ ਨੇ। ਤੁਸੀਂ ਯਾਰ 25 ਸਾਲ ਬਾਅਦ ਫਿਰ ਉਹ ਆਪਣਾ ਮਾਈਂਡ ਇਹ ਲੈ ਕੇ ਆਉਣਗੇ। ਇਹਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਸੋਚਣਾ ਵਿਚਾਰਨਾ ਚਾਹੀਦਾ। ਮੈਂ ਕੋਈ ਭੜਕਾਉਣਾ ਨਹੀਂ ਚਾਹੁੰਦਾ ਕਿ ਕੇਂਦਰ ਨੂੰ ਮਤਲਬ ਬੋਲਣਾ ਸ਼ੁਰੂ ਕਰ ਦੇਵਾਂ, ਕਿਉਂਕਿ ਕਿਸੇ ਦੇ ਸਿਵੇ ਦੇ ਉੱਤੇ ਮੇਰੀ ਹੱਥ ਸੇਕਣ ਦੀ ਆਦਤ ਨਹੀਂ ਹੈਗੀ। ਕਈ ਲੋਕ ਜਿਹੜੇ ਬਾਹਰ ਆਏ, ਜਿਹੜੇ ਮਤਲਬ ਜਿਨ੍ਹਾਂ ਨੇ ਕੈਦ ਕੱਟੀ, ਤੇ ਕਈ ਉਹ ਲੋਕ ਵੀ ਜਿਹੜੇ ਉਦੋਂ ਲੁੱਟਾਂ ਖੋਹਾਂ ਕਰਦੇ ਰਹੇ ਉਸ ਮੁਹਿੰਮ ਦੇ ਨਾਂ ਦੇ ਉੱਤੇ, ਕਈ ਪੁਲਿਸ ਵਾਲੇ, ਕਈ ਦੂਜੇ ਤੀਜੇ, ਉਹ ਪੰਥ ਨਾਲ ਜਿਹੜੇ ਲੋਕ ਘਾਣ ਕਰਦੇ ਰਹੇ, ਉਹਨਾਂ 'ਚੋਂ ਕਈ ਮੰਤਰੀ ਤੇ ਕਈ MLA ਵੀ ਬਣੇ, ਤੇ ਕਈਆਂ ਜਿਨ੍ਹਾਂ ਪੰਥ ਨੂੰ ਕੇਂਦਰ ਦੇ ਕੋਲ ਗਹਿਣੇ ਹੀ ਪਾ ਦਿੱਤਾ, ਉਹਦੇ ਹੱਥਾਂ 'ਚ ਹੀ ਖੇਡਦੇ ਰਹੇ, ਜਿੱਡੀ ਵੱਡੀ ਗਦਾਰੀ ਓਡਾ ਵੱਡਾ ਅਹੁਦਾ, ਉਹ ਕਈ ਉਹਦੇ ਵਿੱਚੋਂ ਮੁੱਖ ਮੰਤਰੀ ਵੀ ਬਣੇ। ਉਹ ਕਹਿੰਦੇ ਆ ਨਾ ਵੀ ਗਜਬ ਨਹੀਂ ਹੈ ਜੋ ਤੁੱਕਾ ਵੀ ਤੀਰ ਹੋ ਜਾਏ, ਫਟੇ ਜੋ दूध तो वो पनीर हो जाए, मवालियों को ना देखा करो हिकारत से, ना जाने कौन सा गुंडा कब वजीर हो जाए। ਮਤਲਬ ਇਹ ਲੋਕ ਉਹਨਾਂ ਵਜ਼ਾਰਤਾਂ ਵੀ ਢਾ ਲਿਆ ਤੇ ਜਿਨ੍ਹਾਂ ਨੂੰ 25-25 30-30 ਸਾਲ ਅੰਦਰ ਹੋ ਗਏ ਆ ਤੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਬਾਰੇ ਵਿਚਾਰ ਹੀ ਨਹੀਂ ਕਰ ਰਹੇ। ਮੁੱਖ ਮੰਤਰੀ ਤੋਂ ਮੈਨੂੰ ਯਾਦ ਆਉਂਦਾ ਜੀ ਸਾਰ ਪ੍ਰਕਾਸ਼ ਸਿੰਘ ਬਾਦਲ, ਉਹ ਵੀ ਰਿਹਾਈ ਮੰਗ ਰਹੇ ਨੇ। ਮਤਲਬ ਉਹ ਬੰਦੀ ਸਿੰਘਾਂ ਦੇ ਉੱਤੇ ਧਾਮੀ ਜੀ ਗਏ। ਮੈਂ ਉਹਦੇ ਨਾਲ ਸਹਿਮਤ ਨਹੀਂ ਕਿ ਜੋ ਉਹਨਾਂ ਨਾਲ ਕੀਤਾ ਗਿਆ, ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਕਿ ਹਰ ਬੰਦੇ ਨੂੰ ਆਉਣ ਦਿਓ, ਬਾਦਲਾਂ ਨੂੰ ਉੱਥੇ ਸੱਦਾ ਦਿੱਤਾ ਜਾਵੇ ਕਿ ਤੁਸੀਂ ਵੀ ਇੱਥੇ ਆਓ ਤੇ ਜਿਹੜੀ ਤੁਸੀਂ ਬੰਦੀ ਸਿੱਖਾਂ ਦੀ ਆਵਾਜ਼ ਬੁਲੰਦ ਕਰ ਰਹੇ ਹੋ, ਰਿਹਾ ਹੋਣੇ ਚਾਹੀਦੇ ਆ। ਉਸ ਤੋਂ ਪਹਿਲਾਂ ਤੁਸੀਂ ਗੁਰਬਾਣੀ ਰਿਹਾ ਕਰਕੇ ਆਓ, ਜਿਹਨੂੰ ਤੁਸੀਂ ਵੀ ਨਜ਼ਰਬੰਦ ਕੀਤਾ ਹੋਇਆ, ਤੁਹਾਡੀ ਮਰਜ਼ੀ ਤੋਂ ਬਗੈਰ ਉਹ ਲੋਕਾਂ ਦੇ ਘਰਾਂ 'ਚ ਦੇਖੀ ਨਹੀਂ ਜਾ ਸਕਦੀ। ਤੁਸੀਂ 328 ਸਰੂਪ ਜਿਹੜੇ ਚੋਰੀ ਦਿੱਤੇ ਗਏ, ਉਦੋਂ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰਨਾ ਚਾਹੁੰਦੀ ਸੀ ਔਰ ਤੁਹਾਡੀ ਕੈਪਟਨ ਨਾਲ ਸਾਂਝ ਕਰਕੇ ਹੋ ਨਹੀਂ ਪਾਈ, ਉਹ 328 ਸਰੂਪ ਜਿਹੜੇ ਉਹ ਰਿਹਾ ਕਰਕੇ ਆਓ। ਅੱਗੋਂ ਇਹਨਾਂ ਦੇ ਬਾਰੇ ਮੈਂ ਦੱਸਾਂ, ਇਹ ਬੰਦੀ ਸਿੰਘਾਂ ਦੀ ਮਤਲਬ ਰਿਹਾਈ ਮੰਗਦੇ ਨੇ। ਤੁਹਾਡੇ ਸਰਕਾਰ 'ਚ ਹੁੰਦਿਆਂ, ਕੇਂਦਰ ਦੇ ਵਿੱਚ ਤੁਹਾਡੀ ਭਾਈਵਾਲ ਸਰਕਾਰ ਹੁੰਦਿਆਂ, ਤੁਸੀਂ ਕਦੀ ਵੀ ਇਹਦੇ ਉੱਤੇ ਇਹ ਮੰਗ ਨਹੀਂ ਕੀਤੀ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ। ਤੁਸੀਂ ਕਦੀ ਵੀ ਇਹਨਾਂ ਦੇ ਉੱਤੇ ਐਫਰਟ ਨਹੀਂ ਕੀਤਾ। ਮੈਂ ਬਾਦਲਾਂ ਨੂੰ ਪੁੱਛਣਾ ਚਾਹੁੰਦਾ ਬੰਦੀ ਸਿੰਘਾਂ ਦੀ ਰਿਹਾਈ ਤੋਂ ਪਹਿਲਾਂ ਕਿ ਕਈ ਨਜਾਇਜ਼ ਲੋਕ ਪੁਲਿਸ ਵੱਲੋਂ ਵੀ ਮਾਰੇ ਗਏ ਸੀਗੇ। ਜ਼ਰੂਰੀ ਤਾਂ ਨਹੀਂ ਕਿ ਪੁਲਿਸ ਨੇ ਬਿਲਕੁਲ ਠੀਕ ਕੰਮ ਕੀਤਾ ਸੀਗਾ ਵੀ ਕਾਤਲ ਨੂੰ ਮਾਰਿਆ ਹੋਊਗਾ। ਕਈ ਨਜਾਇਜ਼ ਬੰਦੇ ਉਹਨਾਂ ਵੀ ਮਾਰੇ ਜਿਹੜੇ ਉਹਨਾਂ ਦੇ ਉੱਤੇ ਕੇਸ ਚੱਲਦੇ ਸੀ। ਤੁਹਾਡੀ ਸਰਕਾਰ ਵੇਲੇ ਸਰਕਾਰੀ ਵਕੀਲ ਤੁਹਾਡੇ ਮੱਤੇਵਾਲ ਸਾਹਿਬ ਐਡਵੋਕੇਟ ਜਨਰਲ ਸੀ, ਉਹ ਵੀ ਲੜਦੇ ਰਹੇ। ਅੱਗੇ ਆ ਜਾਓ, ਕਈ SGPC ਮੁਲਾਜ਼ਮ ਮਰੇ, ਤੁਹਾਡੀ ਸਰਕਾਰ ਨੇ ਪੁਲਿਸ ਵਾਲਿਆਂ ਦੇ ਕੇਸ ਲੜੇ। ਉਸ ਤੋਂ ਅੱਗੇ ਆ ਜਾਓ, ਸਤਨਾਮ ਸਿੰਘ ਕਲੇਰ, ਜਿਨ੍ਹਾਂ ਨੇ ਬਹੁਤ ਸਾਰੇ ਪੁਲਿਸ ਵਾਲਿਆਂ ਦੇ ਕੇਸ ਲੜੇ। ਟਹਿਣਾ ਸਾਹਿਬ, ਤੁਸੀਂ ਤੇ ਉਹਨਾਂ ਨੂੰ ਸਿੱਖ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਾ ਦਿੱਤਾ ਤੇ ਤੁਸੀਂ ਕਿਹੜੇ ਮਤਲਬ ਮੂੰਹ ਦੇ ਨਾਲ ਯਾਰ ਗੱਲਾਂ ਕਰਦੇ ਹੋ? ਤੁਸੀਂ ਅੱਜ ਕਹਿ ਰਹੇ ਹੋ ਕਿ
ਫਲਾਣੇ ਬੰਦੀ ਸਿੰਘ ਹੈ ਜੀ, ਉਹਨਾਂ ਨੂੰ ਅਸੀਂ ਮਾਲੀ ਮੱਤ ਜਿਹੜੀ ਸ਼੍ਰੋਮਣੀ ਕਮੇਟੀ ਤੋਂ ਦੇਵਾਂਗੇ। ਅੱਜ ਲੋਕਾਂ ਨੇ ਤੁਹਾਨੂੰ ਪਛਾੜ ਹੀ ਦਿੱਤਾ, ਤੁਹਾਨੂੰ ਦਰਕਨਾਰ ਹੀ ਕਰ ਦਿੱਤਾ। ਔਰ ਇਹਨਾਂ ਦਾ ਇੱਕ ਬੁਲਾਰਾ ਬੋਲਦਾ ਸੀ, ਅਸੀਂ ਬੰਦੀ ਸਿੰਘਾਂ ਨੂੰ ਕਿਹਾ ਸੀ ਇਲੈਕਸ਼ਨ ਲੜੋ, ਤੇ ਇਹ ਲੜੇ ਕਿਉਂ ਨਹੀਂ? ਤੁਸੀਂ ਤੇ ਆਪਣੀ ਹੋਂਦ ਬਚਾਉਣ ਨੂੰ ਉਹਨਾਂ ਨੂੰ ਕਿਹਾ ਸੀਗਾ। ਯਾਰ ਲੱਖ ਲਾਹਣਤ ਹੈ ਤੁਹਾਡੇ ਉੱਤੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਮਾਲੀ ਮੱਤ ਤੁਸੀਂ ਪਹਿਲਾਂ ਕਿਉਂ ਨਹੀਂ 20-25 ਸਾਲ ਤੋਂ ਕੀਤੀ? ਇਸ ਦੌਰ ਨੂੰ ਤੇ 25-30 ਸਾਲ ਹੋ ਗਏ ਨਾ ਨਿਕਲੇ ਨੂੰ, ਉਦੋਂ ਕਿਉਂ ਨਹੀਂ ਮਾਲੀ ਮੱਤ ਕੀਤੀ? ਅੱਜ ਆਪਣੀ ਹੋਂਦ ਬਚਾਉਣ ਲਈ, ਆਪਣੀਆਂ ਲੋੜਾਂ ਲਈ ਤੁਸੀਂ ਇਹ ਕਰ ਰਹੇ ਹੋ। ਤੁਹਾਡੇ ਬਾਰੇ ਮੈਂ ਜੇ ਕਹਾਂ ਨਾ, ਬਾਦਲਾਂ ਬਾਰੇ, ਕਿ ਇਹ ਏਡੇ ਬਸ਼ਰਮ ਲੋਕ ਨੇ ਜਿਹੜੇ ਇਹਦੇ ਉੱਤੇ ਰਿਹਾਈ ਮੰਗ ਰਹੇ ਨੇ। ਪਹਿਲਾਂ ਤੁਸੀਂ ਗੁਰਬਾਣੀ ਰਿਹਾ ਕਰੋ ਕਿ ਜਿਵੇਂ ਕੋਈ ਬੰਦਾ ਨੰਗਾ ਨਹੀਂ ਫੜਿਆ ਜਾਂਦਾ, ਕਿਤੇ ਬਾਹਰ ਬੈਠਾ ਉਹਨੂੰ ਕਿਤੇ ਨੰਗੇ ਨੂੰ ਫੜ ਲਓ ਤੇ ਐਡਾ ਬਸ਼ਰਮ ਗਾਊਗਾ ਵੀ ਮੈਂ ਧੁੱਪ ਸੇਕਣ ਡਿਆ ਹਾਂ। ਯਾਰ ਮੈਨੂੰ ਐਵੇਂ ਗਲਤ ਨਾ ਸਮਝੋ। ਇਸ ਤਰੀਕੇ ਦੇ ਜਿਹੜੇ ਇਹ ਲੋਕ ਨੇ, ਇਹਨਾਂ ਨੇ ਇਹ ਕੀਤਾ। ਅੱਗੇ ਤੁਸੀਂ ਮੈਂ ਗੱਲ ਕਰ ਜਾਰੀ ਰੱਖੋ ਕਿ ਜਿਹੜੇ ਬੰਦੇ ਇਹਨਾਂ ਦਾ ਵਿਰੋਧ ਕਰ ਰਹੇ ਆ ਟੈਣਾ ਸਾਹਿਬ, ਉਹਦੇ ਵਿੱਚ ਸਾਰ ਰਵਨੀਤ ਸਿੰਘ ਬਿੱਟੂ ਨੇ। ਮੈਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦਾ, ਮੈਂ ਕੋਈ ਉਹਨਾਂ ਨੂੰ ਉਕਸਾਉਣਾ ਜਾਂ ਕੋਈ ਮੈਂ ਮਾੜਾ ਨਹੀਂ ਬੋਲਣਾ ਚਾਹੁੰਦਾ। ਮੈਂ ਸਾਰ ਰਵਨੀਤ ਸਿੰਘ ਬਿੱਟੂ ਨੂੰ ਵੀ ਇੱਕ ਬੇਨਤੀ ਕਰਦਾ ਕਿ ਬਿੱਟੂ ਜੀ, ਤੁਹਾਡੇ ਦਾਦਾ ਜੀ ਦੀ ਮੌਤ ਤੇ ਦੁੱਖ ਹੈ, ਕਿਸੇ ਦੇ ਪਰਿਵਾਰ ਦਾ ਵੀ ਜੀ ਜਾਵੇ, ਉਹਦਾ ਦਿਲ ਦੁਖਦਾ। ਤੁਹਾਡੀਆਂ ਭਾਵਨਾਵਾਂ, ਤੁਹਾਡਾ ਕਿੰਨਾ ਤੁਹਾਡੇ ਦਾਦਾ ਜੀ ਦੇ ਨਾਲ ਪਿਆਰ ਹੋਊਗਾ। ਤੁਹਾਡੇ ਦਾਦਾ ਜੀ ਨੂੰ ਚਾਹਣ ਵਾਲਿਆਂ ਦੀ ਗਿਣਤੀ ਵੀ ਬਹੁਤ ਹੋਊਗੀ ਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ। ਇੱਥੋਂ ਤੁਸੀਂ ਅੱਗੇ ਆਓ, ਤੁਹਾਡੇ ਦਾਦਾ ਜੀ ਕਰਕੇ ਸੰਵਿਧਾਨ ਨੇ, ਲੋਕਾਂ ਦੀ ਹਮਦਰਦੀ ਨੇ ਤੁਹਾਨੂੰ ਕੀ ਕੁਝ ਦਿੱਤਾ। ਤੁਹਾਡੇ ਤਾਇਆ ਜੀ ਮੰਤਰੀ, ਤੁਹਾਡੇ ਭੂਆ ਜੀ ਮੰਤਰੀ ਰਹੇ, ਤੁਹਾਡੀ ਦਾਦੀ ਜੀ ਨੂੰ ਜੇ ਮੈਂ ਭੁੱਲਾਂ ਨਾ ਤੇ ਕੈਬਨਿਟ ਦਾ ਜਿਹੜਾ ਉਹ ਦਰਜਾ ਦਿੱਤਾ ਗਿਆ, ਕੈਬਨਿਟ ਰੈਂਕ ਦਿੱਤਾ ਗਿਆ। ਭਰਾ ਤੁਹਾਡਾ ਐਮਐਲਏ, ਇੱਕ ਭਰਾ ਤੁਹਾਡਾ ਪੀਪੀਐਸ, ਉਸੇ ਮਤਲਬ ਲੜਾਈ ਦੀ ਭੇਂਟ ਦੇ ਵਿੱਚ ਉਹ ਬੰਦਾ ਪੀਪੀਐਸ ਬਣਿਆ। ਤੁਸੀਂ ਕਈ ਵਾਰੀ ਜਿਹੜਾ ਉਹ ਐਮਪੀ ਬਣੇ ਹੋ। ਇੰਨਾ ਮਾਨ ਸਤਿਕਾਰ, ਤੇ ਹੋਰ ਬਹੁਤ ਸਾਰੇ ਲੋਕ ਮਰੇ ਸੀ, ਕਿਸੇ ਨੂੰ ਵੀ ਨਹੀਂ ਮਤਲਬ ਇੰਨਾ ਮਾਨ ਸਤਿਕਾਰ ਮਿਲਿਆ ਹੋਣਾ ਜਿੰਨਾ ਤੁਹਾਡੇ ਪਰਿਵਾਰ ਨੂੰ ਦਿੱਤਾ ਗਿਆ। ਤੁਸੀਂ ਥੋੜਾ ਵੱਡਾ ਦਿਲ ਵਿਖਾਓ। ਜੇ ਉਹਨਾਂ ਸੰਵਿਧਾਨ ਦੇ ਅਨੁਸਾਰ ਸਜ਼ਾਵਾਂ ਭੁਗਤ ਲਈਆਂ ਟਹਿਣਾ ਸਾਹਿਬ, ਮੇਰੇ ਖਿਆਲ ਨਾਲ ਉਹਨਾਂ ਦਾ ਵਿਰੋਧ ਨਹੀਂ ਕਰਨਾ ਬਣਦਾ। ਤੁਸੀਂ ਪੋਲੀਟੀਕਲੀ ਲੀਡਰ ਹੋ, ਤੁਸੀਂ ਲੋਕਾਂ ਦੇ ਨੁਮਾਇੰਦੇ ਹੋ, ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਇਹ ਮੰਗ ਕਰੋ। ਇੱਕ ਪਾਸੇ ਤੁਸੀਂ ਰਾਹੁਲ ਜੀ, ਮੇਰੇ ਛੋਟੇ ਛੋਟੇ ਤੁਹਾਨੂੰ ਸਵਾਲ ਨੇ, ਸੌਰੀ ਰਵਨੀਤ ਬਿੱਟੂ ਨੂੰ, ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਰਾਹੁਲ ਗਾਂਧੀ ਮੇਰਾ ਗੁਰੂ ਹੈ, ਮੈਨੂੰ ਪੱਗ ਬੰਨਣੀ ਜਿਹੜੀ ਉਹ ਰਾਹੁਲ ਗਾਂਧੀ ਨੇ ਇਹ ਨਸੀਹਤ ਦਿੱਤੀ, ਇਹ ਸਿੱਖਿਆ ਦਿੱਤੀ ਕਿ ਤੂੰ ਪੱਗ ਬੰਨਣੀ ਹੈ, ਤੇ ਫਿਰ ਤੁਹਾਡੇ ਗੁਰੂ ਨੇ ਤੇ ਆਪਣੇ ਪਿਓ ਦੇ ਕਾਤਲਾਂ ਨੂੰ ਮਾਫ ਕਰ ਦਿੱਤਾ। ਤੁਸੀਂ ਵੀ ਤੇ ਉਸ ਲਈ ਤੇ ਚੱਲ ਪਓ ਨਾ ਯਾਰ। ਅੱਗੇ ਆ ਜਾਓ, ਕਾਂਗਰਸ ਦੇ ਬਾਨੀ ਜਿਹਦਾ ਨਾਂ ਵਰਤ ਕੇ 70 ਸਾਲ ਕਾਂਗਰਸ ਨੇ ਰਾਜ ਕੀਤਾ, ਮਹਾਤਮਾ ਗਾਂਧੀ, ਉਹਨਾਂ ਨੂੰ ਨੱਥੂ ਰਾਮ ਗੋਡਸੇ ਨੇ ਗੋਲੀਆਂ ਮਾਰੀਆਂ ਸੀਗੀਆਂ ਜੀ। ਨੱਥੂ ਰਾਮ ਗੋਡਸੇ ਨੂੰ 15 ਨਵੰਬਰ 1949 ਨੂੰ ਫਾਂਸੀ ਦਿੱਤੀ ਗਈ ਟਹਿਣਾ ਸਾਹਿਬ। ਫਾਂਸੀ ਤੋਂ ਪਹਿਲਾਂ ਉਹਨੂੰ, ਨੱਥੂ ਰਾਮ ਨੂੰ ਤੇ ਨਰਾਇਣ ਜਿਹੜਾ ਆਪਟੇ ਸੀਗਾ, ਗਾਂਧੀ ਦੇ ਦੋਵਾਂ ਬੇਟਿਆਂ ਨੇ ਕਿਹਾ ਕਿ ਇਹਨਾਂ ਦੀ ਸਜ਼ਾ ਜਿਹੜੀ ਉਹ ਮਾਫ ਕਰ ਦਿੱਤੀ ਜਾਵੇ। ਇਹ ਔਨ ਰਿਕਾਰਡ ਹੈ। ਉਹਨੇ ਜਵਾਹਰ ਲਾਲ ਨਹਿਰੂ ਜਦੋਂ ਪ੍ਰਧਾਨ ਮੰਤਰੀ ਸੀਗੇ ਸਵਰਗੀ, ਤੇ ਵੱਲਭ ਭਾਈ ਪਟੇਲ ਜਿਹੜੇ ਸਵਰਗੀ ਮਤਲਬ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੂੰ ਇਹ ਕਿਹਾ ਕਿ ਯਾਰ ਇਹਨਾਂ ਦੀ ਜਿਹੜੀ ਸਜ਼ਾ ਮਾਫ ਕਰ ਦਿੱਤੀ ਜਾਵੇ। ਫਿਰ ਤੁਸੀਂ ਉਹਨੂੰ ਹੀ ਆਈਡਲ ਮੰਨ ਕੇ ਇਹਨਾਂ ਲੋਕਾਂ ਦਾ ਯਾਰ ਵਿਰੋਧ ਕਿਉਂ ਕਰਦੇ ਹੋ? ਇਹਨਾਂ ਸਜ਼ਾਵਾਂ ਨੱਥੂ ਰਾਮ ਗੋਡਸੇ ਨੇ ਤੇ ਬੰਦਿਆਂ ਨੇ ਜੇ ਸਜ਼ਾ ਭੁਗਤਣੀ ਸੀਗੀ, ਇਹਨਾਂ ਤੇ ਸਜ਼ਾ ਭੁਗਤ ਲਈ ਹੈ ਯਾਰ। ਤੁਸੀਂ ਤਾਂ ਵੀ ਮਤਲਬ ਇਹਨਾਂ ਨੂੰ ਨਹੀਂ ਰਿਹਾ ਹੋਣ ਦੇਣਾ ਚਾਹੁੰਦੇ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਰਿਹਾਈ ਲਈ ਤੁਹਾਡਾ ਫਰਜ਼ ਬਣਦਾ ਇਹਨਾਂ ਲੋਕਾਂ ਦੀ ਰਿਹਾਈ ਮੰਗੋ। ਤੁਸੀਂ ਇਹ ਨਾ ਵੇਖੋ ਵੀ ਇਹ ਇਕੱਲੇ ਬੰਦੀ ਸਿੰਘ ਅੰਦਰ ਨੇ, ਉਹਨਾਂ ਦੇ ਪਰਿਵਾਰ ਕਿੰਨੇ ਉਹਨਾਂ ਦੇ ਨਾਲ ਜੁੜੇ ਹੋਣਗੇ, ਬਾਪ ਬੱਚੇ, ਤੁਸੀਂ ਅੱਗੇ ਲਾ ਲਓ ਉਹਨਾਂ ਦੀਆਂ ਭੈਣਾਂ ਭਰਾ, ਕਿੱਡੀ ਉਹ ਤਾਂਘ ਨਾਲ ਵੇਖਦੇ ਹੋਣਗੇ ਯਾਰ। ਤੁਸੀਂ ਉਹ ਇਕੱਲਿਆਂ ਦਾ ਨਾ ਵੇਖੋ। ਸੋ ਬਿੱਟੂ ਜੀ, ਮੇਰੀ ਤੁਹਾਨੂੰ ਇਹ ਛੋਟੀ ਜੀ ਨਸੀਹਤ ਹੈ ਕਿ जीतने का ये हुनर भी आजमाना चाहिए, भाइयों से जंग हो तो हार जाना चाहिए। वाह। और ਅੱਗੇ ਮੈਂ ਥੋੜ੍ਹੀਆਂ ਮਿਸਾਲਾਂ ਦੇਣਾ ਚਾਹੁੰਦਾ ਕਿ ਬਿੱਟੂ ਜੀ, ਤੁਹਾਡੇ ਜਜ਼ਬਾਤ ਬਹੁਤ ਕਾਊਂਟ ਕਰਦੇ ਨੇ। ਮੈਂ ਉਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ। ਜਰਮਨੀ ਦੇ ਵਿੱਚ 12 ਜਣੇ ਇੱਕ ਘਰ ਦੇ ਮਰੇ। ਉਹਨਾਂ ਦੇ ਵਿੱਚ ਲਿਲੀ ਹੈਨਮੈਨ, ਉਹਨੇ ਉਹ ਜਿਹੜਾ ਪਰਿਵਾਰ ਦਾ ਮੁਖੀ ਸੀਗੇ, ਉਹਨਾਂ ਨੂੰ ਮਾਫ ਕਰ ਦਿੱਤਾ ਜਿੰਨੇ ਮਤਲਬ ਮਾਰੇ ਸੀਗੇ। ਦੂਜੇ ਨੰਬਰ ਤੇ ਆ ਜਾਓ, ਨਿਊਜ਼ੀਲੈਂਡ ਦੇ ਵਿੱਚ ਮਸਜਿਦ ਦੇ ਉੱਤੇ ਅਟੈਕ ਹੁੰਦਾ, ਇੱਕ ਬ੍ਰੈਂਟਨ ਨਾਂ ਦਾ ਜਿਹੜਾ ਬੰਦਾ ਕਰਦਾ, ਉਹਨੂੰ ਸਜ਼ਾ ਨਹੀਂ ਦਿੱਤੀ ਗਈ। ਇਸ ਤੋਂ ਵੱਡਾ ਤੇ ਮਤਲਬ ਉਹਨਾਂ ਲੋਕਾਂ ਲਈ ਨਹੀਂ ਨਾ ਸਕਦਾ ਇੱਕ ਧਰਮ ਲਈ ਕਿ ਕਿਸੇ ਦੀ ਮਸਜਿਦ ਦੇ ਉੱਤੇ ਆਪਾਂ ਤੇ ਜੇ ਹਰਿਮੰਦਰ ਸਾਹਿਬ ਵਾਲਾ ਅਟੈਕ ਭੁੱਲਦੇ ਹੀ ਨਹੀਂ। ਇੱਕ ਮਸਜਿਦ ਦੇ ਉੱਤੇ ਅਟੈਕ ਕੀਤਾ ਤੇ ਉਹਨੂੰ ਸਜ਼ਾ ਨਹੀਂ ਦਿੱਤੀ ਗਈ। ਉਹਨੂੰ ਰੀਹੈਬ ਸੈਂਟਰ ਦੇ ਵਿੱਚ ਭੇਜਿਆ ਗਿਆ ਕਿ ਯਾਰ ਇਹਦੀਆਂ ਤੁਸੀਂ ਕਲਾਸਿਸ ਲਾਓ, ਇਹਦੀ ਜਿਹੜੀ ਮਨੋਦਸ਼ਾ ਉਹ ਠੀਕ ਕਰੋ। ਜਮਾਲ ਖਸ਼ੋਗੀ ਪੱਤਰਕਾਰ, ਤੁਸੀਂ ਜਰਨਲਿਸਟ ਹੋ, ਤੁਸੀਂ ਜਾਣਦੇ ਹੋਗੇ, ਉਹਦਾ ਕਤਲ ਹੋ ਜਾਂਦਾ। 5 ਜਣਿਆਂ ਨੇ ਉਹਦਾ ਕਤਲ ਕੀਤਾ। ਸਾਊਦੀ ਅਰਬ ਦੇ ਵਿੱਚ ਉਹਦੇ ਮੁੰਡੇ ਨੇ ਉਹਨਾਂ ਨੂੰ ਮਾਫ ਕਰ ਦਿੱਤਾ। ਸਾਊਦੀ ਅਰਬ ਨਾਲੋਂ ਵੀ ਇੱਥੇ ਮਤਲਬ ਕਾਨੂੰਨ ਸਾਡੇ ਜ਼ਿਆਦਾ ਸਖਤ ਹੈ। ਅੱਗੇ ਆ ਜਾਓ, ਸ਼ਿਕਾਗੋ ਦੇ ਵਿੱਚ ਮਾਂ ਨੇ ਆਪਣੀ ਕੁੜੀ ਦੇ ਕਾਤਲਾਂ ਨੂੰ 10 ਸਾਲ ਬਾਅਦ ਮਾਫ ਕਰ ਦਿੱਤਾ। ਹੁਣ ਮੈਂ ਇੰਡੀਆ ਦੀ ਐਗਜ਼ਾਮਪਲ ਕਾਂਗਰਸੀ ਬੰਦੇ ਦੀ ਦੇ ਦਿੰਨਾ ਜੀ।
ਜੈਸਿਕਾ ਲਾਲ ਦਾ ਕਤਲ ਹੁੰਦਾ, ਆਪਾਂ ਸਾਰੇ ਬੜਾ ਵੱਡਾ ਮਤਲਬ ਬਹੁਤ ਹਾਈਲਾਈਟ ਹੋਇਆ ਸੀਗਾ। ਉਹਦੀ ਭੈਣ ਹੈ ਸਬਰੀਨਾ ਲਾਲ। ਇਹਨਾਂ ਦੇ ਹੀ ਕਾਂਗਰਸੀ ਮੰਤਰੀ ਜਿਹੜੇ ਮਨੋਜ ਸ਼ਰਮਾ, ਉਹਦੇ ਮੁੰਡੇ ਮਨੂ ਸ਼ਰਮਾ ਨੂੰ ਉਹਨੇ ਮਾਫ ਕਰ ਦਿੱਤਾ 12 ਸਾਲਾਂ ਬਾਅਦ। ਉਹ ਹੁਣ ਜੇਲ੍ਹ ਤੋਂ ਬਾਹਰ ਕੰਮ ਕਰਦਾ ਔਰ ਆਪਣੀ ਹਾਜ਼ਰੀ ਸਿਰਫ ਲਾਉਂਦਾ ਔਰ ਉਹਨੂੰ ਮਾਫੀ ਦਿੱਤੀ ਗਈ। ਅੱਗੇ ਆ ਜਾਓ, ਮੈਂ ਸਾਰੀਆਂ ਤੁਸੀਂ ਆ ਸਾਰੀਆਂ ਡਿਟੇਲਾਂ ਮੈਂ ਕੱਢ ਕੇ ਮਤਲਬ ਲਿਆਇਆ। ਡੌਰੀ ਤੇ ਜੀਨ, ਉਹਦੇ ਬੇਟੇ ਦਾ ਕਤਲ ਹੋ ਜਾਂਦਾ, ਉਹਨਾਂ ਨੂੰ ਉਹ ਜਿਹੜੇ ਪੇਰੈਂਟਸ ਨੇ ਉਹ ਮਾਫ ਕਰ ਦਿੰਦੇ ਨੇ। ਨੈਟਫਲਿਕਸ ਦੇ ਉੱਤੇ ਫਿਲਮ ਹੈ, ਤੁਸੀਂ ਦੇਖੋ, ਉਹਦਾ ਨਾਂ ਹੈ ਆਈ ਐਮ ਏ ਕਿਲਰ। ਅਵਧ ਦੇ ਸੁਲੇਮਾਨ ਨੇ, ਉਹਦੇ ਮੁੰਡੇ ਨੂੰ ਕਤਲ ਕਰ ਦਿੱਤਾ ਗਿਆ, ਮਤਲਬ ਸੁਲੇਮਾਨ ਦੇ ਮੁੰਡੇ ਨੂੰ, ਜਿੱਥੇ ਮਤਲਬ ਸ਼ਰਤ ਹੀ ਇਹ ਆ ਕਿ ਬੰਦੇ ਦੇ ਬਦਲਾ। ਉਹਦੇ ਮੁੰਡੇ ਨੂੰ 2017 ਦੇ ਵਿੱਚ ਉਹਨੇ ਕਾਤਲਾਂ ਨੂੰ ਮਾਫ ਕਰ ਦਿੱਤਾ। ਯਾਰ ਤੁਸੀਂ ਮਤਲਬ ਫਿਰ ਤੁਸੀਂ ਵੱਡਾ ਦਿਲ ਵਿਖਾਓ ਨਾ, ਤੁਹਾਨੂੰ ਤੁਹਾਡੇ ਅੰਦਰ ਮਨ ਦੇ ਅੰਦਰ ਰਹਿਮ ਹੋਣਾ ਚਾਹੀਦਾ। ਤੁਹਾਨੂੰ ਮੈਂ ਅਪੀਲ ਕਰ ਸਕਦਾ ਅੱਗੋਂ, ਤੁਸੀਂ ਦੇਖੋ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਸੋ ਇੰਨਾ ਜ਼ਿਆਦਾ ਮਤਲਬ ਫਾਇਦਾ ਵੀ ਲੈ ਕੇ, ਇੰਨੀ ਜ਼ਿਆਦਾ ਮਤਲਬ ਸ਼ੌਹਰਤ ਵੀ ਹੰਢਾ ਕੇ, ਇੰਨਾ ਜ਼ਿਆਦਾ ਰੁਤਬਾ ਵੀ ਹੰਢਾ ਕੇ ਆਪਾਂ ਇਹਨਾਂ ਦੇ ਸਿਰ ਦੇ ਉੱਤੇ ਸਿਆਸਤ ਨਾ ਕਰੀਏ। ਹੁਣ ਇਹਨਾਂ ਦਾ ਟਾਈਮ ਹੋ ਗਿਆ, ਇਹਨਾਂ ਨੂੰ ਰਿਹਾ ਕਰਨਾ ਚਾਹੀਦਾ। ਇਸ ਤੋਂ ਅੱਗੇ ਮੈਂ ਆਉਣਾ ਚਾਹੁੰਦਾ ਟੈਣਾ ਸਾਹਿਬ, ਮੈਂ ਮੋਦੀ ਸਾਹਿਬ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਫਿਰ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਮੈਂ ਇਹ ਨਹੀਂ ਕਿ ਊਲ ਜਲੂਲ ਬੋਲੂੰਗਾ ਤੇ ਪੰਜਾਬ ਦੇ ਜੋ ਹਾਲਾਤ ਆ ਮੈਨੂੰ ਬਹੁਤ ਜ਼ਿਆਦਾ TRP ਮਿਲੂਗੀ, ਮਤਲਬ ਵੀ ਮੋਦੀ ਸਾਹਿਬ ਦੇ ਖਿਲਾਫ ਮੈਂ ਬੋਲਾਂ। ਮੈਂ ਊਲ ਜਲੂਲ ਇਸ ਕਰਕੇ ਨਹੀਂ ਬੋਲਣਾ ਵੀ ਕਦੀ ਵੀ ਕਿਸੇ ਬਗਾਨੇ ਸਿਵੇ ਦੇ ਉੱਤੇ ਹੱਥ ਨਹੀਂ ਸੇਕੇ। ਜੋ ਸੱਚਾਈ ਹੈ, ਮੈਂ ਮੋਦੀ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਮੇਰੀ ਰਿਕੁਐਸਟ ਹੈ, ਲੋਕ ਤੁਹਾਡੇ ਬੈਠੇ ਨੇ, ਪਤਾ ਨਹੀਂ ਤੁਸੀਂ ਸਾਨੂੰ ਸੁਣਦੇ ਹੋ ਕਿ ਨਹੀਂ, ਮਤਲਬ ਸਾਡੇ ਜਜ਼ਬਾਤ ਤੁਸੀਂ ਵੇਖੋ ਕਿ ਦੇਸ਼ ਪ੍ਰਤੀ ਤੁਸੀਂ ਕੁਝ ਵੀ ਸੋਚਦੇ ਹੋਗੇ। ਮੈਂ ਤੁਹਾਡੀ ਨੀਤ ਦੇ ਉੱਤੇ ਮਤਲਬ ਨੀਤ ਦੇ ਉੱਤੇ ਸ਼ੰਕਾ ਨਹੀਂ ਕਰਦਾ, ਪਰ ਪੰਜਾਬ ਦੇ ਵਿੱਚ ਤੁਹਾਡੇ ਮਨ 'ਚ ਕਿਤੇ ਨਾ ਕਿਤੇ ਗੁੱਸਾ ਹੈ, ਚਾਹੇ ਉਹ ਕਿਸਾਨ ਅੰਦੋਲਨ ਨੂੰ ਲੈ ਕੇ, ਚਾਹੇ ਉਹ ਤੁਸੀਂ ਜੋ ਤੁਹਾਡੇ ਨਾਲ ਉੱਥੇ ਹੋਇਆ ਜਿਹੜਾ ਹੈ, ਤੇ ਚਾਹੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਹ ਪੰਜਾਬੀ ਬਹੁਤ ਵੱਡੇ ਜਿਹੜਾ ਤੇ ਸਾਡੇ ਲਈ ਖਤਰਾ ਨੇ। ਸੋ ਕਿਤੇ ਨਾ ਕਿਤੇ ਤੁਸੀਂ ਕਿਹੜ ਜਿਹੜੀ ਆਪਣੇ ਮਨ ਦੇ ਵਿੱਚ ਕੱਢ ਰਹੇ ਹੋ ਪੰਜਾਬੀਆਂ ਨੂੰ, ਤੋਤੋਂ ਤੇ ਸਾਨੂੰ ਬਹੁਤ ਜੱਫੀਆਂ ਪਾਈਆਂ ਜਾਂਦੀਆਂ ਨੇ, ਪਰ ਅੰਦਰੂਨੀ ਤੌਰ ਤੇ ਸਾਨੂੰ ਤਬਾਹ ਕੀਤਾ ਜਾ ਰਿਹਾ। ਤੁਸੀਂ ਵੀ ਕਰ ਰਹੇ ਹੋ ਔਰ ਤੁਹਾਡੀ ਗੁੱਸਾ ਕਿਸੇ ਦੇ ਮਨ 'ਚ ਵੀ ਆ ਸਕਦਾ। ਟੈਣਾ ਸਾਹਿਬ ਤੁਹਾਨੂੰ ਵੀ ਕਿਸੇ ਨੇ ਮਤਲਬ ਜਾਂ ਮੈਨੂੰ ਵੀ ਬੇਇੱਜ਼ਤ ਕੀਤਾ ਹੋਊ ਤਾਂ ਮੈਂ ਮੌਕਾ ਵੇਖ ਕੇ ਉਹਨੂੰ ਅਹਿਸਾਸ ਤੇ ਜ਼ਰੂਰ ਕਰਾਊਂਗਾ ਨਾ। ਸੋ ਇਸ ਗੁੱਸੇ ਦੇ ਵਿੱਚ ਸਾਰਾ ਪੰਜਾਬ ਤਬਾਹ ਰਿਹਾ, ਤੁਹਾਡੀ ਟੀਮ ਮੈਂਬਰ ਵੀ ਤੁਹਾਡੀ ਦਸ਼ਾ ਦੇ ਉੱਤੇ ਚੱਲਦੇ ਹੋਏ ਪੰਜਾਬ ਦਾ ਜਿਹੜਾ ਉਹ ਬਹੁਤ ਜ਼ਿਆਦਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਗਵਰਨਰ ਸਾਹਿਬ ਆਏ ਨੇ 4 ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ, ਉਹ ਕੀ ਕਹਿ ਕੇ ਜਾਂਦੇ ਨੇ, ਪੰਜਾਬ 'ਚ ਕਰਿਆਨੇ ਵਾਲੀਆਂ ਦੁਕਾਨਾਂ ਦੇ ਉੱਤੇ ਨਸ਼ਾ ਵਿਕ ਰਿਹਾ। ਟੈਣਾ ਸਾਹਿਬ 5-7 ਸ਼ਹਿਰ 'ਚ ਰਹਿੰਦੇ ਹੋ, 5 ਸਕੂਲਾਂ ਦੇ ਵਿੱਚ ਵੀ ਪਹੁੰਚ ਗਿਆ। ਮੈਂ ਮੰਨਦਾ ਸਟੂਡੈਂਟ ਬਹੁਤ ਕਰਦੇ ਹੋਣਗੇ, ਕੈਨੇਡਾ ਦੇ ਵਿੱਚ ਵੀ ਤੁਸੀਂ ਦੇਖਦੇ ਹੋ, ਇੱਕ ਦਿਨ ਉਹ ਵੀਡੀਓ ਆਈ ਸੀ ਸਾਡੇ ਇੰਡੀਅਨ ਦੀ ਕਿ ਬੱਚੇ ਯਾਰ ਛੋਟੇ ਛੋਟੇ ਨਸ਼ਾ ਕਰ ਰਹੇ। ਔਰ ਮੈਂ ਤੁਹਾਨੂੰ ਕਿਤੇ ਵਿਜ਼ਿਟ ਕਰਾਊਂਗਾ, ਕਈ ਸਰਕਾਰੀ ਸਕੂਲਾਂ 'ਚ 5ਵੀਂ 6ਵੀਂ ਜਿਹੜੇ ਬੱਚੇ ਨੇ ਉਹ ਨਸ਼ਾ ਕਰਦੇ ਨੇ। ਮੈਂ ਮੰਨ ਲਿਆ, ਪਰ ਜਿਸ ਤਰੀਕੇ ਪੰਜਾਬ ਨੂੰ ਤੁਸੀਂ ਕੰਟਰੋਲ ਕਰਨਾ ਯਾਰ, ਤੁਸੀਂ ਹੈੱਡ ਹੋ ਸਾਡੇ ਸੂਬੇ ਦੇ, ਗਵਰਨਰ ਹੋ ਤੁਸੀਂ, ਮਤਲਬ ਸਰਕਾਰ ਦੇ ਨਾਲ ਮਿਲ ਕੇ ਤੁਹਾਨੂੰ ਕੰਮ ਕਰਨਾ ਚਾਹੀਦਾ। ਉਲਟਾ ਤੁਸੀਂ ਸਾਨੂੰ ਮਤਲਬ ਬਦਨਾਮ ਕਰ ਰਹੇ ਹੋ ਕਿ ਕਰਿਆਨੇ ਵਾਲੀਆਂ ਦੁਕਾਨਾਂ ਦੇ ਉੱਤੇ ਨਸ਼ਾ ਵਿਕ ਰਿਹਾ। ਮੈਂ ਤੁਹਾਨੂੰ ਪੁੱਛਦਾ, ਸ਼ਹਿਰ 'ਚ ਹੀ ਤੁਸੀਂ ਰਹਿੰਦੇ ਹੋ, 15-20 ਦੁਕਾਨਾਂ ਤੁਹਾਡੇ ਦਫ਼ਤਰ ਤੱਕ ਆਉਂਦੀਆਂ ਕਰਿਆਨੇ ਦੀਆਂ ਹੋਣਗੀਆਂ, ਕਿੰਨੀਆਂ ਕੁ ਦੁਕਾਨਾਂ ਤੇ ਨਸ਼ਾ ਵਿਕ ਰਿਹਾ? ਮਤਲਬ ਇੰਨਾ ਜ਼ਿਆਦਾ ਨਹੀਂ। ਮੈਂ ਤੁਹਾਨੂੰ ਇੰਨੇ ਅਸੀਂ ਬੁਰੇ ਲੱਗਣ ਲੱਗ ਪਏ ਯਾਰ ਪੰਜਾਬੀ ਸਾਡਾ, ਤੇ ਮਤਲਬ ਸਾਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੌਰ ਦੇ ਉੱਤੇ ਇਹ ਬਦਨਾਮ ਕੀਤਾ ਜਾ ਰਿਹਾ। ਮੈਂ ਗਵਰਨਰ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਥੋੜ੍ਹੀ ਜਿਹੀ ਕਿਹੜ ਛੱਡ ਕੇ ਨਾ, ਮਤਲਬ ਥੋੜ੍ਹਾ ਜਿਹਾ ਪਿਆਰ ਪੰਜਾਬੀਆਂ ਦੇ ਪ੍ਰਤੀ ਵਧਾਓ। ਇਹਨੂੰ ਇਕੱਲਾ ਬਦਨਾਮ ਕਰਨ ਨਾਲ ਨਾ ਜਾਓ, ਫਿਰ ਇਹਦੇ ਹੱਲ ਵੀ ਦੱਸ ਕੇ ਜਾਓ ਵੀ ਹੈ ਕੀ ਨੇ। ਸੋ ਮੈਂ ਤੁਹਾਨੂੰ ਇਹ ਦੋ ਲੈਣਾ ਗਵਰਨਰ ਸਾਹਿਬ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਬਾਰੇ ਸਾਰੀ ਟੀਮ ਪਤਾ ਕੀ ਸੋਚਦੇ ਹੋ ਕਿ ਇਤਨਾ ਚੁਭਨੇ ਲਗਾ ਹੂੰ ਸਭ ਕੋ ਸ਼ੁਰਾ तो नहीं हूँ, जानी तुम जितना बताते हो मेरे बारे में मैं उतना बुरा तो नहीं। ਵਾਹ, ਵੀ ਜਿੰਨਾ ਤੁਸੀਂ ਸਾਨੂੰ ਕਰ ਰਹੇ ਹੋ ਪੰਜਾਬ ਨੂੰ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਦਨਾਮੀ ਵੱਲ ਝੋਕਿਆ ਜਾ ਰਿਹਾ, ਚਾਹੇ ਉਹ ਨਸ਼ੇ ਦਾ ਮਸਲਾ, ਚਾਹੇ ਉਹ ਫਰੌਤੀ ਦਾ ਮਸਲਾ ਹੈ, ਚਾਹੇ ਉਹ ਗੁੰਡਾਗਰਦੀ ਹੈ, ਚਾਹੇ ਉਹ ਕਰਪਸ਼ਨ ਹੈ, ਚਾਹੇ ਉਹ ਬਿਮਾਰੀਆਂ ਹੈ, ਕੈਂਸਰ ਹੈ। ਇਹਨੂੰ ਗੈਰ ਸੁਰੱਖਿਅਤ ਤੇ ਅਨਪੜ੍ਹਤਾ ਦੇ ਤੌਰ ਦੇ ਉੱਤੇ, ਡਰ ਦੇ ਤੌਰ ਦੇ ਉੱਤੇ ਪੰਜਾਬ ਜਿਹੜਾ ਉਹ ਤਬਾਹ ਹੋ ਰਿਹਾ। ਟੈਣਾ ਸਾਹਿਬ, ਕੋਈ ਇਨਵੈਸਟਰ ਇੱਥੇ ਨਹੀਂ ਆ ਰਿਹਾ, ਕੋਈ ਬੰਦਾ ਇੱਥੇ ਮਤਲਬ ਕਾਰੋਬਾਰ ਕਰਨ ਨੂੰ ਤਿਆਰ ਨਹੀਂ। ਬੱਚੇ ਬਾਹਰ ਜਾ ਰਹੇ ਨੇ ਔਰ ਪੇਰੈਂਟਸ ਦਾ ਮੁੜ ਕੇ ਮਤਲਬ ਜੋ ਬੱਚੇ ਦੇ ਬਾਹਰ ਜਾਣ ਨੂੰ, ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਵੀ ਮੈਂ ਉਹਨੂੰ ਇੱਦਾਂ ਨਹੀਂ ਕਹਿੰਦਾ ਬੱਚਾ ਪੜ੍ਹਨ ਲਿਖਣ ਲਈ ਬਾਹਰ ਜਾਂਦਾ ਹੈ ਜਾਂ ਆਪਣੇ ਮਤਲਬ ਕੰਮ ਕਰ ਲਈ ਬਾਹਰ ਜਾਂਦਾ ਹੈ। ਤੁਸੀਂ ਦੇਖੋ ਬੱਚੇ ਦੇ ਉੱਤੇ ਪੈਸਾ ਲੱਗਦਾ 20-25 ਲੱਖ ਰੁਪਈਆ ਜਦੋਂ ਤੁਹਾਡਾ ਬੱਚਾ ਬਾਹਰ ਜਾਂਦਾ। ਤੁਸੀਂ ਇੱਥੇ ਵੀ ਚੰਗੀ ਸਿੱਖਿਆ ਬੱਚੇ ਨੂੰ ਦੇਣੀ ਹੈ ਤੇ ਪੈਸੇ ਤੁਹਾਡੇ ਇੰਨੇ ਕਿ ਇੱਥੇ ਵੀ ਲੱਗ ਜਾਣੇ ਨੇ। ਉਹ ਪੈਸਾ ਨਹੀਂ ਦੁਖਦਾ ਸਾਨੂੰ, ਪਰ ਜਦੋਂ ਬੱਚਾ ਬਾਹਰ ਚਲੇ ਜਾਂਦਾ, ਜਦੋਂ ਥੋੜ੍ਹਾ ਸੈੱਟ ਹੋ ਜਾਂਦਾ, ਤੁਹਾਡਾ ਬੇਟਾ ਵੀ ਹੋਊਗਾ, ਮੇਰਾ ਵੀ ਹੋਊਗਾ, ਉਸ ਤੋਂ ਬਾਅਦ ਜਦੋਂ ਅਸੀਂ ਓਲਡ ਏਜ ਹੋ ਜਾਂਦੇ ਆ, ਉਹ ਫਿਰ ਸਾਨੂੰ ਕਹਿੰਦਾ ਵੀ ਇੱਥੇ ਤੁਸੀਂ ਕੀ ਕਰਨਾ, ਇੱਥੋਂ ਸਾਰਾ ਕੁਝ ਵੇਚ ਕੇ ਤੇ ਆਓ ਬਾਹਰ, ਇੱਥੇ ਕੰਮ ਕਰਦੇ ਆ। ਉਹ ਜਿਹੜਾ ਪੈਸਾ ਕਰੋੜਾਂ ਅਰਬਾਂ ਚ ਰੁਪਈਆਂ ਦੇ ਵਿੱਚ ਜਾਂਦਾ, ਉਹ ਪੰਜਾਬ ਨੂੰ ਤਬਾਹ ਕਰ ਰਿਹਾ। ਔਰ ਸਾਨੂੰ ਬਾਹਰ ਦੇ ਲੋਕ ਜਿਹੜੇ ਉਹ ਖਰੀਦ ਰਹੇ ਨੇ ਪੰਜਾਬ ਨੂੰ, ਸਾਰੀ ਜਾਇਦਾਦ ਤੇ ਉਹੀ ਖਰੀਦਦੇ। ਤੁਸੀਂ ਕਿਤੇ ਵੇਖੋ, ਚਾਹੇ ਅਡਾਨੀ ਹੈ, ਚਾਹੇ ਮਾਨੀ ਹੈ, ਚਾਹੇ ਹੋਰ ਵੱਡੇ ਧਨਾੜ ਨੇ ਅੱਜ ਪੰਜਾਬ ਦੇ ਵਿੱਚ। ਤੁਸੀਂ ਮੈਂ ਮੰਨ ਕੇ ਚੱਲੋ, ਮੈਂ ਸਿੱਖਾਂ ਬਾਰੇ ਨਹੀਂ ਇਕੱਲਾ ਕਹਿੰਦਾ, ਮੇਰੀ ਉਹ ਸੋਚ ਨਹੀਂ ਹੈਗੀ ਟੈਣਾ ਸਾਹਿਬ,
ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਪੰਜਾਬੀ ਹੀ ਘੱਟ ਗਿਣਤੀ ਹੋ ਜਾਣਗੇ। ਬਿਲਕੁਲ ਸਹੀ ਗੱਲ ਆ। ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਹੀ ਨਹੀਂ ਕਰ ਰਹੇ ਤੇ ਫਿਰ ਲੜ ਲਿਓ ਜਿਹਦੇ ਨਾਲ ਲੜਨਾ। ਜਦੋਂ ਉਹੀ ਲੋਕ ਤੁਹਾਡੇ ਸਿਰਾਂ ਦੇ ਉੱਤੇ ਬਹਿ ਗਏ, ਤੁਸੀਂ ਮੁਸਲਮਾਨਾਂ ਨੇ ਵੇਖਿਆ ਕਿ ਮੋਦੀ ਨਾਲ ਲੜਨਾ ਛੱਡ ਦਿੱਤਾ। ਕੋਈ ਉਹ ਲੜਾਈ ਝਗੜਾ ਨਹੀਂ ਕਰਦੇ ਭਾਰਤ ਦੇ ਵਿੱਚ। ਉਹਨਾਂ ਨੇ ਇੱਕ ਸੋਚ ਬਣਾ ਲਈ ਕਿ ਬੱਚੇ ਵੱਧ ਤੋਂ ਵੱਧ ਤੁਸੀਂ ਆਪਣੀ ਗਿਣਤੀ ਇੰਨੀ ਵਧਾ ਲਓ, ਦੇਸ਼ ਦੇ ਵਿੱਚ ਬੰਦੇ ਹੀ ਤੁਹਾਡੇ ਚੁਣੇ ਜਾਣਗੇ ਤੇ ਫਿਰ ਵੇਖਾਂਗੇ ਕੀ ਕਰ ਸਕਦੇ ਨੇ। ਮਤਲਬ ਤੁਸੀਂ ਇੱਕ ਲੜਾਈ ਦੀ ਧਾਰਾ, ਲੜਾਈ ਦੀ ਮਤਲਬ ਸੋਚ ਤੇ ਵੇਖੋ ਨਾ, ਕੀ ਕਰਾਂਗੇ ਜੇ ਅਸੀਂ ਇੱਥੇ ਪੰਜਾਬੀ ਨਾ ਬਚੇ। ਸਾਡੇ ਪੰਜਾਬ ਦੇ ਨਾਲ ਹਮੇਸ਼ਾ ਹੀ, ਮੈਂ ਤਾਂ ਤੁਹਾਨੂੰ ਅੰਗਰੇਜ਼ਾਂ ਵੇਲੇ ਤੋਂ ਦੱਸਿਆ ਤੇ ਅੱਜ ਤੱਕ ਟਹਿਣਾ ਸਾਹਿਬ ਸਾਡੇ ਨਾਲ ਇਹ ਹੋ ਰਿਹਾ ਕਿ ਮੈਂ ਸਾਜ਼ਿਸ਼ੋਂ ਮੈਂ ਘਿਰਾ ਇੱਕ ਯਤੀਮ ਸ਼ਹਿਜ਼ਾਦਾ। ਸਾਨੂੰ ਨਹੀਂ ਪਤਾ ਸਾਨੂੰ ਕਿਹਨੇ ਕਿਹਨੇ ਮਾਰਨਾ। मैं साजिशों में घिरा एक यतीम शहजादा, कोई छुपा हुआ खंजर मेरी तलाश में है। ਸਾਨੂੰ ਕਿਤੋਂ ਨਾ ਕਿਤੋਂ ਖੰਜਰ ਜਿਹੜਾ ਉਹ ਵੱਜਦਾ ਹੀ ਰਹਿੰਦਾ। ਹੁਣ ਮੋਦੀ ਸਾਹਿਬ ਆਪਾਂ ਰੀਸਾਂ ਕਰਦੇ ਬਾਹਰਲੇ ਮੁਲਕਾਂ ਦੀਆਂ, ਤੁਸੀਂ ਬਹੁਤ ਸਾਰੀ ਦੁਨੀਆ ਘੁੰਮ ਲਈ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤੁਸੀਂ ਭਾਰਤ ਦਾ ਨਾਮ ਬਣਾਇਆ, ਲੋਕ ਤੁਹਾਨੂੰ ਪਸੰਦ ਵੀ ਕਰਦੇ ਨੇ। ਤੁਸੀਂ ਚਾਹੇ US ਚਲੇ ਜਾਓ, ਚਾਹੇ ਕੈਨੇਡਾ ਚਲੇ ਜਾਓ, ਮੈਂ ਮੰਨਦਾ ਕਿ ਬਹੁ ਗਿਣਤੀ ਲੋਕ ਤੁਹਾਨੂੰ ਪਸੰਦ ਵੀ ਕਰਦੇ ਹੋਣਗੇ। ਫਿਰ ਆਪਾਂ ਉਹਨਾਂ ਦੇਸ਼ਾਂ ਦੀਆਂ ਗੱਲਾਂ ਦੇ ਉੱਤੇ, ਉਹਨਾਂ ਦੇਸ਼ਾਂ ਦੇ ਕਾਨੂੰਨਾਂ ਦੇ ਉੱਤੇ ਪਹਿਰਾ ਕਿਉਂ ਨਹੀਂ ਦਿੰਦੇ? ਜੇ ਉੱਥੇ ਕੋਈ ਚੰਗੀਆਂ ਗੱਲਾਂ ਨੇ ਤਾਂ ਉਹਨੂੰ ਅਪਣਾਉਂਦੇ ਕਿਉਂ ਨਹੀਂ? ਆਹ 2-4 ਉਦਾਹਰਨਾਂ ਮੈਂ ਮੋਦੀ ਸਾਹਿਬ ਨੂੰ ਤੇ BJP ਵਾਲਿਆਂ ਨੂੰ ਦੇਣਾ ਚਾਹੁੰਦਾ ਕਿ ਨੰਬਰ 1, ਇੱਕ ਰਿੱਕੀ ਜੈਕਸਨ ਤੇ ਰੌਨੀ ਤੇ ਵਿਲੀ, ਇਹ 3 ਬੰਦਿਆਂ ਨੂੰ ਸਜ਼ਾ ਗਲਤ ਹੋ ਗਈ ਟਹਿਣਾ ਸਾਹਿਬ। ਬਹੁਤ ਲੰਮਾ ਸਮਾਂ, ਜਿਤਨਾ ਇਹ ਜਿੰਨੀ ਇਹਨਾਂ ਭੁਗਤ ਲਈ ਉਹ ਠੀਕ ਹੈ, ਉਸ ਤੋਂ ਬਾਅਦ ਤਾਂ ਇਹ ਗਲਤੀ ਹੈ ਨਾ ਸਜ਼ਾ ਇਹਨਾਂ ਦੀ। ਉਹ ਬਹੁਤ ਲੰਮਾ ਸਮਾਂ ਜਿਹੜਾ ਉਹ ਜੇਲ੍ਹ ਦੇ ਵਿੱਚ ਰਹੇ, ਔਰ ਤੁਸੀਂ ਮੰਨੋਗੇ ਕਿ ਸੈਵਰਲ ਮਿਲੀਅਨ, ਮਤਲਬ ਕਈ ਗੁਣਾ ਮਿਲੀਅਨ ਡਾਲਰ ਜਿਹੜੇ ਉਹਨਾਂ ਨੂੰ ਦੇ ਕੇ ਤੇ ਜੇਲ੍ਹ ਤੋਂ ਬਾਹਰ ਤੋਰਿਆ ਗਿਆ। ਅੱਗੇ ਆ ਜੋ US ਦੀ ਹਿਸਟਰੀ ਹੈ, ਆ ਹੈਨਰੀ ਤੇ ਬਰਾਊਨ, 1983 ਦੇ ਵਿੱਚ ਮਰਡਰ ਤੇ ਰੇਪ ਦੇ ਵਿੱਚ ਇਹਨਾਂ ਨੂੰ 2 ਵਾਰੀ, ਜਿਹੜੀ ਇੱਕ ਕੰਮ ਦੇ ਵਿੱਚ 2 ਵਾਰੀ ਸਜ਼ਾ ਹੋ ਗਈ। ਔਰ ਸੋਚੋ ਕਿ ਉਹਨਾਂ ਨੂੰ ਕਿੰਨੇ ਪੈਸੇ ਦੇ ਕੇ ਰਿਹਾ ਕੀਤਾ ਗਿਆ। ਤੁਸੀਂ ਆ ਕੱਢੋ, 75 ਮਿਲੀਅਨ ਡਾਲਰ, ਮਤਲਬ 750 ਲੱਖ ਡਾਲਰ ਜਿਹੜਾ ਉਹਨਾਂ ਨੂੰ ਦੇ ਕੇ ਤੇ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ। ਆ ਕੈਲੀਫੋਰਨੀਆ 'ਚ ਇੱਕ ਬੰਦਾ, ਉਹਨੂੰ ਸਜ਼ਾ ਹੋਈ ਵੀ ਗਰਲਫ੍ਰੈਂਡ ਤੇ ਉਹਦੇ ਬੱਚੇ ਨੂੰ ਉਹਨੇ ਮਾਰ ਦਿੱਤਾ 1978 ਦੇ ਵਿੱਚ, ਤੇ 2014 ਦੇ ਵਿੱਚ 21 ਮਿਲੀਅਨ ਡਾਲਰ ਉਹਨੂੰ ਆਹ ਦੇ ਕੇ ਤੋਰਿਆ ਗਿਆ। ਉਹਨਾਂ ਚੀਜ਼ਾਂ ਦੇ ਉੱਤੇ ਮੋਦੀ ਸਾਹਿਬ ਆਪਾਂ ਨਹੀਂ ਪਹਿਰਾ ਦੇ ਸਕਦੇ ਵੀ ਇਹਨਾਂ ਦਾ ਯਾਰ ਆਪਾਂ ਭਵਿੱਖ ਹੀ ਖਰਾਬ ਕਰ ਦਿੱਤਾ, ਇਹਨਾਂ ਦੀ ਪੀੜ੍ਹੀ ਖਰਾਬ ਕਰ ਦਿੱਤੀ, ਵੀ ਬਾਹਰ ਇਹਨਾਂ ਆਉਣਾ ਹੈ, ਅੱਗੋਂ ਇਹਨਾਂ ਦੇ ਪਰਿਵਾਰ ਵਧਣੇ ਨੇ। ਕੀ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਤੇ ਮਤਲਬ ਪਹਿਰਾ ਹੀ ਨਹੀਂ ਦਿੰਦੇ? ਉਸ ਬਾਹਰਲੇ ਮੁਲਕਾਂ ਦੀਆਂ ਰੀਸਾਂ ਤੇ ਆਪਾਂ ਗੱਲਾਂ 'ਚ ਕਰਦੇ ਹਾਂ, ਤੇ ਵੈਸੇ ਕਿਉਂ ਨਹੀਂ ਆਪਾਂ ਉਹਨਾਂ ਚੀਜ਼ਾਂ ਨੂੰ ਬਣਾਉਂਦੇ? 20-20 ਸਾਲ ਤੋਂ ਉੱਪਰ ਹੋ ਗਏ ਇਹਨਾਂ ਲੋਕਾਂ ਨੂੰ। ਮੁਆਵਜ਼ਾ ਤੇ ਦੂਰ ਯਾਰ, ਤੁਸੀਂ ਇਹਨਾਂ ਨੂੰ ਰਿਹਾਅ ਹੀ ਕਰ ਦਿਓ। ਫਿਰ ਸਾਡੇ ਦੇਸ਼ ਦਾ ਕਾਨੂੰਨ ਵੇਖਿਆ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਬਾਜ ਨੂੰ ਕੈਦ ਨਹੀਂ ਕਰ ਸਕਦੇ, ਤੁਸੀਂ ਕੱਛੂ ਕੁੰਮਾ ਨਹੀਂ ਕੈਦ ਕਰ ਸਕਦੇ, ਘਰ 'ਚ ਰੋਕੀ ਰੱਖ ਲੈਂਦੇ ਹੁੰਦੇ ਸੀ ਨਾ। ਤੁਸੀਂ ਤੋਤੇ ਨੂੰ ਪਿੰਜਰੇ 'ਚ ਨਹੀਂ ਰੱਖ ਸਕਦੇ, ਤੁਸੀਂ ਬਤਕ ਨੂੰ ਨਹੀਂ ਮਤਲਬ ਵੀ ਰੱਖ ਸਕਦੇ। ਜੇ ਤੁਸੀਂ ਕੋਈ ਕੁੱਤਾ ਵੀ ਰੱਖਣਾ ਤੇ ਉਹਨੂੰ ਪਰਿਵਾਰਕ ਮੈਂਬਰ ਦੇ ਤੌਰ ਤੇ ਲਾਇਸੈਂਸ ਲੈਣਾ ਪੈਂਦਾ। ਚਲੋ ਭਾਈਚਾਰੀ ਨਾਲ ਸਰਕਾਰਾਂ ਦਾ ਸਿਸਟਮ ਹੀ ਇਹ ਹੈ, ਲੋਕਾਂ ਰੱਖੇ ਨੇ ਕਿ ਉਹਨੂੰ ਪਰਿਵਾਰਕ ਮੈਂਬਰ ਜਿਹੜਾ ਉਹ ਬਣਾ ਕੇ ਰੱਖਿਆ ਜਾਊਗਾ। ਤੇ ਇੱਥੇ ਇਨਸਾਨਾਂ ਨੂੰ ਜਿਹੜਾ ਉਹ ਬੇਵਜ੍ਹਾ ਹੀ ਤੁਸੀਂ ਜੇਲ੍ਹ ਦੇ ਵਿੱਚ ਰੱਖਿਆ, ਠੀਕ ਹੈ ਨਾ। ਮਤਲਬ ਪੰਛੀ ਤੁਸੀਂ ਕੈਦ ਨਹੀਂ ਕਰ ਸਕਦੇ, ਔਰ ਇਹਨਾਂ ਲੋਕਾਂ ਨੂੰ 30-30 ਸਾਲ ਹੋ ਗਏ ਯਾਰ। ਸੋ ਮੇਰੀ ਮੋਦੀ ਸਾਹਿਬ ਕੋਈ ਲੜਾਈ ਨਹੀਂ ਤੁਹਾਡੇ ਨਾਲ, ਮੈਨੂੰ ਵੈਸੇ ਤੁਸੀਂ ਵਧੀਆ ਲੱਗਦੇ ਹੋ ਵੀ ਠੀਕ ਹੈ, ਅੱਜ ਤੱਕ ਤੁਹਾਡੇ ਉੱਤੇ ਕੋਈ ਕਰਪਸ਼ਨ ਦਾ ਦਾਗ ਨਹੀਂ ਜੋ ਸਾਡੇ ਦੇਸ਼ ਦਾ ਸਿਸਟਮ ਚੱਲਦਾ। ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ ਪੰਜਾਬ ਦੇ ਮੇਨ ਮੁੱਦੇ ਇਹ ਨੇ। ਪੰਜਾਬ ਦਾ ਕਾਰੋਬਾਰ ਚਲਾਉਣ ਦੀ ਲੋੜ ਹੈ। ਗਵਰਨਰ ਸਾਹਿਬ ਆ ਕੇ ਕਹਿ ਜਾਣ ਕਿ ਪੰਜਾਬ 'ਚ ਨਸ਼ਾ ਬਹੁਤ ਹੈ, ਉਹ ਇੱਦਾਂ ਨਹੀਂ ਬੰਦ ਹੋਣਾ। ਪੰਜਾਬ ਦਾ ਰੁਜ਼ਗਾਰ ਤੇ ਖੋਲ੍ਹੋ। ਥੋੜ੍ਹੇ ਦਿਨਾਂ 'ਚ ਮੈਂ ਬਾਰਡਰ ਦੇ ਉੱਤੇ ਜਾ ਕੇ ਬੋਲਣਾ ਵੀ ਇਹ ਬਾਰਡਰ ਕਿਉਂ ਬੰਦ ਕੀਤਾ ਗਿਆ, ਜਿੱਥੋਂ ਸਾਰਾ ਪੰਜਾਬ ਤੇ ਹਰਿਆਣਾ ਤੱਕ ਪਲ ਸਕਦਾ ਇੱਕ ਬਾਰਡਰ ਦੇ ਨਾਲ। ਸੋ ਪੰਜਾਬ ਤੇ ਇਹਨਾਂ ਚੀਜ਼ਾਂ ਦੇ ਨਾਲ ਠੀਕ ਹੋਣਾ। ਮੇਰੀ ਤੁਹਾਨੂੰ ਬੇਨਤੀ ਹੈ ਮੋਦੀ ਸਾਹਿਬ, ਜੇ ਵਾਕਿਆ ਹੀ ਤੁਹਾਡੀ ਪੰਜਾਬ ਦੇ ਪ੍ਰਤੀ ਕੋਈ ਸੁਹਿਰਦਤਾ ਹੈ, ਜੇ ਪੰਜਾਬ ਦੇ ਪ੍ਰਤੀ ਤੁਹਾਡਾ ਕੋਈ ਨੇੜ ਹੈ, ਦੇਣ ਹੈ, ਕੋਈ ਤੇ ਹੈ, ਤੇ ਇਹਨਾਂ ਜਿਹੜੀਆਂ ਜਾਇਜ਼ ਮੰਗਾਂ ਨੇ ਸੂਬੇ ਦੀਆਂ ਉਹਦੇ ਵੱਲ ਧਿਆਨ ਦਿੱਤਾ ਜਾਵੇ। ਪੰਜਾਬ ਨੂੰ ਬਰਬਾਦੀ ਤੇ ਬਦਨਾਮੀ ਤੋਂ ਜਿਹੜਾ ਬਚਾਇਆ ਜਾਵੇ। ਪੰਜਾਬ ਨੂੰ ਖਤਰਾ ਇਹਨਾਂ ਜੇਲ੍ਹ 'ਚ ਬੰਦ ਲੋਕਾਂ ਕੋਲ ਨਹੀਂ ਹੈ। ਪੰਜਾਬ ਨੂੰ ਖਤਰਾ ਹੈ ਬੇਰੁਜ਼ਗਾਰੀ ਤੋਂ, ਬੇਰੁਜ਼ਗਾਰੀ ਕਰਕੇ ਫੈਲ ਰਹੇ ਨਸ਼ੇ ਤੋਂ, ਬੇਰੁਜ਼ਗਾਰੀ ਕਰਕੇ ਹੋ ਰਹੇ ਕ੍ਰਾਈਮ ਤੋਂ। ਤੁਸੀਂ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਿਓ। ਤੁਸੀਂ ਇੱਕ ਕਦਮ ਨੀਤ ਦੇ ਨਾਲ ਪੰਜਾਬ ਵੱਲ ਵਧਾਓ। ਪੰਜਾਬੀ ਤੁਹਾਡੀ ਢਾਲ ਵੀ ਬਣਨਗੇ, ਤੁਹਾਡੇ ਤੇ ਕੋਈ ਵਿਪਤਾ ਵੀ ਨਹੀਂ ਆਉਣ ਦੇਣਗੇ, ਤੇ ਤੁਹਾਡੇ ਸੋਲੇ ਵੀ ਗਾਉਣਗੇ, ਢਾਲ ਬਣ ਕੇ ਤੁਹਾਡੇ ਨਾਲ ਖਲੋਣਗੇ। ਇੱਕ ਕਦਮ ਵਧਾਓ, ਲੋਕ 100 ਕਦਮ ਜਿਹੜਾ ਤੁਹਾਡੇ ਵੱਲ ਵਧਾਉਣਗੇ। ਸਿਰਫ ਇਹ ਨਹੀਂ ਕਿ ਅਸੀਂ ਕਰ ਕੀ ਰਹੇ ਹਾਂ। ਟਹਿਣਾ ਸਾਹਿਬ ਇੱਕ ਚੀਜ਼ ਦੇਖੀ ਹੈ ਤੁਸੀਂ, ਮੋਦੀ ਸਾਹਿਬ ਨੇ ਸਾਹਿਬਜ਼ਾਦਿਆਂ ਦੀ ਛੁੱਟੀ, ਗੁਰੂ ਗੋਬਿੰਦ ਸਿੰਘ ਜੀ ਦੀ ਛੁੱਟੀ, ਅਸੀਂ ਥੱਲਿਓ ਪੰਜਾਬੀ ਕਰਦੇ ਬੋਲੇ ਸੋਨਿਹਾਲ। ਦੇਸ਼ ਛੁੱਟੀਆਂ ਨਾਲ ਨਹੀਂ ਚੱਲਣਾ, ਬਹੁਤ ਖੂਬ। ਦੇਸ਼ ਕੰਮ ਕਰਨਾ ਚੱਲਣਾ। ਤੁਸੀਂ ਜਿਸ ਦਿਨ ਛੁੱਟੀ ਕਰਦੇ ਹੋ ਲੋਕਾਂ ਦੇ ਕੰਮ ਕਾਰ ਰੁਕ ਜਾਂਦੇ ਆ। ਐਟ ਏ ਟਾਈਮ ਦੱਸ ਦਿੱਤਾ ਜਾਂਦਾ ਛੁੱਟੀ, ਕੋਈ ਰਜਿਸਟਰੀ ਕਰਾਉਣ ਕੈਨੇਡਾ ਤੋਂ ਆਇਆ, ਆਪਣੀ ਜਾਇਦਾਦ ਸਾਂਭਣ, ਮਤਲਬ ਟਾਈਮ ਉਹਨਾਂ ਕੁ ਹੁੰਦਾ, ਕੋਈ ਬਾਹਰਲੇ ਮੁਲਕਾਂ ਤੋਂ ਆਇਆ। ਤੁਹਾਡੀ ਛੁੱਟੀ ਨਾਲ ਤੇ ਲੋਕਾਂ ਦਾ ਕਿੰਨਾ ਜਿਹੜਾ ਨੁਕਸਾਨ ਹੁੰਦਾ। ਸਾਡੇ ਪੰਜਾਬੀਆਂ ਨੂੰ ਚਾਹੀਦਾ ਕਿ ਉਹਨਾਂ ਕੋਲੋਂ ਰੁਜ਼ਗਾਰ ਮੰਗਿਆ ਜਾਵੇ। ਮੈਂ ਫਿਰ ਕਹਿੰਦਾ ਕਿ ਧਰਮ ਨਾਲ ਦੇਸ਼ ਇਕੱਲਾ ਨਹੀਂ ਚੱਲਣਾ, ਧਰਮ ਪ੍ਰਤੀ ਤੁਹਾਡਾ ਨੇੜ, ਤੁਹਾਡਾ ਪਿਆਰ ਜ਼ਰੂਰ ਹੋਣਾ ਚਾਹੀਦਾ।
ਪਰ ਮੈਂ ਸਾਰੇ ਧਰਮਾਂ ਨੂੰ ਪਿਆਰ ਕਰਦਾ, ਪਰ ਤੁਸੀਂ ਇਹਦੇ ਨਾਲ ਸਾਨੂੰ ਕੋਈ ਕਾਰੋਬਾਰ ਵੀ ਦਿਓ ਜੇ ਤੁਹਾਡੀ ਨੀਅਤ ਸਾਫ਼ ਹੈ। ਮੈਂ ਤਾਂ ਤੁਹਾਨੂੰ 2 ਲੈਣਾ ਮੋਦੀ ਸਾਹਿਬ ਜ਼ਰੂਰ ਕਹਿਣਾ ਚਾਹੁੰਦਾ ਕਿ ਤਾ ਉਮਰ ਬਸ एक यही सबक याद रखिए, इश्क और इबादत में नीयत साफ रखिए। बहुत खूब। ਜੇ ਪੰਜਾਬ ਦੇ ਪ੍ਰਤੀ ਤੁਹਾਨੂੰ ਕੋਈ ਇਸ਼ਕ ਹੈ, ਇਹਨਾਂ ਨੂੰ ਤੁਸੀਂ ਕੋਈ ਇਸ਼ਟ ਮੰਨਦੇ ਹੋ ਵਾਕਿਆ ਹੀ ਇੱਥੋਂ ਜਿਹੜੇ ਸਾਡੇ ਗੁਰੂ ਪੀਰ ਪੈਗੰਬਰ ਹੋਏ ਨੇ, ਤੇ ਫਿਰ ਇਹਦੇ ਪ੍ਰਤੀ ਨੀਤ ਸਾਫ਼ ਰੱਖੋ। ਇਹਨਾਂ ਲੋਕਾਂ ਦੀਆਂ ਜਾਇਜ਼ ਮੰਗਾਂ ਨੇ, ਉੱਥੇ ਲੋਕ ਬਹੁ ਗਿਣਤੀ 'ਚ ਹੈਗੇ ਨੇ ਜਾਂ ਨਹੀਂ ਹੈਗੇ ਨੇ, ਮੰਗ ਤੇ ਇਕੱਲਾ ਬੰਦਾ ਵੀ ਕਰ ਦੇਵੇ ਤੇ ਉਹ ਜਾਇਜ਼ ਹੋਣੀ ਚਾਹੀਦੀ, ਉਹਦੇ ਉੱਤੇ ਗੌਰ ਕਰਨਾ ਚਾਹੀਦਾ। ਸੋ ਅੱਜ ਮੇਰਾ ਮੇਨ ਮਕਸਦ ਇਹ ਸੀਗਾ ਕਿ ਇਹ ਬੰਦੀ ਸਿੰਘਾਂ ਦੇ ਉੱਤੇ ਮੈਂ ਬੋਲਣਾ ਵੀ ਚਾਹੁੰਦਾ ਸੀਗਾ, ਔਰ ਤੁਹਾਡੇ ਤੋਂ ਵਧੀਆ ਮੈਨੂੰ ਮਤਲਬ ਮੰਚ ਤੇ ਤੁਹਾਡੇ ਤੋਂ ਵਧੀਆ ਮੈਨੂੰ ਸਾਥੀ ਨਹੀਂ ਸੀ ਮਿਲ ਸਕਦਾ ਇਹਨਾਂ ਚੀਜ਼ਾਂ ਦੇ ਉੱਤੇ ਬੋਲਣ ਲਈ। ਸੋ ਇੱਕ ਜਾਇਜ਼ ਮੰਗ ਹੈ ਕਿ ਉਹਨਾਂ ਦੇ ਕਿਰਦਾਰ ਤੇ ਜੋ ਸੰਵਿਧਾਨ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਉਹਨਾਂ ਭੁਗਤ ਲਈਆਂ ਨੇ, ਅੱਗੋਂ ਉਹਨਾਂ ਦੀ ਰਿਹਾਈ ਕਰਨੀ ਬਣਦੀ ਹੈ। ਮਰਬਾ ਜੀ ਸਵਾਲ ਹੁਣ ਇਹ ਆ, ਤੁਹਾਡੀਆਂ ਗੱਲਾਂ ਬਿਲਕੁਲ ਵਾਜਬ ਆ, ਇਵੇਂ ਹੀ ਹੋਣਾ ਚਾਹੀਦਾ ਜਿਵੇਂ ਕਿਹਾ, ਪਰ ਇਹ ਰਾਜਨੀਤਿਕ ਮੁੱਦਾ ਬਣ ਗਿਆ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਰਾਜਨੀਤਿਕ ਮੁੱਦਾ ਹੀ ਆ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਇੱਕ ਰਾਜਨੀਤਿਕ ਮੁੱਦਾ ਬਣਾਤਾ। ਆਹ ਦੇਖੋ ਤੀਜੀ ਸਰਕਾਰ ਆ ਗਈ ਆ, ਬੇਅਦਬੀ ਕਾਂਡ ਦੇ ਉੱਤੇ ਇਨਸਾਫ ਨਹੀਂ ਮਿਲਿਆ। 1984 ਕਤਲੇਆਮ ਦੇ ਪੀੜਤਾਂ ਦਾ ਇਨਸਾਫ ਦੀ ਗੱਲ ਉਵੇਂ ਰਹਿ ਗਈ। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਲੈ ਕੇ ਦੇਵਾਂਗੇ, ਆਹ ਕਰਾਂਗੇ ਉਹ ਕਰਾਂਗੇ, ਇਹ ਗੱਲ ਉਵੇਂ ਦੀ ਉਵੇਂ ਰਹਿ ਗਈ। ਹੱਲ ਕੀ ਆ ਮਸਲੇ ਦਾ? ਪੰਜਾਬੀਆਂ ਨੂੰ ਵੀ ਆਮ ਤੌਰ ਤੇ ਉਦੋਂ ਚੇਤੇ ਆਉਂਦਾ ਜਦੋਂ ਚੋਣਾਂ ਸਿਰ ਤੇ ਹੁੰਦੀ ਆ। ਬਿਲਕੁਲ, ਪੰਜਾਬੀਆਂ ਨੂੰ ਚੇਤੇ ਵੀ ਉਦੋਂ ਕਰਾਇਆ ਜਾਂਦਾ ਜਦੋਂ ਚੋਣਾਂ ਸਿਰ ਤੇ ਹੁੰਦੀਆਂ। ਇਹ ਜਿਹੜਾ ਹੁਣ ਮੋਰਚਾ ਲੱਗਾ, ਇਹਦਾ ਦਬਾਅ ਕੇਂਦਰ ਦੇ ਉੱਤੇ, ਸੂਬੇ ਦੇ ਉੱਤੇ ਕਿੰਨਾ ਕੁ ਬਣ ਰਿਹਾ ਤੁਹਾਡੇ ਖਿਆਲ ਦੇ ਮੁਤਾਬਕ? ਮੇਰੇ ਖਿਆਲ ਨਾਲ ਜੋ ਮੈਨੂੰ ਪਤਾ ਲੱਗਣ ਡਿਆ ਜੀ, ਜਿੰਨਾ ਚਿਰ ਤੇ ਉੱਥੇ ਉਹ ਪੂਰੀ ਇਜਾਜ਼ਤ ਨਹੀਂ ਦਿੰਦੇ ਕਿ ਲੋਕ ਵੱਖਰੇ ਵੱਖਰੇ ਆਪਣੇ ਜਥੇ ਲੈ ਕੇ ਆਉਣ, ਜਿਵੇਂ ਕਿਸਾਨ ਗਏ ਸੀਗੇ, ਮੈਨੂੰ ਪਤਾ ਲੱਗਾ ਕਿ ਉਹ 2000 ਬੰਦੇ ਦਾ ਜਥਾ ਲੈ ਕੇ ਗਏ ਸੀ। ਤੁਸੀਂ ਦਿੱਲੀ ਮੋਰਚਾ ਜਿਹੜਾ ਜਿੱਤਿਆ, ਉਹ ਬਹੁਤ ਭਾਰੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ। ਜੇ ਤੁਸੀਂ ਇਕੱਲੇ ਬੈਠੇ ਰਹੋ ਤੇ ਇੱਥੇ ਬੜੀ ਬੜੀ ਦੁਨੀਆ ਦੇ ਵਿੱਚ, ਦੇਸ਼ 'ਚ ਲੋਕਾਂ ਨੇ 20-20 ਸਾਲ ਤੋਂ ਹੜਤਾਲ ਕੀਤੀ ਹੋਊਗੀ ਤੇ ਉਹ ਨਹੀਂ ਅੱਜ ਤੱਕ ਉਹ ਜਿੱਤ ਸਕੇ। ਅੱਜ ਵੀ ਸਰਕਾਰਾਂ ਉਹਦੇ ਉੱਤੇ ਵਜੇਦ ਨੇ। ਤੁਹਾਡੇ ਇਕੱਠ ਨੇ ਉਹ ਮੋਰਚਾ ਫਤਿਹ ਕੀਤਾ ਸੀਗਾ। ਸੋ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਉੱਥੇ ਉਹਨੂੰ ਰਾਜਸੀ ਅਖਾੜਾ ਬਣਨ ਨਾਲੋਂ ਖੁੱਲ੍ਹਾ ਇੱਕ ਸੱਦਾ ਦਿਓ ਕਿ ਰਾਜਸੀ ਲੋਕ ਇੱਥੇ ਆਉਣ, ਪਰ ਗੱਲ ਸਿਰਫ ਇਹ ਕਰਨ ਔਰ ਆਪ ਆਪਣੇ ਆਪ ਨੂੰ ਸਾਫ਼ ਕਰਕੇ ਪਹੁੰਚਣ। ਆਪਣੀਆਂ ਕਤਾਈਆਂ ਜਿਹੜੀਆਂ ਕੀਤੀਆਂ ਨੇ, ਜਾਂ ਤੇ ਇੱਥੇ ਖਲੋ ਕੇ ਮੰਨਣ, ਨਾ ਤੇ ਬਾਈਬਲ ਦੇ ਉੱਤੇ ਇਨਸਾਫ ਮਿਲਿਆ। ਔਰ ਟੈਣਾ ਸਾਹਿਬ ਤੁਸੀਂ ਪੁਰਾਣਾ ਦੇਖੋ, ਮੈਂ ਤੁਹਾਡੇ ਨਾਲ ਬੜੀ ਚਰਚਾ ਕੀਤੀ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ, ਮੈਂ ਬਾਈਬਲ ਦੇ ਉੱਤੇ ਤੇ ਬਰਗਾੜੀ ਦੇ ਉੱਤੇ ਇਨਸਾਫ ਦਿਵਾਊਂਗਾ, ਮੇਰਾ ਪੁਰਾਣਾ ਤੁਹਾਨੂੰ ਆਨ ਰੋਲ ਇਹ ਚੀਜ਼ਾਂ ਮਿਲ ਜਾਣਗੀਆਂ। ਮੈਂ ਕਿਹਾ ਯਾਰ ਦੇਖੋ, 1984 ਦੇ ਵਿੱਚ ਸਿੱਖ ਕਤਲੇਆਮ ਹੁੰਦਾ, 1984 ਤੋਂ ਲੈ ਕੇ ਤੇ 2017 ਤੱਕ ਬਾਦਲਾਂ ਨੇ 5 ਵਾਰੀ ਸਰਕਾਰ ਬਣਾਈ। ਈਵਨ ਇੱਥੋਂ ਤੱਕ ਕਿ ਕੇਂਦਰ ਦੇ ਵਿੱਚ ਬੀਜੇਪੀ ਵੀ ਰਹਿੰਦੀ ਰਹੀ, ਉਦੋਂ ਵੀ ਉਹ ਸਜ਼ਾਵਾਂ ਨਹੀਂ ਦਵਾ ਸਕੇ, ਉਦੋਂ ਵੀ ਉਹ ਗਲਤ ਕੰਮਾਂ ਵਾਲਿਆਂ ਨੂੰ ਫੜ ਨਹੀਂ ਸਕੇ। ਤੇ ਮੈਂ ਇੱਕ ਗੱਲ ਕਹੀ ਸੀ ਕਿ ਜੇ ਉਹ 5 ਵਾਰੀ ਇੱਥੇ ਰੋਟੀਆਂ ਸੇਕ ਕੇ ਸਰਕਾਰ ਬਣਾ ਸਕਦੇ ਆ, ਤੇ ਕੈਪਟਨ ਅਮਰਿੰਦਰ ਸਿੰਘ ਵੀ 5-4 ਚੋਣਾਂ ਜ਼ਰੂਰ ਜਿੱਤਣਗੇ ਬਾਈਬਲ ਤੇ ਬਰਗਾੜੀ ਦੇ ਉੱਤੇ। ਇਹ ਵੀ ਕੋਈ ਐਡੀ ਛੇਤੀ ਇਨਸਾਫ ਨਹੀਂ ਦੇਣਗੇ। ਉਹਨਾਂ ਜਿੱਤੀਆਂ, MLA ਜਿੱਤੇ, ਆਪਣੀ ਵਿਧਾਨ ਸਭਾ ਉਹਨਾਂ ਬਣਾਈ, ਲੋਕ ਸਭਾ 2 ਵਾਰੀ ਉਹ ਜਿੱਤ ਗਏ, ਕਾਉਂਸਲਰ, ਜ਼ਿਲ੍ਹਾ ਪ੍ਰੀਸ਼ਦ, ਹਰ ਇਲੈਕਸ਼ਨ ਇਸ ਮੁੱਦੇ ਦੇ ਉੱਤੇ ਲੜੀ ਗਈ। ਸੋ ਮੈਂ ਇਹਨਾਂ ਨੂੰ, ਜਿਹੜੇ ਇਹ ਝਾੜੂ ਵਾਲੇ ਆ, ਇਹਨਾਂ ਨੂੰ ਮੈਂ ਕਹਿੰਦਾ ਕਿ ਯਾਰ ਉਹ ਤੁਸੀਂ ਬਾਕੀ ਰਵਾਇਤ ਲੋਕਾਂ ਨੇ ਤੋੜ ਦਿੱਤੀ ਕਿ ਤੁਸੀਂ ਸਾਨੂੰ ਸ਼ਦਾਈ ਬਣਾਓਗੇ ਤੇ ਅਸੀਂ ਤੁਹਾਡੀਆਂ ਗੱਲਾਂ 'ਚ ਨਹੀਂ ਆਉਣਾ, ਅਸੀਂ ਤੁਹਾਡੀ ਪਲਟੀ ਲਵਾ ਦਾਂਗੇ। ਇੱਕ ਰਵਾਇਤ ਤੁਸੀਂ ਵੀ ਬਣਾਓ ਵੀ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਨਹੀਂ ਕਰਾਂਗੇ, ਵਾਕਿਆ ਹੀ ਇਨਸਾਫ ਜਿਹੜਾ ਦਿੱਤਾ ਜਾਊਗਾ। ਕਰਪਸ਼ਨ ਦੇ ਉੱਤੇ ਉਹਨਾਂ ਬਹੁਤ ਵੱਡੀ ਜਿਹੜੀ ਮੁਹਿੰਮ ਚਲਾਈ ਹੈ, ਮੈਂ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਹਰ ਭ੍ਰਿਸ਼ਟ ਬੰਦਾ ਜਿਹੜਾ ਉਹ ਅੰਦਰ ਜਾਣਾ ਚਾਹੀਦਾ। ਪਰ ਕਿਤੇ ਨਾ ਕਿਤੇ ਤੁਸੀਂ ਇੱਕ ਚੀਜ਼ ਦੇਖੋ ਟੈਣਾ ਸਾਹਿਬ, ਉਹ 'ਚ ਬੰਦੇ ਕੌਣ ਫੜੇ ਜਾ ਰਹੇ ਨੇ? ਆਸ਼ੂ, ਸੋਨੀ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਬਾਅਦ ਉਹ ਫੜੇ ਗਏ ਜਿਹੜੇ ਹੁਸ਼ਿਆਰਪੁਰ ਤੋਂ ਸੀਗੇ, ਸ਼ਾਮ ਸੁੰਦਰ ਅਰੋੜਾ। ਤੇ ਤੁਸੀਂ ਇੱਕ ਵੀ ਪੇਂਡੂ ਖੇਤਰ ਦਾ ਮੰਤਰੀ, ਕੀ ਗੱਲ ਉਹਨਾਂ ਦੀ ਕਰਪਸ਼ਨ ਤੋਂ? ਉਹ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵੱਡੇ ਦਲਾਲ ਸੀਗੇ, ਆ ਸੁੱਖ ਸਰਕਾਰੀ ਵਰਗੇ ਤੇ ਦੂਜੇ ਤੀਜੇ। ਇਹਨਾਂ ਦੀ ਜਾਂਚ ਕਦੋਂ ਕਰੋਗੇ? ਤੁਸੀਂ ਸਿਰਫ ਸ਼ਹਿਰੀ, ਮਤਲਬ ਅੱਗੋਂ ਕਾਉਂਸਲਰ ਦੀਆਂ ਇਲੈਕਸ਼ਨ ਨੇ, ਤੁਸੀਂ ਇਹਨੂੰ ਵੋਟਾਂ ਨਾਲ ਨਾ ਜੋੜ ਕੇ ਦੇਖੋ ਕਿ ਸ਼ਹਿਰੀ ਲੀਡਰ ਜਿਹੜੇ ਉਹਨਾਂ ਦੇ ਉਹ ਬਾਹਰ ਕਰ ਦਈਏ, ਉਹਨਾਂ ਨੂੰ ਮਤਲਬ ਫੜ ਕੇ ਅੰਦਰ ਦੇ ਦਈਏ। ਮੈਂ ਨਹੀਂ ਕਹਿੰਦਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ, ਉਹਨਾਂ ਘੋਰ ਅਪਰਾਧ ਕੀਤੇ ਨੇ ਪੰਜਾਬ ਦਾ ਪੈਸਾ ਖਾ ਕੇ, ਪਰ ਤੁਸੀਂ ਸਾਰੇ ਪੰਜਾਬ ਦਾ ਇਨਸਾਫ ਦਵਾਓ ਨਾ ਕਿ ਜਿਹੜੇ ਬਾਕੀ, ਕੀ ਗੱਲ ਉਹਨਾਂ ਨਾਲ ਤੁਹਾਡੀਆਂ ਰਿਸ਼ਤੇਦਾਰੀਆਂ ਨਿਕਲ ਆਈਆਂ ਨੇ, ਉਹਨਾਂ ਦੇ ਉੱਤੇ ਕਿਉਂ ਨਹੀਂ ਇੱਕ ਸਾਰ ਕੰਮ ਕਰੋ? ਲੋਕਾਂ ਨੇ ਤੁਹਾਡੇ ਮਗਰ ਲੱਗ ਕੇ ਇੱਕ ਰਵਾਇਤ ਤੋੜੀ ਆ 70 ਸਾਲ ਪੁਰਾਣੀ, ਤੇ ਤੁਸੀਂ ਵੀ ਤੇ ਸਾਡੀ ਧਾਰਨਾ ਤੋੜੋ ਨਾ ਕਿ ਯਾਰ ਅਸੀਂ ਤੁਹਾਡੇ ਲਈ ਕੰਮ ਕਰਾਂਗੇ, ਅਸੀਂ ਤੁਹਾਡੇ ਲਈ ਮਤਲਬ ਇਹ ਸਾਰਾ ਫੋਕਸ ਕਰਾਂਗੇ। ਇਹਦੇ ਨੂੰ ਲੋਕ ਚੰਗਾ ਕੰਮ ਕਰੋ। ਆਮ ਪੋਲੀਟੀਸ਼ੀਅਨ ਦੇ ਮਨ 'ਚ ਇੱਕ ਧਾਰਨਾ ਹੁੰਦੀ ਆ ਕਿ 5 ਸਾਲ ਦੇ ਵਿੱਚ, ਪੌਣੇ 5 ਸਾਲ ਅਕਾਲੀ ਕਾਂਗਰਸੀ ਇੱਦਾਂ ਹੀ ਕਰਦੇ ਰਹੇ ਜੀ ਸਾਡੇ ਨਾਲ, ਅਖੀਰਲੇ 3 ਮਹੀਨੇ ਕੰਮ ਜਿਹੜਾ ਕਰੋ ਤੇ ਲੋਕ ਨਹੀਂ ਤੇ ਪੁਰਾਣਾ ਕੰਮ ਭੁੱਲ ਜਾਂਦੇ ਨੇ। ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਯਾਰ ਲੋਕ ਐਡੇ ਮਤਲਬ ਗੈਰਤਮੰਦ ਹੁੰਦੇ ਨੇ, ਲੋਕ ਐਡੇ ਅਹਿਸਾਨ ਫਰਾਮੋਸ਼ ਨਹੀਂ ਹੁੰਦੇ। ਤੁਸੀਂ ਸਾਲ ਦੇ ਪਹਿਲੇ ਮਹੀਨੇ ਵੀ ਕੰਮ ਕਰ ਦਿਓ ਤੇ ਲੋਕ ਤੁਹਾਨੂੰ 5 ਸਾਲ ਤੱਕ ਨਹੀਂ ਭੁੱਲਦੇ। ਮਤਲਬ ਇਹ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਲੱਭਦੀ ਕਿ ਤੁਸੀਂ ਦੋਵੇਂ ਹੀ ਚੋਰ ਸਾਨੂੰ ਦਿਸਦੇ ਸੀ, ਸਾਡੇ ਕੋਲ ਕੋਈ ਤੀਜਾ ਤੁਸੀਂ ਬਦਲ ਦਿੱਤਾ ਤੇ ਅਸੀਂ ਤੁਹਾਨੂੰ ਚੁਣ ਲਿਆ। ਸੋ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਕਿ
ਸਰਕਾਰ ਦੇ ਨਾਲ ਆਪੋਜੀਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਟਾਣਾ ਸਾਹਿਬ। ਪੰਜਾਬ 'ਚ ਕਿਤੇ ਵੀ ਤੁਹਾਨੂੰ ਆਪੋਜੀਸ਼ਨ ਨਜ਼ਰ ਨਹੀਂ ਆ ਰਹੀ, ਦੇਸ਼ 'ਚ ਵੀ ਨਹੀਂ ਆ ਰਹੀ। ਪੰਜਾਬ ਦੇ ਵਿੱਚ ਹਾਲਾਤ ਕੀ ਨੇ ਕਿ ਅਕਾਲੀ ਕਾਂਗਰਸੀਆਂ ਬਹੁਤ ਵੱਡੀਆਂ ਚੋਰੀਆਂ ਕੀਤੀਆਂ ਔਰ ਥਰ ਕੰਬਦੇ ਨੇ, ਇਹਨਾਂ ਕੋਲੋਂ ਜਾਨ ਛਡਾਉਂਦੇ ਫਿਰਦੇ ਨੇ। ਮੈਂ ਬੀਜੇਪੀ ਨੂੰ ਇੱਕ ਆਫਰ ਕਰਦਾ ਕਿ ਪੰਜਾਬ ਦੀ ਤੁਸੀਂ ਆਪੋਜੀਸ਼ਨ ਹੀ ਬਣ ਜਾਓ ਯਾਰ, ਪਰ ਚੰਗੇ ਲੋਕ ਤੇ ਲਓ। ਤੁਸੀਂ ਉਹਨਾਂ ਲੋਕਾਂ ਨੂੰ ਆਪਣੀ ਪਾਰਟੀ ਦਾ ਹਿੱਸਾ ਬਣਾ ਰਹੇ ਹੋ ਜਿਨ੍ਹਾਂ ਲੋਕਾਂ ਨੂੰ ਪਾਰਟੀਆਂ ਨੇ ਨਹੀਂ ਰਾਇਆ, ਉਹਨਾਂ ਲੋਕਾਂ ਨੂੰ ਰਾਇਆ ਜਿਨ੍ਹਾਂ ਨੂੰ ਲੋਕ ਨਫ਼ਰਤ ਕਰਦੇ ਨੇ। ਜਿੰਨੀ ਨਫ਼ਰਤ ਲੋਕ ਬਾਦਲਾਂ ਨੂੰ ਕਰਦੇ ਨੇ ਉਹਨਾਂ ਦਾ ਕੰਮ ਕਰਕੇ, ਆ ਜਿਹੜੇ ਅਖੀਰਲੇ 5 ਸਾਲ ਉਹ ਕਰ ਗਏ, ਉਨੀ ਹੀ ਨਫ਼ਰਤ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਕਰਦੇ ਨੇ, ਜਿਹਨੂੰ ਤੁਸੀਂ ਮਤਲਬ ਅਗਵਾਈ ਦੇਣਾ ਚਾਹੁੰਦੇ ਹੋ। ਤੇ ਮੈਂ ਇੱਕ ਦਿਨ ਪੁੱਛਿਆ, ਇਹਨਾਂ ਦੇ ਬੜੇ ਵੱਡੇ ਲੀਡਰ ਸੀਗੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹਨਾਂ ਲੋਕਾਂ ਨੂੰ ਤਾਕਤ ਦਿਓਗੇ? ਕਹਿੰਦੇ ਨਹੀਂ, ਇਨਕੋ ਹਮ ਤਾਕਤ ਨਹੀਂ ਦੇਂਗੇ। ਮੈਂ ਕਿਹਾ ਜੀ ਤੁਸੀਂ ਦਿਓ ਨਾ ਦਿਓ, ਪਰ ਲੋਕਾਂ ਦੇ ਵਿੱਚ ਇੱਕ ਚਰਚਾ ਤੇ ਸ਼ੁਰੂ ਛਿੜਦੀ ਹੈ ਨਾ ਵੀ ਤੁਸੀਂ ਚੋਰਾਂ ਦਾ ਟੋਲਾ ਤੇ ਡਾਕੂਆਂ ਦਾ ਟੋਲਾ ਇਕੱਠਾ ਕਰ ਰਹੇ ਹੋ। ਇਹ ਧਾਰਨਾ ਨਾ ਬਣਨ ਦਿਓ, ਤੁਹਾਨੂੰ ਕੋਈ ਸੀਟ ਨਹੀਂ ਆਉਣੀ। ਨਹੀਂ ਤੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਜਾਇਜ਼ ਮੰਗਾਂ ਦੇ ਉੱਤੇ ਫੋਕਸ ਕਰੋ, ਪੰਜਾਬ ਨੂੰ ਰੁਜ਼ਗਾਰ ਦਿਓ, ਸਾਡੇ ਬਾਰਡਰ ਵੱਲ ਧਿਆਨ ਦਿਓ। ਮੈਂ ਉੱਥੇ ਬੋਲੂੰਗਾ ਜੀ ਅੱਧਾ ਘੰਟਾ ਲੰਮਾ ਚੌੜਾ ਬਾਰਡਰ ਦੇ ਉੱਤੇ ਜਾ ਕੇ। ਮੈਂ ਸਾਰੀ ਡਿਟੇਲ ਕੱਢ ਲਈ ਕਿ ਕੀ ਸਾਡਾ ਸਾਫ਼ਤਾ ਸਮਝੌਤਾ ਆ, ਕਿਹਦੇ ਵਿੱਚ ਪੰਜਾਬ ਪਲ ਸਕਦਾ। ਮੈਂ ਤਾਂ ਕਹਿਣਾ ਚਾਹੁੰਦਾ ਕਿ ਤੁਸੀਂ ਸਾਡਾ ਬਾਰਡਰ ਦਾ ਪੋਰਟ ਅਡਾਨੀ ਨੂੰ ਦੇ ਦਿਓ, ਅਬਾਨੀ ਨੂੰ ਦੇ ਦਿਓ, ਜਿੰਨੂੰ ਦਿਲ ਕਰਦਾ ਦੇ ਦਿਓ, ਟਾਟਾ ਲੈ ਲੈ, ਕੋਈ ਵੀ ਲੈ ਲੈ, ਉਹਨੂੰ ਖੋਲੋ ਤੇ ਸਹੀ ਨਾ ਯਾਰ। ਮਤਲਬ ਉਹ 2500 3000 ਕਿਲੋਮੀਟਰ ਤੋਂ ਸਾਡਾ ਵਪਾਰ ਹੁੰਦਾ, ਕਰਾਚੀ ਤੋਂ ਤੁਸੀਂ ਉਹ ਬੰਬੇ ਤੋਂ ਲੈ ਕੇ ਤੇ ਦੁਬਈ ਤੋਂ ਆ ਰਿਹਾ। 20 ਕਿਲੋਮੀਟਰ ਦਾ ਰਸਤਾ ਸਾਡਾ ਸੂਬਾ ਸੋਨੇ ਦੀ ਚਿੜੀ ਬਣ ਜੂਗਾ ਯਾਰ। ਇਹਨਾਂ ਚੀਜ਼ਾਂ ਦੇ ਉੱਤੇ ਤੇ ਆਪਾਂ ਫੋਕਸ ਨਹੀਂ ਕਰਦੇ। ਹਾਂ, ਪੱਗ ਬੰਨ ਲੈਂਦੇ ਹਾਂ, ਕਦੀ ਲਾਲ ਕਿਲ੍ਹੇ ਦੇ ਉੱਤੇ ਕੀਰਤਨ ਦਰਬਾਰ ਕਰਾ ਲਿਆ, ਕਦੀ ਸਾਹਿਬਜ਼ਾਦਿਆਂ ਦੀ ਛੁੱਟੀ ਕਰਾ ਲਈ, ਕਦੀ ਸਿਰਸਾ ਸਾਹਿਬ ਮੱਥਾ ਟਿਕਾਉਣ ਲੈ ਗਏ, ਕਦੀ ਸਿੱਖਾਂ ਦਾ ਵਫਦ ਸੱਦ ਲਿਆ। ਮੈਂ ਪੁੱਛਦਾ, ਜਿਹੜੇ ਵਫਦ ਉੱਥੇ ਤੁਹਾਡੇ ਕੋਲ ਜਾਂਦੇ ਨੇ, ਸਿਰਫ ਤੁਹਾਡੇ ਨਾਲ ਫੋਟੋਆਂ ਖਿਚਾਉਣ ਜਾਂਦੇ ਨੇ? ਉਹ ਤੁਹਾਨੂੰ ਦੱਸਦੇ ਨਹੀਂ ਕਿ ਪੰਜਾਬ ਲਈ ਤੁਸੀਂ ਕੀ ਕਰ ਸਕਦੇ ਹੋ, ਪੰਜਾਬ ਦੀ ਤਰੱਕੀ ਕਿਸ ਤਰ੍ਹਾਂ ਹੋ ਸਕਦੀ ਆ। ਚਿਹਰਾ ਹੀ ਐਡਾ ਵੱਡਾ ਸ਼੍ਰੀ ਨਰਿੰਦਰ ਮੋਦੀ ਵੀ ਉੱਥੇ, ਤੇ ਤੁਸੀਂ ਮੈਂ ਜਾ ਕੇ ਸ਼ਾਇਦ ਗੱਲ ਹੀ ਨਾ ਕਰ ਪਈਏ, ਸਾਨੂੰ ਤਾਂ ਹੁੰਦਾ ਵੀ ਮਾੜਾ ਜਿਹਾ ਹੱਥ ਹੀ ਲਾ ਕੇ ਵੇਖ ਲਈਏ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜੇ ਤੁਸੀਂ ਉੱਥੇ ਜਾਂਦੇ ਵੀ ਹੋ, ਤੁਹਾਡੀ ਸੁਣਦੇ ਵੀ ਆ, ਤੇ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰੋ ਨਾ। ਆ ਛੋਟੀ ਜੀ ਮੈਂ ਤੁਹਾਨੂੰ ਮਤਲਬ ਮੇਰੀ ਨਜ਼ਰ 'ਚ ਤੇ ਬੜੀ ਘਿਨਾਉਣੀ ਹੈ ਗੱਲ, ਪਰ ਮੇਰਾ ਦਿਲ ਬਹੁਤ ਦੁਖਿਆ ਤੇ ਮੈਂ ਸਾਂਝੀ ਤੋਂ ਉੱਥੇ ਮੈਂ ਬਾਰਡਰ ਤੇ ਕਰਨੀ ਸੀ, ਮੈਂ ਤੁਹਾਨੂੰ ਕਰਨ ਲੱਗਾ ਕਿ ਇੱਕ ਬਠਿੰਡੇ ਤੋਂ ਇੱਕ ਵਪਾਰੀ ਹੈ। ਇੱਕ ਦਿਨ ਮੈਨੂੰ ਉਹਨਾਂ ਦੇ ਕੋਈ ਦੋਸਤ ਮਿਲੇ ਤੇ ਉਹ ਇੱਕ ਇਥਨੋਲ ਦਾ ਪਲਾਂਟ ਲਾ ਰਹੇ ਨੇ ਕੈਥਲ ਦੇ ਵਿੱਚ। ਬਠਿੰਡੇ ਦਾ ਬੰਦਾ ਰਹਿਣ ਵਾਲਾ, ਉੱਥੇ ਉਹ ਕੈਥਲ ਚਲਾ ਰਿਹਾ ਉਹ ਪਲਾਂਟ। ਤੇ ਉਹ ਇਥਨੋਲ ਦੇ ਵਿੱਚ ਹੋਣਾ ਕੀ ਸੀ, ਸਾਡੇ ਪੰਜਾਬ ਦੀ ਤਰੱਕੀ ਕਿੰਨੀ ਸੀ, ਟੋਟਲ ਪਰਾਲੀ ਵੇਸਟੇਜ ਨਾਲ ਉਹ ਬਣਨਾ ਸੀਗਾ। ਟੋਟਲ ਤੁਹਾਡੀ ਐਗਰੋ ਜਿਹੜੀ ਵੇਸਟੇਜ ਹੈ ਉਹਦੇ ਨਾਲ ਉਹ ਬਣਨਾ ਸੀਗਾ। ਤੇ ਮੈਂ ਉਹਨਾਂ ਦੇ ਦੋਸਤ ਨੂੰ ਪੁੱਛਿਆ ਵੀ ਯਾਰ ਇੱਥੇ ਕਿਉਂ ਨਹੀਂ ਲਾ ਰਹੇ? ਉਹ ਕਹਿੰਦਾ ਜੀ ਨਹੀਂ, ਇੱਥੇ ਤੇ ਕੋਈ ਵੀ ਮਤਲਬ ਆ ਕੇ ਬੰਦ ਕਰਾ ਦੂਗਾ ਤੇ ਪ੍ਰਸ਼ਾਸਨ ਵੀ ਹੱਥ ਖੜੇ ਕਰ ਜਾਂਦਾ, ਅਸੀਂ ਨਹੀਂ ਇੱਥੇ ਲਾਉਣਾ। ਚਲੋ, ਉਹ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਮਾਪਦੰਡ ਆਪਣੇ ਠੀਕ ਰੱਖੋ, ਲੋਕ ਕਿਉਂ ਬੰਦ ਕਰਾਉਣਗੇ, ਅੱਗੇ ਆ ਜਾਓ। ਉਹਨੇ ਇੱਕ ਨੈਸ਼ਨਲ ਬੈਂਕ ਤੋਂ ਕਰਜ਼ਾ ਲੈਣਾ ਸੀਗਾ, ਮਤਲਬ ਵੱਡਾ ਪਲਾਂਟ ਹੈ, ਕਰੋੜਾਂ ਦੇ ਵਿੱਚ ਅਰਬਾਂ ਦੇ ਵਿੱਚ ਉਹ ਕਰਜ਼ਾ ਹੋਊਗਾ। ਔਰ AGM ਜਿਹੜਾ ਪੰਜਾਬ ਦਾ, ਉਹ ਕੀ ਕਹਿ ਰਿਹਾ ਜੀ, ਕਿੱਥੇ ਲਾ ਰਹੇ ਹੋ? ਆਂਦੇ ਜੀ ਕੈਥਲਾਂ ਦਾ ਪੰਜਾਬ 'ਚ ਨਹੀਂ ਨਾ ਲਾ ਰਹੇ। ਮਤਲਬ ਫਿਰ ਠੀਕ ਹੈ, ਕਹਿੰਦਾ ਉੱਥੇ ਲਾ ਰਹੇ ਹੋ। ਤੇ ਹੱਦ ਹੈ ਯਾਰ, ਮਤਲਬ ਇਸ ਲੈਵਲ ਦੇ ਉੱਤੇ ਮਤਲਬ ਬਦਨਾਮ ਕਰ ਦਿੱਤਾ ਗਿਆ। ਇਸ ਲੈਵਲ ਦੇ ਉੱਤੇ ਅੱਗੋਂ ਕੀ ਹੈ, ਸਾਰਾ ਸਿਸਟਮ ਹੀ ਇੰਨਾ ਕਰਪਟ ਜਿਹੜਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ। 3 ਲੱਖ ਕਰੋੜ ਦੇ ਕਰੀਬ ਜਿਹੜਾ ਕਰਜ਼ਾ ਹੋ ਗਿਆ। ਉਹ ਵਪਾਰੀ ਮੈਨੂੰ ਦੱਸਦਾ ਹੈ ਕਿ ਜਦੋਂ ਅਸੀਂ ਲੋਨ ਲੈਂਦੇ ਹਾਂ, ਅਸੀਂ ਕੰਮ ਕੀਤਾ ਹੁੰਦਾ ਸਰਕਾਰੀ ਅਦਾਰਿਆਂ ਦੇ ਨਾਲ, ਅਸੀਂ ਗਰੰਟੀ ਕਿਹਦੀ ਪਾਉਂਦੇ ਆ, ਮਾਰਕਫੈਡ ਦੀ, ਅਸੀਂ ਗਰੰਟੀ ਪਾਉਂਦੇ ਆ ਪਨਸਪ ਦੀ। ਮਤਲਬ ਇਹ ਵੱਡੇ ਅਦਾਰਿਆਂ ਦੀ, ਜਿਹੜੇ ਸਰਕਾਰੀ ਅਦਾਰੇ ਨੇ, ਬੈਂਕ ਉਹਨਾਂ ਦੀਆਂ ਗਰੰਟੀਆਂ ਹੀ ਲੈਣ ਨੂੰ ਤਿਆਰ ਨਹੀਂ ਵੀ ਇਹ ਤੇ ਸਾਰੇ ਹੀ ਸਾਡੇ ਕੋਲ ਕਰਜ਼ਾਈ ਨੇ ਤੇ ਇਹਨਾਂ ਦੇ ਉੱਤੇ ਤੇ ਅਸੀਂ ਮਤਲਬ ਪੋਜੈਸ਼ਨ ਲੈਣੇ ਨੇ, ਇਹਨਾਂ ਦੇ ਉੱਤੇ ਕਬਜ਼ੇ ਲੈਣੇ ਨੇ। ਆਹ ਪੰਜਾਬ ਦੀ ਦੁਰਦਸ਼ਾ ਜਿਹੜੀ ਜ਼ਮੀਨੀ ਤੌਰ ਤੇ ਲੋਕਾਂ ਨੂੰ ਨਜ਼ਰ ਨਹੀਂ ਆ ਰਹੀ, ਸਿਰਫ ਉੱਤੇ ਉਲਝਦੇ ਨਜ਼ਰ ਆ ਰਹੇ ਆ। ਕਦੀ ਬੱਤੀ ਫਰੀ, ਤੇ ਆ ਤੁਸੀਂ ਦੇਖੋ ਜਿਸ ਦਿਨ ਪੈਟਰੋਲ ਮਹਿੰਗਾ ਹੋਇਆ, ਮੈਂ ਉਸ ਦਿਨ ਵੀ ਕਹਿਣਾ ਚਾਹੁੰਦਾ ਸੀ ਕਿ ਬਿਜਲੀ ਫਰੀ ਬਹੁਤ ਸਾਰੇ ਲੋਕਾਂ ਨੂੰ ਮਿਲੀ ਵੀ, ਚੰਗੇ ਘਰਾਂ ਦੇ ਵਿੱਚ ਵੀ ਬਿਜਲੀ ਜਿਹੜੀ ਉਹ ਫਰੀ ਮਿਲੀ। ਇਹ ਕਹਿਣ ਨੂੰ ਫਰੀ ਲੱਗਦੀ ਹੈ, ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਫਰੀ ਨਹੀਂ ਹੈ ਐਕਚੁਅਲੀ। ਪੈਟਰੋਲ ਵੱਧ ਗਿਆ, ਡੀਜ਼ਲ ਵੱਧ ਗਿਆ, ਇਧਰੋਂ ਕੰਨ ਫੜਿਆ ਤੇ ਇਧਰੋਂ ਫੜਿਆ, ਇੱਦਾਂ ਹੀ ਆ। ਤੁਸੀਂ ਸਾਨੂੰ ਕਾਰੋਬਾਰ ਦਿਓ ਯਾਰ, ਸਾਨੂੰ ਫਰੀ ਵਾਲੀ ਆਦਤ ਨਾ ਪਾਓ। ਫਰੀ ਦੇ ਨਾਲ ਕੀ ਹੁੰਦਾ ਟਾਣਾ ਸਾਹਿਬ, ਤੁਹਾਡੀ ਲੜਾਈ ਸ਼ੁਰੂ ਹੁੰਦੀ ਹੈ ਫਰੀ ਦੇ ਨਾਲ, ਤੁਹਾਡਾ ਵਿਤਕਰਾ ਸ਼ੁਰੂ ਹੁੰਦਾ। ਅੱਜ ਤੁਹਾਡਾ ਤੇ ਮੇਰਾ ਘਰ ਲਾਗੇ ਹੋਵੇ, ਤੁਹਾਨੂੰ ਬਿੱਲ ਕੋਈ ਨਾ ਆਵੇ, ਤੁਹਾਡੀ ਬੱਤੀ ਫਰੀ ਹੋਵੇ, ਤੁਹਾਨੂੰ ਬਹੁਤ ਸਾਰਾ ਰਾਸ਼ਨ ਵੀ ਫਰੀ ਆਉਂਦਾ ਹੋਵੇ, ਤੇ ਮੇਰੇ ਮਨ ਦੇ ਵਿੱਚ ਤੇ ਹੀਣ ਭਾਵਨਾ ਤੇ ਮਤਲਬ ਵਿਤਕਰਾ ਆਉਣਾ ਹੀ ਹੈ ਨਾ ਯਾਰ। ਕਮਾਲ ਦੀ ਗੱਲ, ਅਸੀਂ ਕੀ ਮਾਂ ਮਾਰੇ ਆ, ਸਾਡਾ ਸਰਕਾਰਾਂ ਦੇ ਪ੍ਰਤੀ ਗੁੱਸਾ ਵੱਧਦਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰੋ ਕਿ ਪੰਜਾਬ ਨੂੰ ਡਿਵੈਲਪ ਕਿੱਦਾਂ ਕਰਨਾ ਹੈ, ਪੰਜਾਬ ਦੀ ਤਰੱਕੀ ਕਿਸ ਤਰ੍ਹਾਂ ਹੋਣੀ ਹੈ, ਪੰਜਾਬ ਦੇ ਵਿੱਚ ਰੁਜ਼ਗਾਰ ਕਿਸ ਤਰ੍ਹਾਂ ਦੇਣਾ। ਬੱਚੇ ਬਾਹਰ ਜਾ ਰਹੇ ਨੇ, ਹੁਣ ਤੇ ਬਾਹਰ ਵੀ ਤੁਸੀਂ ਦੇਖ ਲਓ, ਆ ਕੱਲ ਮੈਨੂੰ ਪਤਾ ਲੱਗਦਾ ਸੀਗਾ ਕੈਨੇਡਾ ਦੇ ਵਿੱਚ 2 ਗ੍ਰਾਮ ਜਿਹੜਾ ਉਹ ਸਮੈਕ, ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਪੰਜਾਬੀਆਂ ਦਾ ਘਾਣ, ਕੋਈ ਸਾਜ਼ਿਸ਼ ਇਹਦੀ ਜ਼ਰੂਰ ਹੋ ਰਹੀ ਹੈ। ਸੋ ਇਹਨਾਂ ਚੀਜ਼ਾਂ ਦੇ ਉੱਤੇ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਸਾਡੇ ਬੱਚੇ ਇੱਥੇ ਹੀ ਰਹਿ ਜਾਣ, ਉਹਨਾਂ ਨੂੰ ਕੰਮ ਕਾਰ ਚੰਗਾ ਮਿਲੇ। ਪੰਜਾਬ, ਪੰਜਾਬੀਅਤ ਉਹਦੇ ਵਿੱਚ ਚਾਹੇ ਹਿੰਦੂ ਹੈ, ਚਾਹੇ ਮੁਸਲਿਮ ਹੈ, ਚਾਹੇ ਸਿੱਖ ਹੈ, ਚਾਹੇ ਕੋਈ ਰੋੜਾ ਹੈ, ਚਾਹੇ ਜੱਟ ਹੈ, ਚਾਹੇ ਕੋਈ SC ਹੈ, ਸਾਡਾ ਪੰਜਾਬ ਤੇ ਪੰਜਾਬੀਅਤ ਜਿਹੜੀ ਬਚਾਉਣੀ ਚਾਹੀਦੀ ਹੈ। ਸਾਨੂੰ ਲੜਾਈ ਧਰਮ ਵਾਲੀ ਨੂੰ ਛੱਡ ਕੇ ਪੂਰੀ ਪੰਜਾਬੀਅਤ ਦੀ ਲੜਾਈ ਲੜਨ ਦੀ ਲੋੜ ਹੈ। ਬਹੁਤ ਮਿਹਰਬਾਨੀ ਮੰਨਾ ਸਾਹਿਬ, ਤੁਸੀਂ ਜਦੋਂ ਵੀ ਆਉਂਦੇ ਹੋ ਬਾਕੀ ਨਾਲ ਗੱਲਾਂ ਕਰਦੇ ਹੋ,
ਪੰਜਾਬ ਦੇ ਮੁੱਦਿਆਂ ਦੇ ਉੱਤੇ ਚਿੰਤਾ ਜ਼ਾਹਰ ਕਰਦੇ ਹੋ। ਤੁਹਾਡਾ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਜੀ। ਧੰਨਵਾਦ ਟੈਣਾ ਸਾਹਿਬ, ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਇੱਕ ਵਾਰੀ ਫਿਰ ਧੰਨਵਾਦ ਮਿਹਰਬਾਨੀ ਤੁਹਾਡੇ ਚੈਨਲ ਸੋ ਦੋਸਤੋ ਪ੍ਰਾਈਮ ਸਪੈਸ਼ਲ ਦੇ ਵਿੱਚ ਇਹ ਸਨ ਮਨਦੀਪ ਸਿੰਘ ਮੰਨਾ, ਜਿਨ੍ਹਾਂ ਨੇ ਕਿ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਖੁੱਲ੍ਹੀ ਚਰਚਾ ਕੀਤੀ ਹੈ, ਖੁੱਲ੍ਹ ਦਿਲੀ ਚਰਚਾ ਕੀਤੀ ਹੈ। ਮੈਂ ਵੀ ਇਸ ਕਰਕੇ ਸਵਾਲ ਅੱਜ ਬਹੁਤੇ ਨਹੀਂ ਕੀਤੇ, ਕਿਉਂਕਿ ਇਹੀ ਗੱਲਾਂ ਮੈਂ ਪੁੱਛਣੀਆਂ ਚਾਹੁੰਦਾ ਸੀ ਜਿਹੜੀਆਂ ਇਹਨਾਂ ਨੇ ਰੌਂ ਦੇ ਵਿੱਚ ਦੱਸੀਆਂ, ਤੇ ਦੱਸਣੀਆਂ ਵੀ ਇਵੇਂ ਹੀ ਚਾਹੀਦੀਆਂ। ਸੋ ਪੰਜਾਬੀਅਤ ਜ਼ਿੰਦਾਬਾਦ ਰਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਕਿਸੇ ਹੋਰ ਸ਼ਖਸੀਅਤ ਦੇ ਨਾਲ ਪ੍ਰਾਈਮ ਸਪੈਸ਼ਲ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ। ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ ਟੀਵੀ ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, LG, roku, ਐਪਲ ਟੀਵੀ ਜਾਂ ਹੋਰ ਕੋਈ ਵੀ ਸਮਾਰਟ ਟੀਵੀ ਹੈ ਤਾਂ ਪ੍ਰਾਈਮ ਏਸ਼ੀਆ ਟੀਵੀ ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ ਟੀਵੀ ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ ਟੀਵੀਜ਼ ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ, ਤੁਹਾਡੇ ਲਈ।